जिदे देश भुखा मरदा सी, जिदे ठूठा लैके दूजे मुल्कां च जांदा सी भी जनाब सानू अन्न दे दो, उदे पंजाब ने अन्न पैदा करके दिता। आपदी मिट्टी खराब कर ली, आपदा पानी खराब कर लिया, आपदी हवा खराब कर ली, आपदी जवानी खराब कर ली भी देश बच जे। ये कहंदे देश भगती नहीं। ਜਿਹੜੇ देश के गदार ने वो कह रहे हैं भी देश भगत नहीं है उन्होंने, जिन्होंने सिर दिते ने आज़ादी च असीं सब तो ज़्यादा सिर दिते, फौज दे विच साडे सब तो ज़्यादा सिर जा रहे हैं, अन्न पैदा करन च असीं सब तो अगे, डॉक्टर इंजीनियर विग्यानी असीं सब तो ज़्यादा पैदा करे, सानू कहंदे ने तुसीं गदार हो। ये बर्दाश्त करांगे असीं नहीं करांगे। 100 तो वध जगह ते टॉट प्लाजे घिरे होए ने। राज्यपाल साहब तो नहीं उरे आउंदे ना घिरन, उगराहां साहब तो नहीं आ रहे घेरन, कोई लीडरशिप हैगी है ना। जद कॉल दित्ती काले झंडियां दी ਥਾਂ ਥਾਂ ਲੱਗੇ ਨਾ ਪੰਜਾਬ 'ਚ, ਪਿੰਡਾਂ 'ਚ ਹੋਏ ਨਾ ਪਿੱਟ ਸਿਆਪੇ, ਕੋਈ ਤਾਂ ਲੀਡਰਸ਼ਿਪ ਹੈਗੀ ਹੈ। ਪਿੰਡਾਂ ਦੇ ਵਿੱਚ ਔਰਤਾਂ ਦੀ ਲੀਡਰਸ਼ਿਪ, ਪਿੰਡਾਂ 'ਚ ਨੌਜਵਾਨਾਂ ਦੀ ਲੀਡਰਸ਼ਿਪ, ਪਿੰਡਾਂ ਦੇ ਵਿੱਚ ਦਲਿਤਾਂ ਦੀ ਲੀਡਰਸ਼ਿਪ ਇਕੱਠੀ ਹੋ ਰਹੀ ਹੈ। ਭਾਰਤ ਹੈ ਜਿਹੜਾ ਇਹ ਸੂਬਿਆਂ ਦਾ ਇਕੱਠ ਹੈ, ਸੂਬਿਆਂ ਦਾ ਸੰਘ ਹੈ। ਭਾਰਤ ਸੰਘ ਦੇ ਵਿੱਚ ਸੂਬੇ ਨਹੀਂ ਸ਼ਾਮਲ, ਫਰਕ ਸਮਝੋ ਤੁਸੀਂ। ਭਾਰਤ ਸੰਘ ਦੇ ਵਿੱਚ ਸੂਬੇ ਸ਼ਾਮਲ ਨਹੀਂ ਹੈ, ਸੂਬਿਆਂ ਨੇ ਇਕੱਠੇ ਹੋ ਕੇ ਭਾਰਤ ਸੰਘ ਬਣਾਇਆ। ਅਕਾਲੀਆਂ ਦਾ ਸਭ ਤੋਂ ਵੱਡਾ ਗੁਨਾਹ ਇਹ ਹੈ ਕਿ ਇਹ ਬੀਜੇਪੀ ਨੂੰ ਇਹਨਾਂ ਨੇ ਆਪਦੇ ਦੰਦ ਨਹੀਂ ਦਿਖਾਏ। ਰਹਿੰਦੇ ਬੀਜੇਪੀ ਨਾਲ, ਪਰ ਉਹਨੂੰ ਇਹ ਤਾਂ ਦੱਸਦੇ ਵੀ ਨਹੀਂ ਅਸੀਂ ਭਾਈ ਸਾਡੀ ਵੀ ਕੋਈ ਤਾਕਤ ਹੈ। ਤੇ ਧਰਮ ਯੁੱਧ ਮੋਰਚਾ ਸੀ, ਉਹ ਪੰਜਾਬ ਦੇ ਹੱਕਾਂ ਦੀ ਮੰਗ ਸੀਗੀ, ਇਹ 'ਚ ਕੋਈ ਦੋ ਰਾਹ ਹੀ ਨਹੀਂ ਹੈ। ਖੁਦ ਮੁਖਤਿਆਰੀ ਦੀ ਫੈਡਰਲ ਦੀ ਗੱਲ ਨਹੀਂ, ਖੁਦ ਮੁਖਤਿਆਰੀ ਦੀ ਗੱਲ ਨਹੀਂ ਸੀ, ਉਹ ਅਨੰਦਪੁਰ ਦੇ ਮਤੇ ਦੀ ਗੱਲ ਸੀ। ਖੁਦ ਮੁਖਤਿਆਰੀ ਮੈਂ ਤੁਹਾਨੂੰ ਦੱਸਿਆ ਨਾ ਫਰਕ ਹੈ। ਖੁਦ ਮੁਖਤਿਆਰੀ ਤਾਂ ਚੀਜ਼ ਹੀ ਹੋਰ ਹੈ, ਉਹ ਤਾਂ ਮੰਗੀ ਨਹੀਂ ਕਦੇ ਇਹਨਾਂ ਨੇ, ਕਹਿੰਦੇ ਹੀ ਨਹੀਂ। ਮੈਨੂੰ ਲੱਗਦਾ ਇਹਨਾਂ ਨੇ ਬਹੁਤੀ ਉਹਦੀ ਐਕਸਪਲੇਨੇਸ਼ਨ ਵੀ ਨਹੀਂ ਪਤਾ। ਖੁਦ ਮੁਖਤਿਆਰੀ ਦਾ ਮਤਲਬ ਇਹ ਹੈ ਵੀ ਸੰਵਿਧਾਨ ਵੀ ਸਾਡਾ, ਖਾਲਿਸਤਾਨ ਦਾ ਮੁੱਦਾ ਕੌਣ ਉਠਾਉਂਦਾ? ਕੇਂਦਰ ਉਠਾਉਂਦਾ, ਉਹਦੀਆਂ ਏਜੰਸੀਆਂ ਉਠਾਉਂਦੀਆਂ ਨੇ। ਹੁਣ ਵੀ ਆ ਕਿਸਾਨ ਅੰਦੋਲਨ ਦਾ ਵਿੱਚ ਦੱਸੋ ਕਿਹੜਾ ਖਾਲਿਸਤਾਨ ਸੀ? ਇਹਨਾਂ ਨੇ ਆਪਦੇ ਬੰਦੇ ਬਾਲੇ, ਉਹਨਾਂ ਨੇ ਖਾਲਿਸਤਾਨ ਦੇ ਨਾਅਰੇ ਲਾਏ, ਉਹਨਾਂ ਨੇ ਕਿਹਾ ਕਲਾ ਵਰਤ ਗਈ, ਫਲਾਣਾ ਹੋ ਗਿਆ, ਇਹ ਹੋ ਗਿਆ। ਫਿਰ ਉਹ ਕਹਿੰਦੇ ਸੀ ਜੀ ਪੁਲਿਸ ਕੋਲ ਗਏ ਹੋਏ ਸੀ, ਅਸੀਂ ਤਾਂ ਪੁਲਿਸ ਦੀ ਮਦਦ ਕਰਨ ਗਏ ਸੀ। ਕਿਉਂਕਿ RSS ਹੈ ਜਿਹੜਾ ਬੇਸਿਕਲੀ ਉਹ ਕਮਿਊਨਿਸਟਾਂ ਦੀ ਵੀ ਉਲਟ ਹੈ, ਉਹ ਸਿੱਖਾਂ ਦੇ ਵੀ ਉਲਟ ਹੈ। ਇਸ ਕਰਕੇ ਉਹ ਕਦੇ ਇਹਨੂੰ ਖਾਲਿਸਤਾਨ ਦਾ ਨਾਅਰਾ ਦੇਗਾ, ਕਦੇ ਅੱਤਵਾਦੀਆਂ ਦਾ ਨਾਅਰਾ ਦੇਗਾ, ਕਦੇ ਇਹਨਾਂ ਨੂੰ ਕਹੇਗਾ ਅਰਬਨ ਨਕਸਲਾਈਟ। ਇਹ ਜਮਹੂਰੀ ਅਧਿਕਾਰਾਂ ਦੇ ਉੱਤੇ ਹਮਲਾ ਕਰਦਾ ਕੇਂਦਰ, ਕਿ ਇੱਥੇ ਜਿਹੜਾ ਹਿੰਦੂ ਵੋਟ ਹੈ ਉਹ BJP ਲੈ ਜੇ। ਇਹ ਡਰਾ ਕੇ ਵੀ ਆਹ ਦੇਖ ਲਓ ਖਾਲਿਸਤਾਨ ਬਣ ਜਾਣਾ, ਤੁਹਾਨੂੰ ਮਾਰ ਦੇਣਾ ਇਹਨਾਂ ਨੇ। ਉਹ ਹਿੰਦੂਆਂ ਦੀ ਵੋਟ ਲੈ ਲਈ। ਦੂਜੇ ਪਾਸੇ ਦਲਿਤਾਂ ਨੂੰ ਕਹਤਾ ਵੀ ਤੁਹਾਡਾ ਅਸੀਂ ਬਣਾ ਦਾਂਗੇ ਮੁੱਖ ਮੰਤਰੀ, ਭੈ ਕਹੂ ਕੋ ਦੇਤ ਨਹੀਂ ਨਹਿ ਭੈ ਮਾਨਤਾਨ, ਨਾ ਕਿਸੇ ਨੂੰ ਭੈ ਦੇਣਾ ਨਾ ਕਿਸੇ ਦਾ ਭੈ ਮੰਨਣਾ। ਸੋ ਇਹ ਪੰਜਾਬੀ ਸੱਭਿਆਚਾਰ ਹੈ, ਇਹ ਪੰਜਾਬੀ ਸੱਭਿਆਚਾਰ ਹੈ, ਰੋਟੀ ਬੇਟੀ ਦੀ ਸਾਂਝ ਹੈ। ਇਹ ਪੰਜਾਬੀ ਸੱਭਿਆਚਾਰ ਹੈ, ਕੋਈ ਊਚ ਨੀਚ ਨਹੀਂ, ਸਭ ਬਰਾਬਰ ਨੇ। ਅਬਲ ਲੋ ਇੱਕ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਬੰਦੇ। ਇਹ ਪੰਜਾਬੀ ਸੱਭਿਆਚਾਰ ਹੈ। ਸਭੇ ਸਾਂਝੀ ਵਾਲ ਸਦਾਨ ਤੂੰ ਕਿਸੇ ਨਾ ਦੱਸੇ ਬਾਹਰ ਜੀ, ਉਹ ਸਾਰੇ ਸਾਂਝੀ ਵਾਲ ਨੇ। ਕਰੋਨਾ 'ਚ ਤੁਹਾਨੂੰ ਪੰਜਾਬ 'ਚ ਕਿੰਨੇ ਕੁ ਲੋਕ ਮਿਲੇ ਨੇ ਜਿਹੜੇ ਗੋਹਾ ਮਰਦੇ ਹੋਣ? ਮਿਲਦੇ ਨੇ ਕਿਤੇ। ਆ ਗੁਜਰਾਤ ਦੇ ਵਿੱਚ ਗੋਹਾ ਮਰ ਰਹੇ ਸੀ, ਹਾਲਾਂਕਿ ਪੰਜਾਬ 'ਚ ਪ੍ਰਚਾਰ ਬਥੇਰਾ ਕਰਿਆ ਇਹਨਾਂ ਨੇ, ਪਰ ਗੋਹਾ ਨਹੀਂ ਮਰਿਆ ਲੋਕਾਂ ਨੇ ਸਰੀਰ 'ਤੇ ਵੀ। ਕਰੋਨਾ ਠੀਕ ਹੋ ਜੂ, ਕੋਈ ਕੱਦਾ ਹੋਊਗਾ। ਪੈਸਾ ਉਹਨਾਂ ਨੇ ਲੈ ਲਿਆ, ਜੰਗਲ ਉਹਨਾਂ ਨੇ ਲੈ ਲਏ, ਸੜਕਾਂ ਉਹਨਾਂ ਨੇ ਲੈ ਲਈਆਂ, ਪਾਣੀ ਦੇ ਉੱਤੇ ਕਾਨੂੰਨ ਬਣਾਤਾ। ਪਾਣੀ ਉਹਨਾਂ ਦੇ, ਟਿਊਬਵੈਲ ਇੱਥੇ ਲੱਗਣਾ ਨਹੀਂ ਲੱਗਣਾ ਕੇਂਦਰ ਡਿਸਾਈਡ ਕਰੇਗਾ। ਸਿਹਤ ਉਹਨਾਂ ਨੇ ਲੈ ਲਈ, ਸਿੱਖਿਆ ਉਹਨਾਂ ਨੇ ਲੈ ਲਈ, ਲਾ ਐਂਡ ਆਰਡਰ ਉਹਨਾਂ ਨੇ ਲੈ ਲਿਆ। ਅਤੇ ਸਾਡੇ ਕੋਲ ਰਹਿ ਕੀ ਗਿਆ ਇਹ ਤਾਂ ਦੱਸ ਦਿੰਦਾ। ਜੋ 1946 'ਚ ਪੰਡਿਤ ਜਵਾਹਰ ਲਾਲ ਨਹਿਰੂ ਜੀ ਦਾ ਮਤਾ ਸੀ, ਜਿਹੜਾ ਸੰਵਿਧਾਨ ਘੜਨੀ ਸਭਾ ਨੇ ਪਾਸ ਕਰਿਆ, ਉਹ 'ਚ ਸਿਰਫ ਇੱਕ ਮੈਂਬਰ ਸੀ, ਸ਼ਮਾ ਪ੍ਰਸਾਦ ਮੁਖਰਜੀ, ਜਿਨ੍ਹਾਂ ਨੇ ਕਿਹਾ ਵੀ ਸੂਬਿਆਂ ਕੋਲ ਇੰਨੀਆਂ ਤਾਕਤਾਂ ਨਹੀਂ ਚਾਹੀਦੀਆਂ, ਕੇਂਦਰ ਤਕੜਾ ਹੋਣਾ ਚਾਹੀਦਾ। ਸ਼ਮਾ ਪ੍ਰਸਾਦ ਮੁਖਰਜੀ RSS ਦਾ ਬੰਦਾ ਸੀ। ਅਨੰਦਪੁਰ ਦਾ ਮਤਾ ਇਹ ਹੈ ਵੀ ਜਦ ਅਕਾਲੀ ਜਦ ਕ੍ਰਾਈਸਿਸ ਸੰਕਟ 'ਚ ਹੁੰਦੇ ਨਾ, ਉਦੋਂ ਇਹਨਾਂ ਨੂੰ ਯਾਦ ਆਉਂਦਾ ਪੰਜਾਬ ਦਾ। GST ਦੇ ਉੱਤੇ ਜਿਹੜੀ ਮਾਫੀ ਹੋਈ ਹੈ ਦਰਬਾਰ ਸਾਹਿਬ ਦੇ ਲੰਗਰ ਦੇ ਉੱਤੇ, ਉਹ ਖਰੈਤੀ ਭੋਜਨ ਕਹਿ ਕੇ ਹੋਈ ਹੈ, ਜਦ ਕਿ ਖਰੈਤੀ ਭੋਜਨ ਨਹੀਂ ਹੈ, ਇਹ ਤਾਂ ਪੰਗਤ ਹੈ। ਉਹਨਾਂ ਦਾ ਸਵਾਲ ਇਹ ਹੈ ਕਿਸਾਨਾਂ ਦਾ, ਕਿਸਾਨ ਜਥੇਬੰਦੀਆਂ ਨੂੰ, ਮੈਂ ਸਾਰੀਆਂ ਨੂੰ ਸੁਣਿਆ ਕਿ ਜੇ ਕੇਂਦਰ ਨੂੰ ਅਧਿਕਾਰ ਹੀ ਨਹੀਂ ਕਾਨੂੰਨ ਬਣਾਉਂਦਾ, ਸਾਡਾ ਤਾਂ ਝਗੜਾ ਇਹ ਹੈ ਵੀ ਤੁਸੀਂ ਬਣਾਏ ਕਿਉਂ ਨੇ? ਸਾਨੂੰ ਇਹ ਮਨਜ਼ੂਰ ਨਹੀਂ ਹੈਗੇ, ਕਿਸਾਨਾਂ ਨੂੰ, ਪੂਰੇ ਭਾਰਤ ਦੀ ਕਿਸਾਨੀ ਨੂੰ ਮਨਜ਼ੂਰ ਨਹੀਂ। ਪਾਵਰ ਤੁਹਾਡੇ ਕੋਲ ਹੈ ਨਹੀਂ, ਤੁਸੀਂ ਬਣਾਏ ਕਿਉਂ ਨੇ? ਤੁਸੀਂ ਇਹਨਾਂ ਰੱਦ ਕਰ ਦਿਓ। ਸਾਡਾ ਸੂਬਾ ਬਣਾਉਣਾ ਚਾਹੂ ਆਪੇ ਬਣਾ ਲੂਗਾ, ਅਸੀਂ ਆਪੇ ਲੜਨਾਂਗੇ ਉਹਨਾਂ ਨਾਲ ਜੋ ਲੜਨਾ। ਤੁਸੀਂ ਦੱਸੋ ਕਿਉਂ ਬਣਾਏ ਨੇ? ਤਾਂ ਮਾਸਟਰ ਤਾਰਾ ਸਿੰਘ ਨੇ ਇਹਨਾਂ ਨੂੰ ਗੱਲ ਕਰੀ ਪੰਡਿਤ ਨਹਿਰੂ ਨੂੰ ਵੀ ਆਪਾਂ ਉਹ, ਫਿਰ ਕਹਿੰਦੇ ਉਹ ਤਾਂ ਮਾਸਟਰ ਜੀ ਪਹਿਲੀ ਪੁਰਾਣੀ ਗੱਲ ਸੀ, ਉਹ ਤਾਂ ਭੁੱਲ ਜਾਓ ਹੁਣ। ਇਹ ਜਿਵੇਂ ਅਮਿਤ ਸ਼ਾਹ ਨੇ ਕਹਿਤਾ ਨਾ 15 ਲੱਖ, ਉਹ ਤਾਂ ਜੁਮਲਾ ਥਾ। ਪੰਡਿਤ ਨਹਿਰੂ ਨੇ ਵੀ ਜੁਮਲੇ ਬਣਾਇਆ ਸੀ ਇਹਦੀ ਚੀਜ਼ ਨੂੰ। ਸੋ ਕੇਂਦਰ ਨੇ ਕਦੇ ਵੀ ਪੰਜਾਬ ਦੇ ਜਿਹੜੇ ਰਾਈਟ ਸੀਗੇ ਉਹਨਾਂ ਨੂੰ ਦਿੱਤਾ ਨਹੀਂ। ਕਿ ਇਹਨਾਂ ਨੇ ਨਾਰਾ ਵੀ ਇਹਨਾਂ ਦਾ ਇਹ ਹੈ, ਡਰਦੇ ਨਹੀਂ ਮੋਦੀ ਦੀ ਘੁੜਕੀ ਤੋਂ, ਖਿੱਚ ਲਿਆਵਾਂਗੇ ਕੁਰਸੀ ਤੋਂ। ਮੈਂ ਕਹਿੰਦਾ ਧੂ ਲਿਆਵਾਂਗੇ ਕੁਰਸੀ ਤੋਂ, ਜ਼ਿਆਦਾ ਵਧੀਆ ਰਹੇਗਾ। ਸੋ ਜਿੱਤਾਂਗੇ, ਇਹ ਨਹੀਂ ਹੋ ਸਕਦਾ ਵੀ ਨਹੀਂ ਜਿੱਤੇ, ਜਿੱਤਾਂਗੇ। ਪੰਜਾਬੀ ਅੱਗੇ ਆਉਣਗੇ, ਪੰਜਾਬੀ ਸੱਭਿਆਚਾਰ, ਪੰਜਾਬੀ ਕਲਚਰ ਪੂਰੇ ਦੇਸ਼ ਨੂੰ ਲੀਡ ਕਰੇਗਾ। ਮੈਂ ਤੁਹਾਨੂੰ ਅੱਜ ਵੀ ਦੱਸਦਾ।
ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਨਿਊਜ਼ ਤੇ ਤੁਹਾਡਾ ਸਭ ਦਾ ਸਵਾਗਤ ਹੈ। ਪਿਛਲੇ ਕਈ ਦਹਾਕਿਆਂ ਤੋਂ ਪੰਜਾਬੀਆਂ ਦੀਆਂ ਮੰਗਾਂ ਜਾਂ ਪੰਜਾਬੀਆਂ ਦੀਆਂ ਨਿਗਾਹਾਂ ਹੱਲੇ ਵੀ ਆਪਣੇ ਲੀਡਰ ਨੂੰ ਖੋਜ ਰਹੀਆਂ ਨੇ ਕਿ ਉਹਨਾਂ ਦੀ ਕਦੀ ਖੁਆਇਸ਼ ਪੂਰੀ ਹੋਏਗੀ। ਜਦੋਂ ਵੀ ਕੋਈ ਵਿਅਕਤੀ ਜਾਂ ਜਦੋਂ ਵੀ ਕੋਈ ਸਿਆਸੀ ਪਾਰਟੀ ਖੁਦ ਮੁਖਤਿਆਰੀ ਦੀ ਗੱਲ ਕਰਦਾ ਤਾਂ ਪੰਜਾਬ ਦੇ ਅੱਖਾਂ ਦੇ ਵਿੱਚ ਜਾਂ ਪੰਜਾਬੀਆਂ ਦੇ ਅੱਖਾਂ ਦੇ ਵਿੱਚ ਚਮਕ ਆ ਜਾਂਦੀ ਹੈ, ਪਰ ਉਸ ਦੇ ਬਾਵਜੂਦ ਵੀ ਇਹ ਖੁਆਇਸ਼ ਪੂਰੀ ਨਹੀਂ ਹੁੰਦੀ। ਜਦੋਂ ਆਪਾਂ ਗੱਲ ਕਰਨੇ ਆ ਅਨੰਦਪੁਰ ਸਾਹਿਬ ਮਤੇ ਦੀ ਕਿ ਵਾਕਈ ਅਨੰਦਪੁਰ ਸਾਹਿਬ ਦਾ ਮਤਾ ਤੇ ਖੁਦ ਮੁਖਤਿਆਰੀ ਦੋਨੋਂ ਅਲੱਗ-ਅਲੱਗ ਚੀਜ਼ਾਂ ਨੇ। ਚਰਚਾ ਬੜੀ ਲੰਬੀ ਹੁੰਦੀ ਰਹੀ ਹੈ। ਇੱਕ ਖੁਆਇਸ਼ ਜਾਂ ਇੱਕ ਜਦੋਂ ਵੀ ਜ਼ਿਕਰ ਆਉਂਦਾ ਹੈ ਪੰਜਾਬੀਆਂ ਦੀਆਂ ਜਾਂ ਪੰਜਾਬੀ ਲੀਡਰ ਵਾਸਤੇ ਤਾਂ ਹਮੇਸ਼ਾ ਹੀ ਲੋਕ ਇਹ ਕਹਿੰਦੇ ਆਏ ਨੇ ਕਿ ਹੁਣ ਕਿਤੇ ਨਾ ਕਿਤੇ ਜਾ ਕੇ ਪੰਜਾਬੀਆਂ ਦਾ ਕੁਝ ਸਵਰ ਜਾਏਗਾ ਜਾਂ ਵਾਕਈ ਇਹ ਅੱਖਾਂ ਦੀ ਚਮਕ ਜੋ ਹੈ ਉਹ ਕਿਸੇ ਨਾ ਕਿਸੇ ਦਿਨ ਆਪਣੇ ਲੀਡਰ ਨੂੰ ਦੇਖੇਗੀ ਜਦ ਖੁਦ ਮੁਖਤਿਆਰੀ ਵੀ ਪੰਜਾਬੀਆਂ ਨੂੰ ਕਦੇ ਮਿਲੇਗੀ। ਹੁਣ ਪੂਰੇ ਭਾਰਤ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਅਲੱਗ-ਅਲੱਗ ਸੂਬੇ ਵੀ ਕਹਿਣ ਲੱਗ ਪਏ ਨੇ ਕਿ ਸਾਨੂੰ ਸਾਡੇ ਸੂਬੇ ਦੇ ਅਧਿਕਾਰ ਮਿਲਣੇ ਚਾਹੀਦੇ ਨੇ। ਪੰਜਾਬ ਦੇ ਕੋਲ ਕਈ ਕੁਦਰਤੀ ਸਰੋਵਰ ਵੀ ਰਹਿ ਚੁੱਕੇ ਨੇ ਜਿਨ੍ਹਾਂ ਵਿੱਚੋਂ ਪਾਣੀ ਵੀ ਹੈਗਾ ਸੀ, ਹੋਰ ਵੀ ਬਹੁਤ ਕੁਝ ਹੈਗਾ ਸੀ, ਪਰ ਉਹ ਵੀ ਕੇਂਦਰ ਸਰਕਾਰ ਦੇ ਅਧੀਨ ਚਲੇ ਗਏ ਨੇ। ਖੇਤੀ ਕਾਨੂੰਨ ਆਏ ਨੇ ਉਹ ਵੀ ਕੇਂਦਰ ਸਰਕਾਰ ਦੇ ਅਧੀਨ ਚਲੇ ਗਏ ਨੇ ਜਦ ਕਿ ਮੁੱਦਾ ਉਹ ਰਾਜਾਂ ਦਾ ਸੀ। ਸਾਡੇ ਨਾਲ ਮੌਜੂਦ ਨੇ ਡਾਕਟਰ ਪੈਦਲ ਵਾਲਾ ਗਰਗ, ਆਪਾਂ ਉਹਨਾਂ ਕੋਲ ਜਾਣਾਂਗੇ, ਸ਼ੁਰੂਆਤ ਕਰਾਂਗੇ ਕਿ ਕਦੇ ਕੋਈ ਆਸ ਪੂਰੀ ਹੋਏਗੀ ਪੰਜਾਬੀਆਂ ਦੀ ਕਿ ਖੁਆਇਸ਼ ਦੇ ਵਿੱਚ ਹੀ ਜਿੰਦੇ ਰਹਿਣਗੇ। ਔਰ ਜਦੋਂ ਵੀ ਕੋਈ ਵਿਅਕਤੀ ਆਉਂਦਾ ਹੈ ਇੱਕ ਚਮਕ ਦਿਖਾਉਂਦਾ ਹੈ ਖੁਦ ਮੁਖਤਿਆਰੀ ਦੀ, ਉਸ ਤੋਂ ਬਾਅਦ ਉਹ ਵੀ ਪਲਟੀ ਮਾਰ ਜਾਂਦਾ ਹੈ। ਫਿਰ ਪੰਜਾਬੀ ਇਸ ਸਮੇਂ ਕੀ ਕਰਨ, ਕਿਹਨੂੰ ਲੱਭਣ ਔਰ ਕਿਸ ਦਾਅ 'ਤੇ ਜਾ ਕੇ ਕਹਿਣ ਕਿ ਸਾਨੂੰ ਇੱਕ ਲੀਡਰ ਜੋ ਹੈ ਵਧੀਆ ਬਣਾਉਣਾ ਚਾਹੀਦਾ। ਡਾਕਟਰ ਪੈਦਲ ਵਾਲਾ ਗਰਗ ਸਾਡੇ ਨਾਲ ਮੌਜੂਦ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਸਰ, ਮੇਰਾ ਪਹਿਲਾ ਸਵਾਲ ਇਹ ਹੈ ਕਿ ਕਾਫੀ ਲੰਮੇ ਸਮੇਂ ਤੋਂ ਤੁਸੀਂ ਵੀ ਪੰਜਾਬ ਨੂੰ ਦੇਖਦੇ ਆਏ ਹੋ, ਤੁਸੀਂ ਵੀ ਕਿਤਾਬਾਂ ਲਿਖਦੇ ਹੋ, ਪੜ੍ਹਦੇ ਹੋ। ਕਾਫੀ ਲੰਮੇ ਸਮੇਂ ਤੋਂ ਪੰਜਾਬੀਆਂ ਦੀ ਇੱਕ ਆਸ ਬਣੀ ਹੋਈ ਹੈ ਇੱਕ ਚੰਗੇ ਲੀਡਰ ਪੱਖੋਂ, ਇੱਕ ਖੁਦ ਮੁਖਤਿਆਰੀ ਵਜੋਂ ਵੀ ਖੁਦ ਮੁਖਤਿਆਰੀ ਵੀ ਪੰਜਾਬ ਨੂੰ ਚਾਹੀਦੀ ਹੈ। ਭਾਰਤ ਦੇ ਅਲੱਗ-ਅਲੱਗ ਜਗ੍ਹਾ 'ਤੇ ਵੀ ਹੁਣ ਆਵਾਜ਼ ਉੱਠਣੀ ਸ਼ੁਰੂ ਹੋ ਗਈ ਹੈ ਕਿ ਸਾਨੂੰ ਖੁਦ ਮੁਖਤਿਆਰੀ ਮਿਲਣੀ ਚਾਹੀਦੀ ਹੈ। ਜੇ ਗੱਲ ਪੰਜਾਬ ਦੀ ਕਰੀਏ, ਕੋਈ ਲੀਡਰ ਮਿਲੂਗਾ, ਕਦੀ ਖੁਆਇਸ਼ ਪੂਰੀ ਹੋਏਗੀ ਪੰਜਾਬੀਆਂ ਦੀ? ਦੇਖੋ, ਇੱਕ ਗੱਲ ਤਾਂ ਇਹ ਹੈ ਵੀ ਖੁਆਇਸ਼ ਠੀਕ ਹੈ, ਤੁਸੀਂ ਕਹੀ ਹੈ, ਇਹ ਤਾਂ ਜਿੱਦਾਂ ਦੀ ਆਜ਼ਾਦੀ ਦੀ ਲੜਾਈ ਸ਼ੁਰੂ ਹੋਈ ਸੀ ਉਦੋਂ ਦੀ ਸਾਡੀ ਖੁਆਇਸ਼ ਸੀ। ਅਤੇ ਖੁਆਇਸ਼ ਕੁਛ ਹੱਦ ਤੱਕ ਇਹ ਵੀ ਹੈ, ਜਦ ਕੈਬਨਿਟ ਮਿਸ਼ਨ ਸੀ ਉਹਨੇ ਇਹਦੇ 'ਚ ਕੁਛ ਨਾ ਕੁਛ ਇਸ ਤਰ੍ਹਾਂ ਲਿਖਿਆ ਸੀ ਜਿਹਨਾਂ ਉਹ ਪੂਰੀ ਹੋ ਸਕਦੀ ਸੀ। ਪੰਡਿਤ ਜਵਾਹਰ ਲਾਲ ਨਹਿਰੂ ਦਾ ਜਿਹੜਾ ਰੈਜ਼ੋਲੂਸ਼ਨ ਸੀ ਕੌਂਸਟੀਚਿਊਂਟ ਅਸੈਂਬਲੀ ਯਾਨੀ ਕਿ ਸੰਵਿਧਾਨ ਘੜਨੀ ਸਭਾ ਦੇ ਵਿੱਚ, ਸਭ ਤੋਂ ਪਹਿਲਾਂ ਵੀ ਆਪਾਂ ਸੰਵਿਧਾਨ ਕਿੱਦਾਂ ਘੜਨਾ ਹੈ, ਉਹਦੇ ਵਿੱਚ ਵੀ ਕੁਛ ਨਾ ਕੁਛ ਇਹ ਸਾਡੀ ਉਮੀਦ ਪੂਰੀ ਹੁੰਦੀ ਸੀ। ਅਤੇ ਜਿਹੜਾ 1935 ਦੇ ਵਿੱਚ ਇੱਕ ਕਮਨਲ ਅਵਾਰਡ ਉਹਨੂੰ ਕਹਿੰਦੇ ਨੇ, ਅੰਗਰੇਜ਼ ਨੇ ਇੱਕ ਅਵਾਰਡ ਦਿੱਤਾ ਸੀ, ਇੱਥੇ ਇੱਕ ਟੈਂਪਰੇਰੀ ਸਰਕਾਰਾਂ ਬਣਦੀਆਂ ਸੀ, ਉਹਦੇ 'ਚ ਉਹਨਾਂ ਨੇ ਆਖਿਆ ਸੀ ਵੀ ਹਿੰਦੂਆਂ ਦੀਆਂ ਵੱਖਰੀਆਂ ਕੌਂਸਟੀਚੁਐਂਸੀਆਂ ਹੋਣਗੀਆਂ, ਹਿੰਦੂਆਂ ਨੂੰ ਹਿੰਦੂ ਵੋਟ ਪਾਉਣਗੇ, ਸਿੱਖਾਂ ਨੂੰ ਸਿੱਖ ਪਾਉਣਗੇ ਅਤੇ ਮੁਸਲਮਾਨਾਂ ਨੂੰ ਮੁਸਲਮਾਨ ਪਾਉਣਗੇ। ਉਹਦੇ 'ਚ ਪੰਜਾਬੀਆਂ ਵਾਲੀ ਗੱਲ ਨਹੀਂ ਸੀ, ਉਹਦੇ 'ਚ ਸਿੱਖਾਂ ਧਰਮ ਦੇ ਨਾਂ 'ਤੇ ਸੀ। ਸੋ ਉਦੋਂ ਵੋਟਾਂ ਪਈਆਂ ਵੀ, ਲੋਕ ਚੁਣੇ ਵੀ ਗਏ। ਸੋ ਜੇ ਤਾਂ ਸਿੱਖਾਂ ਦੇ ਤੌਰ 'ਤੇ ਮੈਂ ਕਹਾਂ, ਸਿੱਖਾਂ ਨੂੰ ਇੱਕ ਤੀਜੀ ਧਿਰ ਵੱਖਰੀ ਮੰਨਿਆ ਹੋਇਆ ਸੀ। ਅਤੇ ਉਹਦੇ ਵਿੱਚ ਜਿਹੜਾ ਸਾਡੇ ਸਮੱਸਿਆ ਆਉਂਦੀ ਰਹੀ ਹੈ ਆਜ਼ਾਦੀ ਦੀ ਲੜਾਈ ਤੋਂ ਬਾਅਦ, ਜਦ ਅਸੀਂ ਇੱਕ ਖੁਦ ਮੁਖਤਿਆਰੀ ਦੀ ਗੱਲ ਕਰਦੇ ਹਾਂ ਜਾਂ ਅਸੀਂ ਵੱਧ ਅਧਿਕਾਰਾਂ ਦੀ ਗੱਲ ਕਰਦੇ ਹਾਂ, ਦੋਨੇ ਵੱਖਰੀਆਂ ਵੱਖਰੀਆਂ ਚੀਜ਼ਾਂ ਨੇ। ਖੁਦ ਮੁਖਤਿਆਰੀ ਦਾ ਮਤਲਬ ਇਹ ਹੈ ਕਿ ਅਸੀਂ ਭਾਰਤ ਦਾ ਇੱਕ ਅੰਗ ਹੈਗੇ ਹਾਂ, ਪਰ ਅਸੀਂ ਇੰਡੀਪੈਂਡੈਂਟ ਆ ਆਪਣੇ ਸਾਰੇ ਉਸ 'ਚ, ਸਾਡਾ ਆਪਦਾ ਸੰਵਿਧਾਨ ਵੀ ਹੋ ਸਕਦਾ। ਜਿਵੇਂ ਜਿਹੜਾ ਸੀ ਜੰਮੂ ਕਸ਼ਮੀਰ, ਇਹ ਜ਼ਿਆਦਾ ਖੁਦ ਮੁਖਤਿਆਰ ਸੀ, ਇਹਦਾ ਆਪਦਾ ਸੰਵਿਧਾਨ ਹੁੰਦਾ ਸੀ, ਆਪਦਾ ਇਹਦਾ ਸਦਰ ਹੁੰਦਾ ਸੀ, ਪ੍ਰੈਜ਼ੀਡੈਂਟ ਦੇ ਬਰਾਬਰ ਦੀ ਪਾਵਰ ਦਾ। ਇਸੇ ਕਰਕੇ ਜਿੰਨਾ ਚਿਰ 370 ਨਹੀਂ ਤੋੜੀ ਉਹਨਾਂ ਚਿਰ ਕਾਨੂੰਨ 'ਚ ਲਿਖਿਆ ਹੁੰਦਾ ਸੀ ਕਿ ਵੀ ਇਹ ਜੰਮੂ ਕਸ਼ਮੀਰ 'ਚ ਲਾਗੂ ਨਹੀਂ ਹੋਏਗਾ, ਹੋਰ ਸਭ ਜਗ੍ਹਾ 'ਤੇ ਲਾਗੂ ਹੋਏਗਾ, ਕਿਉਂਕਿ ਉਹ ਆਪਦਾ ਕਾਨੂੰਨ ਬਣਾ ਸਕਦੇ ਸੀ, ਭਾਵੇਂ ਕਿ ਉਸੇ ਨੂੰ ਉਹ ਮੰਨ ਲੈਣ ਤਾਂ ਵੀ ਵੱਖਰੀ ਗੱਲ ਹੈ। ਸੋ ਖੁਦ ਮੁਖਤਿਆਰੀ ਤਾਂ ਹੁੰਦੀ ਹੈ ਇਹ ਕਿ ਅਸੀਂ ਹੈਗੇ ਭਾਰਤ ਦਾ ਹਿੱਸਾ, ਪਰ ਸਾਡਾ ਆਪਣਾ ਸੰਵਿਧਾਨ ਹੈ, ਇਹ ਖੁਦ ਮੁਖਤਿਆਰੀ ਹੈ। ਜਿਹੜੇ ਵੱਧ ਅਧਿਕਾਰਾਂ ਦਾ ਮਾਮਲਾ ਹੈ, ਜਿਹੜਾ ਅਨੰਦਪੁਰ ਸਾਹਿਬ ਦਾ ਰੈਜ਼ੋਲੂਸ਼ਨ ਹੈ, ਉਹ ਇਹ ਹੈ ਕਿ ਇੱਕ 1900 ਜਿਹੜਾ ਕੈਬਨਿਟ ਮਿਸ਼ਨ ਸੀ ਜਾਂ ਉਦੋਂ ਪਹਿਲਾਂ ਜਿਹੜੀ ਪਲਾਨ ਬਣੀ ਸੀ, ਉਹਦੇ ਵਿੱਚ ਇਹ ਬਣਿਆ ਸੀ ਜਿਹੜਾ ਸਾਡਾ ਸੰਵਿਧਾਨ ਹੈ, ਜੇ ਅਸੀਂ ਇਹਦੇ 'ਚ ਪੜ੍ਹੀਏ 3 ਸੂਚੀਆਂ ਨੇ ਅਧਿਕਾਰ ਕਿਹਦੇ ਨੇ। ਇੱਕ ਅਸੀਂ ਕਹਿੰਦਾ ਕੇਂਦਰ ਦੀ ਸੂਚੀ ਹੈ, ਇੱਕ ਸੂਬਿਆਂ ਦੀ ਹੈ, ਇੱਕ ਸਾਂਝੀ ਸੂਚੀ ਹੈ। ਇਹ ਜਿਹੜੀ ਕੋਈ ਇਹਨਾਂ ਨੇ ਆਪੇ ਨਵੀਂ ਨਹੀਂ ਬਣਾ ਲਈ, ਇਹ ਸੂਚੀਆਂ ਅੰਗਰੇਜ਼ ਵੇਲੇ ਬਣੀਆਂ ਹੋਈਆਂ ਸੀ ਵੀ ਕੇਂਦਰ ਕਿਹੜੇ ਕਿਹੜੇ ਕੰਮ ਕਰੇਗਾ, ਸੂਬੇ ਕਿਹੜੇ ਕਰਨਗੇ। ਫਿਰ ਇਹ ਹੌਲੀ ਹੌਲੀ ਜਿਹੜੇ ਸੂਬਿਆਂ ਦੇ ਅਧਿਕਾਰ ਸੀ ਉਹ ਸਾਂਝੀ ਸੂਚੀ 'ਚ ਪਾਈ ਗਏ 47 ਤੋਂ ਬਾਅਦ। 47 ਤੋਂ ਬਾਅਦ, ਹਾਂ, ਜਦ 51 'ਚ ਕੌਂਸਟੀਚਿਊਸ਼ਨ 50 'ਚ ਲਾਗੂ ਹੋ ਗਿਆ ਨਾ, 26 ਜਨਵਰੀ 1950 ਨੂੰ। ਉਦੋਂ ਬਾਅਦ ਇਹ ਖਿੱਚ ਕੇ ਜਿਹੜਾ ਵੀ ਸੂਬੇ ਦਾ ਅਧਿਕਾਰ ਸੀ ਉਹਨੂੰ ਕੇਂਦਰ 'ਚ ਲਿਜਾਣ ਲੱਗ ਗਏ। ਹੁਣ ਉਹ ਬਿਨਾਂ ਰਜਾਈ ਕਾਨੂੰਨ ਕਰਨ ਲੱਗੇ। ਉਹ ਮੈਂ 2 ਗੱਲਾਂ ਵੱਖਰੀਆਂ ਦੱਸਾਂ। ਉਹ ਕੀ ਸੀ, ਇਹਨਾਂ ਨੇ 1986 'ਚ ਆ ਕੇ ਕਹਿਤਾ ਵੀ ਜਿਹੜੀ ਸਿੱਖਿਆ ਇਹ ਸਾਂਝੀ ਸੂਚੀ ਚਲੀ ਗਈ। ਪਹਿਲਾਂ ਸਿੱਖਿਆ ਸੂਬੇ ਦਾ ਅਧਿਕਾਰ ਸੀ,
ਸੂਬੇ ਦਾ ਅਧਿਕਾਰ ਦਾ ਮਤਲਬ ਜਿਹੜੇ ਮਰਜ਼ੀ ਅਸੀਂ ਸਿਲੇਬਸ ਲਾਈਏ, ਜਦ ਮਰਜ਼ੀ ਅਸੀਂ ਇਮਤਿਹਾਨ ਕਰੀਏ, ਜਿਹੋ ਜਿਹਾ ਮਰਜ਼ੀ ਅਸੀਂ ਬੋਰਡ ਬਣਾਈਏ, ਜਿਹੋ ਜਿਹੀ ਅਸੀਂ ਭਾਸ਼ਾ ਦੇ ਵਿੱਚ ਪੜ੍ਹਾਈ ਕਰਾਈਏ, ਇਹ ਸਾਡੀ ਮਰਜ਼ੀ ਹੈ। ਜਦੋਂ ਸਾਂਝੀ ਸੂਚੀ ਚਲੀ ਗਈ ਤਾਂ ਜੇ ਕੇਂਦਰ, ਸਾਂਝੀ ਸੂਚੀ ਦਾ ਰੂਲ ਇਹ ਹੈ ਵੀ ਜੇ ਕੇਂਦਰ ਕੋਈ ਕਾਨੂੰਨ ਬਣਾ ਦੇ ਤਾਂ ਸੂਬਾ ਉਹਦੇ ਉਲਟ ਨਹੀਂ ਬਣਾ ਸਕਦਾ। ਜੇ ਕੇਂਦਰ ਕੱਲ੍ਹ ਨੂੰ ਇੱਥੇ ਕਹਿ ਦੇ ਵੀ ਸਾਰੇ ਹਿੰਦੀ 'ਚ ਪੜ੍ਹਾਓਗੇ ਤਾਂ ਅਸੀਂ ਉਹਨੂੰ ਕਹਿ ਨਹੀਂ ਸਕਦੇ ਵੀ ਅਸੀਂ ਤਾਂ ਪੰਜਾਬੀ 'ਚ ਪੜ੍ਹਾਵਾਂਗੇ। ਇਹ ਪ੍ਰੋਬਲਮ ਹੈ। ਯਾਨੀ ਕਿ ਇੱਥੋਂ ਭਾਸ਼ਾ ਤਾਂ ਪਹਿਲਾਂ ਹੀ ਕੱਟੀ ਗਈ, ਭਾਸ਼ਾ ਦਾ ਅਟੈਕ ਇੱਥੇ ਹੀ ਹੋ ਗਿਆ। ਇੱਥੇ ਹੀ ਹੋ ਗਿਆ ਪੰਜਾਬੀ ਦੇ ਉੱਤੇ। ਹੁਣ ਜਿਹੜੀ ਨਵੀਂ ਐਜੂਕੇਸ਼ਨ ਨੀਤੀ ਆਈ ਹੈ, ਕੇਂਦਰ ਨੇ ਬਣਾਈ ਹੈ, ਕਿਉਂਕਿ ਉਸੇ ਦੇ ਅੰਡਰ ਬਣਾਈ ਹੈ। ਉਹ 'ਚ ਲਿਖਤਾ ਵੀ ਜਿੱਥੋਂ ਤੱਕ ਸੰਭਵ ਹੋਵੇ 5ਵੀਂ ਤੱਕ ਮਾਤ ਭਾਸ਼ਾ 'ਚ ਪੜ੍ਹਾਈ ਕਰਾਉਣੀ ਹੈ। ਜਾਣੀ ਕਿ 5ਵੀਂ ਤੋਂ ਵੱਧ ਕਰਾਉਣੀ ਹੀ ਨਹੀਂ, 5ਵੀਂ ਤੱਕ ਵੀ ਜੇ ਸੰਭਵ ਹੋਵੇ। ਕੋਈ ਕਹਿ ਦੂਗਾ ਜੀ ਮੈਨੂੰ ਤਾਂ ਸੰਭਵ ਹੀ ਨਹੀਂ। ਜਿਹੜੇ ਪੰਜਾਬੀ ਦੇ ਉਲਟ ਨੇ ਉਹ ਕਹਿ ਦੇਣਗੇ ਜੀ ਤਾਂ ਸੰਭਵ ਹੀ ਨਹੀਂ ਇੱਥੇ ਸਾਨੂੰ ਪੜ੍ਹਾਉਣਾ। ਤਾਂ ਪ੍ਰਾਈਵੇਟ ਸਕੂਲ ਜ਼ਿਆਦਾ ਨੇ, ਉਹਨਾਂ ਨੇ ਕਹਿ ਦੇਣਾ ਸੰਭਵ ਨਹੀਂ। RSS ਸਕੂਲਾਂ ਨੇ ਕਹਿਣਾ ਜੀ ਸਾਨੂੰ ਤਾਂ ਪੰਜਾਬੀ ਪੜ੍ਹਾਉਣਾ ਸੰਭਵ ਹੀ ਨਹੀਂ ਹੈ। ਉਹ ਤਾਂ ਅੱਜ ਵੀ ਪ੍ਰਧਾਨਚਾਰੀਆ ਆਚਾਰੀਆ ਕਹਿੰਦੇ ਨੇ। ਸੋ ਇਸ ਕਰਕੇ ਜੇ 5ਵੀਂ 'ਚ ਵੀ ਪੰਜਾਬੀ ਨਹੀਂ ਪੜ੍ਹਾਉਣੀ, ਫਿਰ ਪੜ੍ਹਾਉਣੀ ਕਾਹਦਾ, ਬੱਚੇ ਨੂੰ ਕੀ ਸਿੱਖਣਾ। ਸੋ ਉਹਦੇ ਵਿੱਚ ਸਾਂਝੀ ਸੂਚੀ 'ਚ ਜਦ ਲਿਜਾਈ ਗਿਆ, ਇੱਕ ਤਾਂ ਤਰੀਕਾ ਇਹ ਜਿਹੜਾ। ਦੂਜਾ ਹੁਣ ਆ ਜਦ ਜਿੱਦਾਂ ਦੀ BJP ਸਰਕਾਰ ਆਈ ਹੈ, ਪਿਛਲੀਆਂ ਵੀ ਕਰਦੀਆਂ ਸੀ, ਇਹਨੇ ਬਹੁਤ ਤੇਜ਼ੀ ਕਰ ਲਈ। ਇਹ ਪੁੱਛਦੇ ਨਹੀਂ, ਇਹ ਸਾਂਝੀ ਸੂਚੀ ਦਾ ਮਸਲਾ ਹੀ ਨਹੀਂ ਰੱਖਦੇ। ਇਹ ਚੱਕ ਕੇ ਆਪ ਹੀ ਕਾਨੂੰਨ ਬਣਾਈ ਜਾਂਦੇ ਨੇ। ਜੰਗਲਾਂ 'ਤੇ ਕਾਨੂੰਨ ਬਣਾਤਾ, ਚਿੱਠੀ ਕੱਢਤੀ ਵੀ ਜੰਗਲ 'ਤੇ ਜੋ ਕੇਂਦਰ ਫੈਸਲਾ ਕਰ ਦੇਗਾ ਸੂਬੇ ਉਹਨੂੰ ਰੋਕ ਨਹੀਂ ਸਕਦੇ, ਅਧਿਕਾਰ ਸੂਬਿਆਂ ਕੋਲ। ਖੇਤੀ 'ਤੇ ਕਾਨੂੰਨ ਬਣਾਤੇ, ਧੱਕੇ ਨਾਲ ਬਣਾਏ ਨੇ। ਕੋਈ ਸੰਵਿਧਾਨ ਇਹਨਾਂ ਨੂੰ ਇਜਾਜ਼ਤ ਹੀ ਨਹੀਂ ਦਿੰਦਾ, ਬਲਕਿ ਸੰਵਿਧਾਨ ਇਹਨਾਂ 'ਤੇ ਰੋਕ ਲਾਉਂਦਾ। ਰੋਕ ਕਿਵੇਂ ਲਾਉਂਦਾ ਹੈ? ਠੇਕਾ ਖੇਤੀ ਦੇ ਬਾਰੇ ਸਾਂਝੀ ਸੂਚੀ ਦੇ ਵਿੱਚ ਹੀ ਲਿਖਿਆ 7 ਨੰਬਰ ਮਾਤੇ ਕਿ ਸਾਰੇ ਠੇਕੇ ਕੇਂਦਰ ਵੀ ਦੇ ਸਕਦਾ, ਸੂਬਾ ਵੀ ਦੇ ਸਕਦਾ, ਪਰ ਖੇਤੀ ਦਾ ਠੇਕਾ ਨਹੀਂ ਦਿੱਤਾ ਜਾ ਸਕਦਾ। ਇਸ ਸੂਚੀ ਦੇ ਅੰਡਰ ਸਾਂਝੀ ਸੂਚੀ ਖੇਤੀ ਦਾ ਠੇਕਾ ਦਿੱਤਾ ਹੀ ਨਹੀਂ ਜਾ ਸਕਦਾ। ਇਹਨਾਂ ਨੇ ਸਾਂਝੀ ਸੂਚੀ 'ਚ ਕਾਨੂੰਨ ਬਣਾਤਾ ਚੱਕ ਕੇ, ਜਿਸ ਤਰ੍ਹਾਂ ਕਿ ਕਿਸਾਨ ਅੱਜ ਐਜੀਟੇਸ਼ਨ ਕਰ ਰਹੇ ਨੇ। ਠੀਕ ਹੈ। ਸੋ ਉਹ ਜਿਹੜੀ ਇਹ ਇੱਦਾਂ ਹੀ ਜਿਹੜਾ ਜ਼ਰੂਰੀ ਵਸਤਾਂ ਦਾ ਕਾਨੂੰਨ ਹੈ, ਉਹ ਕਾਨੂੰਨ ਬਣਾਇਆ ਤਾਂ ਸੰਵਿਧਾਨ ਘਾਟਨੀ ਸਭਾ ਨੇ ਪਹਿਲਾਂ 369 ਆਰਟੀਕਲ ਪਾਇਆ ਸੀ ਧਾਰਾ ਸੰਵਿਧਾਨ 'ਚ ਵੀ 5 ਸਾਲ ਕੇਂਦਰ ਸੂਬੇ ਦੇ ਅਧਿਕਾਰ ਜਿਹੜਾ ਐਕਸਰਸਾਈਜ਼ ਕਰੂਗਾ। ਪਰ ਇਹ ਕਰੂਗਾ ਇਸ ਵਾਸਤੇ ਕਿ ਜ਼ਖੀਰੇਬਾਜ਼ੀ ਰੋਕਣੀ ਹੈ, ਵੱਧਦੀਆਂ ਕੀਮਤਾਂ ਰੋਕਣੀਆਂ ਨੇ, ਲੋਕਾਂ ਨੂੰ ਅਨਾਜ ਉਪਲਬਧ ਹੋ ਜੇ। ਇਹਨਾਂ ਨੇ ਉਸੇ ਦੇ ਅੰਡਰ ਉਲਟਾ ਕਰਤਾ ਵੀ ਜਿੰਨੀ ਮਰਜ਼ੀ ਜ਼ਖੀਰੇਬਾਜ਼ੀ ਕਰ ਲਓ। ਉਹ ਤਾਂ ਇਹਨਾਂ ਨੂੰ ਅਧਿਕਾਰ ਹੀ ਨਹੀਂ ਮਿਲਿਆ ਸੀ। ਮੈਂ ਚੀਫ ਜਸਟਿਸ ਆਫ ਇੰਡੀਆ ਨੂੰ ਚਿੱਠੀ ਲਿਖੀ ਸੀ ਵੀ ਇਹ 3 ਕਾਨੂੰਨ ਇਹਨੇ ਗਲਤ ਬਣਾਏ ਨੇ। ਉਹਨਾਂ ਨੇ ਮੇਰੀ ਚਿੱਠੀ ਉਹ ਲੈ ਵੀ ਲਈ ਸੀ ਵੀ PIL 'ਚ ਦੇਖਾਂਗੇ, ਅਤੇ ਫਿਰ ਉਹ PIL ਦੇ ਫਿੱਟ ਨਹੀਂ ਸਮਝੀ ਉਹਨਾਂ ਨੇ। ਅਤੇ ਮੈਨੂੰ ਫਿਰ ਜਵਾਬ ਆ ਗਿਆ ਵੀ ਤੁਹਾਡੀ PIL ਦਾ ਕਮੇਟੀ ਨੇ ਅਪਰੂਵ ਨਹੀਂ ਕਰੀ। ਭੇਜਤੀ ਸੀ ਉਹਨਾਂ ਨੇ ਉਹ ਚਿੱਠੀ 'ਚ, ਮਾੜਾ ਮੋਟਾ ਦਮ ਸੀ। ਜੱਜ ਸਾਹਿਬ ਨੇ ਪੜ੍ਹ ਕੇ ਭੇਜੀ ਤਾਂ ਇਹਦਾ ਮਤਲਬ ਕੁਛ ਤਾਂ ਹੈਗਾ ਸੀ ਨਾ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਵੀ ਜਦ ਅਸੀਂ ਖੁਦ ਮੁਖਤਿਆਰੀ ਦੀ ਗੱਲ ਕਰਦੇ ਹਾਂ, ਜਦ ਅਸੀਂ ਵੱਧ ਅਧਿਕਾਰਾਂ ਦੀ ਗੱਲ ਕਰਦੇ ਹਾਂ, ਵੱਧ ਅਧਿਕਾਰ ਅਤੇ ਅਨੰਦਪੁਰ ਮੱਤੇ ਦੀ ਗੱਲ ਕਰਦੇ ਹਾਂ, ਤਿੰਨੇ ਚੀਜ਼ਾਂ ਵੱਖਰੀਆਂ ਵੱਖਰੀਆਂ ਨੇ। ਖੁਦ ਮੁਖਤਿਆਰੀ ਕੀ ਹੈ ਕਿ ਸਾਡਾ ਆਪਣਾ ਸੰਵਿਧਾਨ ਹੋਏਗਾ, ਅਸੀਂ ਭਾਰਤ ਦਾ ਅੰਗ ਹੋਵਾਂਗੇ, ਪਰ ਸੰਵਿਧਾਨ ਸਾਡਾ ਹੋਏਗਾ, ਫੌਜ ਨਹੀਂ ਅਸੀਂ ਰੱਖਾਂਗੇ, ਸੰਵਿਧਾਨ ਸਾਡਾ ਹੋਏਗਾ। ਜਦ ਅਸੀਂ ਕਹਿੰਦੇ ਹਾਂ ਵੀ ਅਨੰਦਪੁਰ ਦਾ ਮਤਾ, ਅਨੰਦਪੁਰ ਦਾ ਮਤਾ ਅਸੀਂ ਦੇ ਵਿੱਚ ਮੰਗ ਇਹ ਸੀ ਮੋਟੇ ਤੌਰ 'ਤੇ ਵੀ 4 ਮਹਿਕਮੇ ਤੁਹਾਡੇ ਕੋਲ ਰਹਿਣਗੇ। ਵਿਦੇਸ਼ਾਂ ਨਾਲ ਕਿਵੇਂ ਸੰਬੰਧ ਰੱਖਣੇ ਨੇ, ਫੋਰਨ ਜਾਨੀ ਕਿ ਜਿਹੜੇ ਹੈਗੇ ਨੇ ਰਿਲੇਸ਼ਨ, ਅਤੇ ਕਰੰਸੀ ਮੁਦਰਾ ਅਸੀਂ ਨਹੀਂ ਛਾਪਾਂਗੇ, ਸਾਡਾ ਸਿੱਕਾ ਨਹੀਂ ਹੋਏਗਾ, ਸਿੱਕਾ ਭਾਰਤ ਸਰਕਾਰ ਦਾ ਹੋਏਗਾ, ਫੌਜਾਂ ਅਤੇ ਆਪਣਾ ਰੇਲਵੇ। ਇਹ 4 ਮਹਿਕਮੇ ਕੇਂਦਰ ਕੋਲ ਹੋਣਗੇ, ਬਾਕੀ ਸਾਰੇ ਸਾਡੇ ਕੋਲ ਹੋਣਗੇ। ਠੀਕ ਹੈ। ਇਹ ਅਨੰਦਪੁਰ ਦੇ ਮਤੇ ਦਾ ਮੁੱਖ ਮੰਗ ਸੀ। ਇਸ ਤੋਂ ਬਾਅਦ ਜਦ ਅਸੀਂ ਵੱਧ ਅਧਿਕਾਰਾਂ ਦੀ ਗੱਲ ਕਰਦੇ ਹਾਂ, ਵੱਧ ਅਧਿਕਾਰ ਦੀ ਵਜ੍ਹਾ ਅਧਿਕਾਰਾਂ ਦੀ, ਪਹਿਲਾਂ ਸੰਵਿਧਾਨ 'ਚ ਜਿਹੜੇ ਸਾਨੂੰ ਅਧਿਕਾਰ ਮਿਲੇ ਹੋਏ ਸੀ ਵੀ ਉਹ ਨਾ ਖੋਹੇ ਜਾਣ, ਉਹਦੇ ਵਿੱਚ ਇਕੱਲੇ 4 ਮੁੱਦੇ ਨਹੀਂ, ਹੋਰ ਵੀ ਮੁੱਦੇ ਕੇਂਦਰ ਕੋਲ ਹੈਗੇ ਨੇ। ਅਤੇ ਪਰ ਹੌਲੀ ਹੌਲੀ ਉਹ ਕੇਂਦਰ ਸਾਡੇ ਤੋਂ ਖੋਹਦਾ ਗਿਆ। ਜਿਵੇਂ ਇਹਨਾਂ ਨੇ UAPA ਐਕਟ ਬਣਾਤਾ, ਉਹਦੇ ਅੰਡਰ ਹੁਣ ਆ ਕੇ ਕੋਈ ਵੀ ਦਿੱਲੀ ਦੀ ਏਜੰਸੀ ਸਾਡੇ ਕਿਸੇ ਪੁਲਿਸ ਅਫਸਰ ਨੂੰ ਦੱਸੇ ਤੋਂ ਬਿਨਾਂ, ਸਾਡੇ DGP ਨੂੰ ਦੱਸੇ ਤੋਂ ਬਿਨਾਂ ਜਿਹਨੂੰ ਮਰਜ਼ੀ ਆ ਕੇ ਕੈਦ ਕਰ ਲੇ, ਜਿਹਨੂੰ ਮਰਜ਼ੀ ਗ੍ਰਿਫਤਾਰ ਕਰ ਲੇ। ਇਹ ਤਾਂ ਫਿਰ ਜਾਤੀ ਹੋ ਗਈ ਨਾ, ਸੂਬੇ ਦਾ ਸਾਡਾ ਮਸਲਾ ਹੈ ਨਾ। ਇੱਦਾਂ ਹੀ ਲਾ ਐਂਡ ਆਰਡਰ ਹੈ, ਇੱਦਾਂ ਹੀ ਆ ਜਿਹੜਾ ਡਿਜ਼ਾਸਟਰ ਮੈਨੇਜਮੈਂਟ ਐਕਟ ਲਾ ਕੇ ਸਾਰੇ ਆਪਦੇ ਕੋਲ ਲੈ ਲਿਆ ਵੀ ਅਸੀਂ ਕਰਾਂਗੇ ਫੈਸਲਾ। ਇੱਦਾਂ ਹੀ ਜਿਹੜਾ ਐਪੀਡੈਮਿਕ ਐਕਟ ਹੈ ਉਹ ਵੀ ਸਾਰਾ ਹੀ ਆਪਦੇ ਕੋਲ ਲੈ ਲਿਆ। ਇੱਦਾਂ ਹੀ ਮੈਡੀਕਲ ਐਜੂਕੇਸ਼ਨ 'ਚ ਮੈਡੀਕਲ ਕਾਲਜ ਜੇ ਅੱਜ ਕੋਈ ਖੁੱਲ੍ਹਣਾ ਹੈ, ਜਿਹੜਾ ਇੱਥੇ ਡਾਕਟਰ ਅੰਬੇਦਕਰ ਕਾਲਜ ਖੁੱਲ੍ਹ ਰਿਹਾ ਹੈ ਮੋਹਾਲੀ 'ਚ, ਉਹਦੀ ਮਨਜ਼ੂਰੀ ਕੇਂਦਰ ਸਰਕਾਰ ਨੇ ਦੇਣੀ ਹੈ। ਉੱਥੇ ਕਲਾਸ ਨਹੀਂ ਉਹਨਾਂ ਚਿਰ ਚੱਲ ਸਕਦੀ ਜਿੰਨਾ ਚਿਰ ਕੇਂਦਰ ਸਰਕਾਰ ਨਹੀਂ ਕਹਿੰਦੀ ਵੀ ਹਾਂ ਇਹ ਠੀਕ ਹੈ। ਪੈਸੇ ਸਾਡੇ ਲੱਗਣੇ ਨੇ, ਪੈਸੇ ਸਾਡੇ ਲੱਗਣੇ ਨੇ, ਫੈਸਲਾ ਕਰੂ ਕੇਂਦਰ ਸਰਕਾਰ। ਨੋਰਮ ਉਹਨੇ ਤੈਅ ਕਰਨੇ ਨੇ। ਮੈਂ ਇੱਥੇ ਸੀਗਾ ਡਾਇਰੈਕਟੋਰੇਟ 'ਚ, ਮੈਂ ਚਿੱਠੀ ਲਿਖੀ, ਮੈਨੂੰ ਪੁੱਛਿਆ ਗਿਆ ਵੀ ਦੱਸੋ ਸਾਡੇ MP ਉੱਥੇ ਪਾਰਲੀਮੈਂਟ 'ਚ ਕੀ ਕਹਿਣ। ਮੈਂ ਕਿਹਾ ਉਹ ਇਹ ਕਹਿਣ ਕਿ ਜੀ ਤੈਅ ਤਾਂ ਤੁਸੀਂ ਕਰਦੇ ਹੋ ਸ਼ਰਤਾਂ, ਸਾਨੂੰ ਕਹਿੰਦੇ ਲਾਗੂ ਕਰੋ। ਜਾਂ ਤਾਂ ਸ਼ਰਤਾਂ ਵੀ ਅਸੀਂ ਆਪੇ ਤੈਅ ਕਰਾਂਗੇ, ਆਪੇ ਲਾਗੂ ਕਰਾਂਗੇ। ਜੇ ਤੁਸੀਂ ਸ਼ਰਤਾਂ ਤੈਅ ਕਰਨੀਆਂ ਫਿਰ ਪੈਸੇ ਦਿਆ ਕਰੋ ਉਹਨਾਂ ਨੂੰ ਲਾਗੂ ਕਰਨ ਵਾਸਤੇ। ਤੁਸੀਂ ਮਹਿੰਗਾ ਕੰਮ ਕਰ ਦਿੰਦੇ ਹੋ,
ਸਾਡੇ ਕੋਲ ਇੰਨੇ ਪੈਸੇ ਹੁੰਦੇ ਨਹੀਂ, ਫਿਰ ਤੁਸੀਂ ਸਾਡਾ ਪੜ੍ਹਾਈ ਨਹੀਂ ਹੋਣ ਦਿੰਦੇ, ਫਿਰ ਪ੍ਰਾਈਵੇਟ ਵੱਲ ਨੂੰ ਜਾਂਦੇ ਨੇ ਬੱਚੇ। ਸੋ ਸਾਨੂੰ ਆਪਦੀਆਂ ਆਪੇ ਤੈਅ ਕਰ ਰਹਿਣ ਦਿਓ। ਜੇ ਤੁਸੀਂ ਤੈਅ ਕਰਨੀਆਂ ਨੇ ਤਾਂ ਫਿਰ ਉਹਦੇ ਵਾਸਤੇ ਪੈਸੇ ਦਿਓ। ਤੁਸੀਂ ਔਖੀਆਂ ਸ਼ਰਤਾਂ ਤੱਕ ਵੀ ਇੰਨੀ ਐਡੀ ਬਿਲਡਿੰਗ ਹੋਵੇ ਜੀ, ਇੰਨਾ ਸਮਾਨ ਹੋਵੇ ਜੀ, ਹੋ ਸਕਦਾ ਸਾਨੂੰ ਉਹਦੀ ਲੋੜ ਨਾ ਲੱਗਦੀ ਹੋਵੇ। ਸੋ ਇਸ ਕਰਕੇ ਇਹ ਜਿਹੜਾ ਹੁਣ ਮਸਲਾ ਹੈ, ਹੁਣ ਅੱਜ ਦਾ ਜਿਹੜਾ ਤਾਜ਼ਾ ਮਸਲਾ ਹੈ ਉਹ ਇਹ ਹੈ ਕਿ ਸਾਡੇ ਜਿੰਨੇ ਵੀ ਅਧਿਕਾਰ ਨੇ, ਚਾਹੇ ਉਹ ਜੰਗਲ ਨੇ, ਆ ਰੋਡ ਟਰਾਂਸਪੋਰਟ ਦਾ, ਆ ਜਿਹੜੀ ਹੁਣ ਅੱਗੇ ਤੁਹਾਨੂੰ ਪਤਾ ਵੀ ਤੁਹਾਨੂੰ ਜਿਹੜਾ ਲਾਇਸੈਂਸ ਬਣਾਉਣਾ, ਡਰਾਈਵਿੰਗ ਲਾਇਸੈਂਸ ਤੇ ਆਰਸੀ ਬਣਾਉਣੀ ਹੈ, ਉਹ ਕੇਂਦਰ ਦਾ ਅਫਸਰ ਉਰੇ ਬੈਠ ਕੇ ਬਣਾਏਗਾ, ਤੁਸੀਂ ਨਹੀਂ ਬਣਾਓਗੇ, ਕੇਂਦਰ ਦਾ ਅਫਸਰ ਬਣਾਏਗਾ। ਹੁਣ ਤਾਂ ਆਪਣਾ SDM ਬਣਾਉਂਦਾ ਨਾ, ਜਾਂ ਜ਼ਿਲ੍ਹੇ ਤੇ DTO ਹੈ, ਫਿਰ ਕੇਂਦਰ ਦਾ ਅਫਸਰ ਬੈਠੇਗਾ ਉਰੇ। ਸੋ ਸਾਡਾ ਟੈਕਸ GST ਦੇ ਅੰਡਰ ਉਹ ਵੀ ਕੇਂਦਰ ਇਕੱਠਾ ਕਰਨ ਲੱਗਿਆ। ਹੁਣ ਜਵਾਬ ਦਿੱਤਾ ਕਿ ਅਸੀਂ ਤਾਂ ਪੈਸੇ ਨਹੀਂ ਦਿੰਦੇ, ਤੁਹਾਡੇ ਮੁੱਕਰ ਗਏ। ਜਿਵੇਂ ਇੰਨਾ ਤਾਂ ਕਦੇ ਕੋਈ ਸਧਾਰਨ ਬੰਜੋਤਾ ਨਹੀਂ ਮੁੱਕਰਦਾ ਜਿਵੇਂ ਸਰਕਾਰ ਮੁੱਕਰ ਗਈ। ਮੈਂ ਤਾਂ ਕਦੇ ਨਹੀਂ ਸੁਣਿਆ ਵੀ ਜਿਹੜਾ ਸਭ ਤੋਂ ਪੈਸੇ ਲਗਾ ਉਹ ਕਹਿੰਦੇ ਬਹੁਤ ਘੱਟ, 1000 ਚੋਂ ਇੱਕ ਜਿਹੜਾ ਕੋਈ ਲਾਲਾ, ਜਿਹੜਾ ਜ਼ੋਰ ਲਾਉਣਾ ਲਾਲਾ, ਮੈਂ ਨਹੀਂ ਦਿੰਦਾ। ਇਹ ਬਹੁਤ ਘੱਟ ਹੁੰਦੇ ਨੇ। ਕੇਂਦਰ ਨੇ ਤਾਂ ਕਹਿਤਾ ਸਰਕਾਰ ਨੂੰ, ਜਿਹਨੂੰ ਵੀ ਜਿਹੜਾ ਜ਼ੋਰ ਲਾਉਣਾ ਲਾ ਲਓ, ਅਸੀਂ ਨਹੀਂ ਦਿੰਦੇ। ਇਦੋਂ ਵੱਡਾ ਜਾਤੀ ਹੋ ਸਕਦੀ, ਕਿਉਂਕਿ ਸਾਡਾ ਪੈਸਾ ਉਹ ਲੈਣ ਲੱਗ ਗਏ। ਪੈਸਾ ਉਹਨਾਂ ਨੇ ਲੈ ਲਿਆ, ਜੰਗਲ ਉਹਨਾਂ ਨੇ ਲੈ ਲਏ, ਸੜਕਾਂ ਉਹਨਾਂ ਨੇ ਲੈ ਲਈਆਂ, ਪਾਣੀ ਦੇ ਉੱਤੇ ਕਾਨੂੰਨ ਬਣਾਤਾ। ਪਾਣੀ ਉਹਨਾਂ ਦੇ, ਟਿਊਬਵੈਲ ਇੱਥੇ ਲੱਗਣਾ ਨਹੀਂ ਲੱਗਣਾ ਕੇਂਦਰ ਡਿਸਾਈਡ ਕਰੇਗਾ। ਸਿਹਤ ਉਹਨਾਂ ਨੇ ਲੈ ਲਈ, ਸਿੱਖਿਆ ਉਹਨਾਂ ਨੇ ਲੈ ਲਈ, ਲਾਅ ਐਂਡ ਆਰਡਰ ਉਹਨਾਂ ਨੇ ਲੈ ਲਿਆ। ਅਤੇ ਸਾਡੇ ਕੋਲ ਰਹਿ ਕੀ ਗਿਆ ਇਹ ਤਾਂ ਦੱਸ ਦੇਣਾ। ਸਾਡੀ ਜ਼ਮੀਨ ਦੀ, ਖੇਤੀ ਦੀ, ਵਪਾਰ, ਉਹ ਉਹਨਾਂ ਨੇ ਲੈ ਲਿਆ। ਹਰ ਚੀਜ਼ ਦੇ ਉੱਤੇ ਉਹਨਾਂ ਨੇ ਸਿੱਧੇ ਜਾਂ ਟੇਢੇ ਢੰਗ ਨਾਲ ਇੰਨਾ ਕਬਜ਼ਾ ਕਰ ਲਿਆ ਕਿ ਇੱਥੇ ਆ ਕੇ ਜਿਹੜੀ ਮਰਜ਼ੀ ਦਖਲਅੰਦਾਜ਼ੀ ਕਰਦੇ ਨੇ। ਅਸੀਂ ਅੱਜ ਲੜਾਈ, ਪਹਿਲਾ ਪੜਾਅ ਲੜਾਈ ਦਾ ਇਹ ਹੈ ਕਿ ਸਾਨੂੰ ਉਹ ਅਧਿਕਾਰ ਸਾਡੇ ਵਾਪਸ ਦਿਓ ਜੋ ਸੰਵਿਧਾਨ 'ਚ ਮਿਲੇ ਹੋਏ ਨੇ। ਆਪਿਆ ਸੰਵਿਧਾਨ ਦੇਖ ਲਓ, ਸੰਵਿਧਾਨ 'ਚ ਜੋ ਅਧਿਕਾਰ ਮਿਲੇ ਹੋਏ ਨੇ ਸਾਡੇ, ਉਹ ਸਾਨੂੰ ਵਾਪਸ ਦਿਓ। ਤੁਸੀਂ ਧੱਕੇ ਨਾ ਕੋਈ ਨਹੀਂ। ਦੂਜਾ ਉਹਦਾ ਪਾਰਟ ਹੈ ਫਿਰ ਵੱਧ ਅਧਿਕਾਰਾਂ ਦਾ ਮਾਮਲਾ, ਵੀ ਸਾਨੂੰ ਉਦੋਂ ਵੱਧ ਦਿਓ। ਸਮਝ ਗਏ ਨਾ? ਜਦ ਅਸੀਂ ਵੱਧ ਅਧਿਕਾਰ ਮੰਗਦੇ ਹਾਂ, ਉਦੋਂ ਅੱਗੇ ਵੱਧ ਅਧਿਕਾਰ ਮੰਗਦੇ ਮੰਗਦੇ ਅਸੀਂ ਪਹੁੰਚਦੇ ਅਨੰਦਪੁਰ ਸਾਹਿਬ ਦੇ ਮਤੇ 'ਤੇ। ਅਨੰਦਪੁਰ ਸਾਹਿਬ ਦਾ ਮਤਾ ਉਹੀ ਹੈ ਜੋ ਕੈਬਨਿਟ ਮਿਸ਼ਨ ਨੇ ਕਿਹਾ ਸੀ, ਜੋ 1946 'ਚ ਪੰਡਿਤ ਜਵਾਹਰ ਲਾਲ ਨਹਿਰੂ ਜੀ ਦਾ ਮਤਾ ਸੀ, ਜਿਹੜਾ ਸੰਵਿਧਾਨ ਘੜਨੀ ਸਭਾ ਨੇ ਪਾਸ ਕਰਿਆ। ਉਹ 'ਚ ਸਿਰਫ ਇੱਕ ਮੈਂਬਰ ਸੀ, ਸ਼ਮਾ ਪ੍ਰਸਾਦ ਮੁਖਰਜੀ, ਜਿਨ੍ਹਾਂ ਨੇ ਕਿਹਾ ਵੀ ਸੂਬਿਆਂ ਕੋਲ ਇੰਨੀਆਂ ਤਾਕਤਾਂ ਨਹੀਂ ਚਾਹੀਦੀਆਂ, ਕੇਂਦਰ ਤਕੜਾ ਹੋਣਾ ਚਾਹੀਦਾ। ਸ਼ਮਾ ਪ੍ਰਸਾਦ ਮੁਖਰਜੀ RSS ਦਾ ਬੰਦਾ ਸੀ ਅਤੇ ਉਹਨੇ ਕਿਹਾ ਸੀ, ਬਾਕੀ ਕਿਸੇ ਨੇ ਨਹੀਂ ਕਿਹਾ। ਸ਼ਮਾ ਪ੍ਰਸਾਦ ਮੁਖਰਜੀ ਨੇ ਕਿਹਾ ਤਾਂ ਕਿਹਾ, ਉਹਨਾਂ ਦਾ ਆਪਦਾ ਵਿਚਾਰ ਹੈ, ਪਰ ਜਿਹੜਾ ਪਾਸ ਹੋਇਆ ਉਹ ਹੋਇਆ। ਸੋ ਅਨੰਦਪੁਰ ਦਾ ਮਤਾ ਕਿਉਂ ਕਿਹਾ ਜਾਂਦਾ? ਹੁਣ ਅਨੰਦਪੁਰ ਦਾ ਮਤਾ ਇਹ ਹੈ ਵੀ ਜਦ ਅਕਾਲੀ, ਜਦ ਕ੍ਰਾਈਸਿਸ, ਸੰਕਟ 'ਚ ਹੁੰਦੇ ਨਾ, ਉਦੋਂ ਇਹਨਾਂ ਨੂੰ ਯਾਦ ਆਉਂਦਾ ਪੰਜਾਬ ਦਾ। ਇਹ ਕੀ ਹੋਇਆ, 1966 'ਚ ਪੰਜਾਬ ਬਣ ਗਿਆ, ਨਵਾਂ ਪੰਜਾਬ ਜਿਹਨੂੰ ਆਪਾਂ ਕਹਿਣਾ, ਪੁਨਰਗਠਨ ਹੋ ਗਿਆ। ਇੱਥੇ ਸਰਕਾਰ ਬਣੀ, ਸਰਦਾਰ ਗੁਰਨਾਮ ਸਿੰਘ, ਜਸਟਿਸ ਗੁਰਨਾਮ ਸਿੰਘ ਸੀਗੇ ਉਹਦੇ, ਅਕਾਲੀ ਸਰਕਾਰ ਬਣੀ। ਜਸਟਿਸ ਗੁਰਨਾਮ ਸਿੰਘ ਮੁੱਖ ਮੰਤਰੀ ਸੀਗੇ, ਉਹਨਾਂ ਡਾਹਤਾ, ਫਿਰ ਦੁਬਾਰਾ ਬਣਾਤਾ। ਫਿਰ ਉਹਨਾਂ ਦਾ ਕਿੱਥੇ ਲਛਮਣ ਸਿੰਘ ਗਿੱਲ ਬਣ ਗਿਆ। ਉਦੋਂ ਬਾਅਦ ਕੁਛ ਦੇਰ ਬਾਦਲ ਸਾਹਿਬ ਬਣ ਗਏ, ਫਿਰ ਬਾਦਲ ਸਾਹਿਬ ਦੀ ਸਰਕਾਰ ਹਾਰ ਗਏ। ਇਹ ਗਿਆਨੀ ਜੈਲ ਸਿੰਘ ਆ ਗਏ ਚੋਣਾਂ 'ਚ, ਕਾਂਗਰਸ ਦੀ ਸਰਕਾਰ ਬਣ ਗਈ। ਇਹਨਾਂ ਨੇ ਨਾਲ ਦੀ ਨਾਲ ਅਨੰਦਪੁਰ ਦਾ ਮਤਾ ਬਣਾ, 72 'ਚ ਚੋਣਾਂ ਹਾਰੇ, 72 'ਚ ਹੀ ਇਹਨਾਂ ਨੇ ਅਨੰਦਪੁਰ ਦੇ ਮਤੇ ਵਾਸਤੇ ਕਮੇਟੀ ਬਣਾਤੀ ਦਸੰਬਰ 'ਚ, ਵੀ ਆਪਾਂ ਇਹ ਅਨੰਦਪੁਰ ਦਾ ਤਾਂ ਨਾ ਵੀ ਕਮੇਟੀ ਬਣਾਤੀ। ਫਿਰ ਉਹ ਮਤਾ ਜਿਹੜਾ ਸੀ 73 'ਚ ਪਾਸ ਕਰਤਾ ਇੱਥੇ ਅਨੰਦਪੁਰ ਬੈਠ ਕੇ। ਅਨੰਦਪੁਰ ਦਾ ਮਤਾ ਉਹਨੂੰ ਤਾਂ ਕਹਿੰਦੇ ਨੇ। ਵੈਸੇ ਉਹਦੇ 'ਚ ਕੋਈ ਆਡੋਕਾਰ ਗੱਲ ਨਹੀਂ, ਉਹ 'ਚ ਇਹ ਵੀ ਆ 4 ਮਹਿਕਮੇ ਤੁਸੀਂ ਆਪਦੇ ਕੋਲ ਰੱਖੋ, ਬਾਕੀ ਸਾਡੇ, ਅਸੀਂ ਆਪਦਾ ਆਪੇ ਕਰਾਂਗੇ। ਇਹ ਹੈ ਅਨੰਦਪੁਰ ਦਾ ਮਤਾ। ਫਿਰ ਇਹਨਾਂ ਨੇ, ਜਦ ਇਹਨਾਂ ਦੀ ਸਰਕਾਰ ਆ ਗਈ 78 'ਚ, 77 'ਚ ਸਰਕਾਰ ਆ ਗਈ, ਫਿਰ ਉਸੋਂ ਭੱਜ ਗਏ। ਫਿਰ ਇਹਨਾਂ ਨੇ ਕਿਹਾ ਅਸੀਂ ਇਹਦੀ ਵਿਆਖਿਆ ਕਰਦੇ ਹਾਂ ਨਾ, ਵਿਆਖਿਆ, ਇਹੀ ਫਰਕ ਹੈ, ਇਹੀ ਸ਼ਬਦਾਂ ਦਾ ਹੇਰ ਫੇਰ ਹੈ। ਜਦ ਲੋਕ ਸ਼ਬਦਾਂ ਦਾ ਹੇਰ ਫੇਰ ਕਰਕੇ ਆਮ ਲੋਕਾਂ ਨੂੰ, ਅਸੀਂ ਇਹਦੀ ਕਹਿੰਦੇ ਵਿਆਖਿਆ ਕਰਦੇ ਹਾਂ। ਵਿਆਖਿਆ ਕਰੀ ਲੁਧਿਆਣੇ ਜਾ ਕੇ, ਵਿਆਖਿਆ ਕਰਤੀ ਲੁਧਿਆਣੇ ਜਾ ਕੇ ਅਕਤੂਬਰ ਦੇ ਵਿੱਚ 1978 ਦੇ ਵਿੱਚ ਇਹ ਪਾਸ ਕਰਤਾ ਵੀ ਹੁਣ ਅਸੀਂ ਆਹ ਮੰਗਦੇ ਹਾਂ। ਮੋਟੇ ਤੌਰ 'ਤੇ ਗੱਲਾਂ ਉਹੀ ਸੀਗੀਆਂ, ਪਰ ਕੁਛ ਤਬਦੀਲੀਆਂ ਸੀ, ਵੀ ਥੋੜ੍ਹੇ ਘੱਟ ਮੰਗ ਲਿਆ। ਸੋ ਕਹਿਣ ਦਾ ਮੇਰਾ ਮਤਲਬ ਹੈ, ਪਰ ਉਹ ਉਦੋਂ ਬਾਅਦ ਇਹਨਾਂ ਦੀ ਸਰਕਾਰ ਟੁੱਟ ਗਈ। ਫਿਰ ਉਹ 'ਤੇ ਇਹ ਕਪੂਰੀ ਮੋਰਚਾ ਲਾਇਆ, ਫਿਰ ਆਪਾਂ ਨੂੰ ਸਾਰਾ ਕੁਛ ਭੁੱਲ ਗਿਆ। ਉਦੋਂ ਬਾਅਦ ਜਦ ਇਹਨਾਂ ਦੀ ਸਰਕਾਰ ਬਣ ਗਈ, ਫਿਰ ਸਾਰਾ ਕੁਛ ਭੁੱਲ ਗਏ। ਫਿਰ ਤਾਂ ਬਲਕਿ ਸੈਂਟਰ ਦੇ ਨਾਲ ਰਲ ਗਏ, ਫਿਰ ਤਾਂ ਹਾਂ ਕਹਿਣ ਲੱਗੇ ਹਰੇਕ ਗੱਲ 'ਚ। ਫਿਰ ਤਾਂ ਇੱਥੇ ਤੱਕ ਵੀ ਜੇ GST ਲੰਗਰ ਦੇ ਉੱਤੇ ਲੱਗਿਆ ਸੀ, ਉਹਨੂੰ ਪੰਗਤ ਦਾ ਸਿਧਾਂਤ ਤੋੜ ਕੇ ਕਹਿਤਾ ਵੀ ਹਾਂ ਜੀ ਇਹ ਤਾਂ ਖਰਚੀ ਭੋਜਨ ਹੈ। ਤੁਹਾਨੂੰ ਇਹ ਪਤਾ ਹੋਊਗਾ GST ਦੇ ਉੱਤੇ ਜਿਹੜੀ ਮਾਫੀ ਹੋਈ ਹੈ ਦਰਬਾਰ ਸਾਹਿਬ ਦੇ ਲੰਗਰ ਦੇ ਉੱਤੇ, ਉਹ ਖਰਚੀ ਭੋਜਨ ਕਹਿ ਕੇ ਹੋਈ ਹੈ, ਜਦ ਕਿ ਖਰਚੀ ਭੋਜਨ ਨਹੀਂ ਹੈ, ਇਹ ਤਾਂ ਪੰਗਤ ਹੈ। ਪੰਗਤ ਦਾ ਐਡਾ ਵੱਡਾ ਜਿਹੜਾ ਤੁਹਾਡਾ ਨਿਯਮ ਹੈ, ਜਿਹੜਾ ਐਡਾ ਵੱਡਾ ਸਿਧਾਂਤ ਹੈ, ਉਹਨੂੰ ਛੱਡਤਾ ਤੁਸੀਂ 2 ਕਰੋੜ ਰੁਪਏ ਵਾਸਤੇ।
2 ਕਰੋੜ ਰੁਪਇਆ ਤੁਸੀਂ 200 ਸਿੱਖਾਂ ਨੂੰ ਕਹੋ ਲੱਖ ਲੱਖ ਰੁਪਇਆ ਸਾਲ ਦਾ ਤੁਸੀਂ ਹਰ ਸਾਲ ਦੇਣਾ, ਉਹ ਦੇ ਦੇਣਗੇ। ਇਹ ਕੋਈ ਔਖਾ ਕੰਮ ਹੀ ਨਹੀਂ 2 ਕਰੋੜ ਰੁਪਇਆ ਇਕੱਠਾ ਕਰਨਾ, ਬਥੇਰੇ ਉਹ ਨੇ। ਸੋ ਇਸ ਕਰਕੇ ਜਦ ਅਸੀਂ ਆਪ ਹੀ ਹੁਣ ਫਿਰ ਇਹਨਾਂ ਨੇ ਕਿਹਾ, ਹੁਣ ਸ਼ਾਇਦ ਤੁਸੀਂ ਸੁਣਿਆ ਹੋਊਗਾ, ਪ੍ਰੇਮ ਸਿੰਘ ਚੰਦਰੂ ਮਾਜਰਾ ਜੀ ਦੇ ਅੰਡਰ ਇਹਨਾਂ ਨੇ ਇੱਕ ਕਮੇਟੀ ਬਣਾਈ ਸੀ ਵੱਧ ਅਧਿਕਾਰਾਂ ਦੀ, ਅਟੋਨਮੀ, ਸਟੇਟ ਅਟੋਨਮੀ ਅਤੇ ਸੈਂਟਰ ਸਟੇਟ ਰਿਲੇਸ਼ਨਸ਼ਿਪ ਵੀ ਕਹਿੰਦੇ ਨੇ, ਕੇਂਦਰ ਰਾਜ ਸੰਬੰਧਾਂ ਦੀ। ਉਹ ਕਮੇਟੀ ਕਿੱਧਰੇ ਹਵਾ 'ਚ ਉੜੀ ਹੋਈ ਹੈ, ਉਹਨੇ ਕੋਈ ਕੰਮ ਤਾਂ ਕਰਿਆ ਨਹੀਂ। ਕਿਉਂਕਿ ਥੱਲੇ ਇਹ ਕਦ ਮੂਵਮੈਂਟ ਹੋਣੀ ਹੈ, ਜਿਹੜਾ ਤੁਹਾਡਾ ਸਵਾਲ ਹੈ ਵੀ ਕੀ ਪੰਜਾਬ ਨੂੰ ਮਿਲੇਗਾ ਫਿਰ ਆਪਦਾ। ਹੁਣ ਤਾਂ ਬਾਕੀ ਸੂਬੇ ਵੀ ਮੰਗਦੇ ਨੇ। ਇਹਦੇ ਵਿੱਚ ਇੱਕ ਗੱਲ ਹੈ, ਜਿਹੜਾ ਕਿਸਾਨੀ ਅੰਦੋਲਨ ਹੈ ਇਹਨੇ ਬੜੀ ਕੇਂਦਰਤ ਕਰੀ ਹੈ ਗੱਲ। ਉਹ ਕੇਂਦਰ ਸਾਰੇ ਕਹੀ ਜਾਂਦੇ ਵੀ ਇਹਦੇ ਜੀ ਕੋਈ ਬਦਲਾਵਾ ਕਰਾ ਲਓ, ਇਹ ਫਲਾਣਾ ਕਰ ਲਓ, ਇਹ ਐਂ ਕਰ ਲਓ, ਐਂ ਕਰ ਲਓ, ਸਾਰੇ ਕਹਾਣੀਆਂ ਪਾਈ ਜਾਂਦੇ ਨੇ। ਉਹਨਾਂ ਦਾ ਸਵਾਲ ਇਹ ਹੈ ਕਿਸਾਨਾਂ ਦਾ, ਕਿਸਾਨ ਜਥੇਬੰਦੀਆਂ ਨੂੰ ਮੈਂ ਸਾਰੀਆਂ ਨੂੰ ਸੁਣਿਆ ਕਿ ਜੀ ਕੇਂਦਰ ਨੂੰ ਅਧਿਕਾਰ ਹੀ ਨਹੀਂ ਕਾਨੂੰਨ ਬਣਾਉਂਦਾ। ਸਾਡਾ ਤਾਂ ਝਗੜਾ ਇਹ ਹੈ ਵੀ ਤੁਸੀਂ ਬਣਾਏ ਕਿਉਂ ਨੇ, ਸਾਨੂੰ ਇਹ ਮਨਜ਼ੂਰ ਨਹੀਂ ਹੈਗੇ, ਕਿਸਾਨਾਂ ਨੂੰ, ਪੂਰੇ ਭਾਰਤ ਦੀ ਕਿਸਾਨੀ ਨੂੰ ਮਨਜ਼ੂਰ ਨਹੀਂ। ਪਾਵਰ ਤੁਹਾਡੇ ਕੋਲ ਹੈ ਨਹੀਂ, ਤੁਸੀਂ ਬਣਾਏ ਕਿਉਂ ਨੇ, ਤੁਸੀਂ ਇਹਨਾਂ ਨੂੰ ਰੱਦ ਕਰ ਦਿਓ। ਸਾਡਾ ਸੂਬਾ ਬਣਾਉਣਾ ਚਾਹੂ ਆਪੇ ਬਣਾ ਲੂਗਾ, ਅਸੀਂ ਆਪੇ ਲੜਨਾਂਗੇ ਉਹਨਾਂ ਨਾਲ ਜੋ ਲੜਨਾ। ਤੁਸੀਂ ਦੱਸੋ ਕਿਉਂ ਬਣਾਏ ਨੇ। ਗੱਲ ਤਾਂ ਇੱਥੇ ਆ। ਹੁਣ ਝਗੜਾ ਹੈ, ਝਗੜਾ ਇਹ ਨਹੀਂ ਹੈ ਵੀ ਕਾਨੂੰਨ ਠੀਕ ਗਲਤ ਦਾ, ਹਾਲਾਂਕਿ ਕਾਨੂੰਨ ਤਾਂ ਗਲਤ ਹੈਗੇ ਨੇ, ਪਰ ਠੀਕ ਗਲਤ ਨਾਲੋਂ ਵੀ ਉੱਪਰ ਵੱਡਾ ਝਗੜਾ ਇਹ ਹੈ ਵੀ ਤੁਸੀਂ ਕਿਵੇਂ ਬਣਾਤੇ ਇਹ, ਤੁਹਾਨੂੰ ਤਾਂ ਅਧਿਕਾਰ ਹੀ ਨਹੀਂ ਹੈ। ਸੋ ਜਿੰਨਾ ਚਿਰ ਕੇਂਦਰ ਦੇ ਜਿਹੜੀ ਇੱਥੇ ਪੜ੍ਹਾਈ ਕੀ ਹੋਣੀ ਹੈ, MBBS 'ਚ ਡਾਕਟਰੀ ਕੀ ਪੜ੍ਹਾਈ ਕਰਨੀ ਹੈ, ਇਹ ਕੇਂਦਰ ਫੈਸਲਾ ਕਰਦਾ। ਹੁਣੀ ਮੈਂ ਡੀਨ ਮੈਡੀਕਲ ਫੈਕਲਟੀ ਪੰਜਾਬ ਯੂਨੀਵਰਸਿਟੀ ਦਾ ਸੀਗਾ, 1000 ਪੇਜ ਦਾ ਸਿਲੇਬਸ ਹੈ MBBS ਦਾ। ਉਹ ਮੀਟਿੰਗ 'ਚ ਆ ਗਿਆ ਮੇਰੇ ਸਾਹਮਣੇ, ਐਡਾ ਵੱਡਾ ਮੇਰੇ ਇੱਥੇ ਫੜਾ ਕੇ ਥੱਬਾ, ਕਿਉਂਕਿ ਮੈਂ ਮੀਟਿੰਗ ਚੇਅਰ ਕਰਨੀ। ਮੈਂ ਤਾਂ ਹੈਰਾਨ, ਮੈਂ ਤਾਂ ਕਦੇ ਐਡਾ ਇਸ ਤਰ੍ਹਾਂ ਦਾ ਸਿਲੇਬਸ ਨਹੀਂ ਦੇਖਿਆ ਜਿੱਦਾਂ ਦਾ ਸਿਲੇਬਸ ਜਿਹਾ ਬਣਾਤਾ। ਉਹਦੇ 'ਚ ਕੋਈ ਪੰਜਾਬ ਦੀ ਕੋਈ ਗੱਲ ਹੀ ਨਹੀਂ ਵੀ ਪੰਜਾਬ 'ਚ ਜਿਹੜੀਆਂ ਬਿਮਾਰੀਆਂ ਨੇ ਜਾਂ ਜਿਹੜੀਆਂ ਚੰਡੀਗੜ੍ਹ 'ਚ ਬਿਮਾਰੀਆਂ ਨੇ ਉਹਨਾਂ 'ਤੇ ਥੋੜ੍ਹਾ ਜ਼ਿਆਦਾ ਜ਼ੋਰ ਲਾਉਣਾ ਚਾਹੀਦਾ ਪੜ੍ਹਾਈ 'ਚ, ਤਾਂ ਕਿ ਉਹ ਤਾਂ ਛੇਤੀ ਦੇ, ਉਹ ਕੋਈ ਨਹੀਂ, ਸਾਰਿਆਂ ਨੂੰ ਬਰਾਬਰ ਕਹਿੰਦੇ ਮੈਂ ਵੀ ਕਰ ਲਈ ਜੇ ਭੇਡ ਵੀ ਕਰ ਲਈ। ਭਾਈ ਤੁਸੀਂ ਜੇ ਰੀਜਨ ਦੇ ਵਿੱਚ ਉਹੀ ਜੀ ਪੜ੍ਹਾਈ ਇੱਕ ਹੁੰਦੀ ਹੈ, ਪੜ੍ਹਾਈ 'ਚ ਹਮੇਸ਼ਾ 2 ਹਿੱਸੇ ਹੁੰਦੇ ਨੇ। ਇੱਕ ਹਿੱਸਾ ਹੁੰਦਾ ਹੈ ਨੈਸ਼ਨਲ ਅਤੇ ਇੰਟਰਨੈਸ਼ਨਲ, ਵੀ ਦੇਸ਼ ਦੇ ਵਿੱਚ ਕੀ ਹੋ ਰਿਹਾ, ਦੁਨੀਆ 'ਚ ਕੀ ਹੋ ਰਿਹਾ, ਇੱਕ ਉਹਦਾ ਗਿਆਨ ਪ੍ਰਾਪਤ ਕਰਨਾ। ਇੱਕ ਆਪਦੇ ਸੂਬੇ ਦਾ ਵੀ ਸਾਡੇ ਕੀ ਹੈ। ਜਿਹੜਾ ਸੂਬੇ ਦਾ ਗਿਆਨ ਜੇ ਤੁਹਾਡਾ ਨਹੀਂ ਹੈ, ਨੈਸ਼ਨਲ ਅਤੇ ਇੰਟਰਨੈਸ਼ਨਲ ਤੁਹਾਡਾ ਕੀ ਕਰੂਗਾ, ਤੁਹਾਨੂੰ ਕੰਮ ਤਾਂ ਸੂਬੇ 'ਚ ਕਰਨਾ ਬਹੁਤਿਆਂ ਨੇ। ਸੋ ਇਸ ਕਰਕੇ ਵੱਧ ਅਧਿਕਾਰਾਂ ਦਾ ਮਾਮਲਾ ਇਹ ਸਾਡੇ ਸੰਵਿਧਾਨ ਦਾ ਵੀ ਹਿੱਸਾ ਹੈ, ਇਹ ਸਾਡੀ ਆਜ਼ਾਦੀ ਦੀ ਲੜਾਈ ਦਾ ਵੀ ਹਿੱਸਾ ਸੀ, ਬਲਕਿ ਸਟੇਟ ਆਟੋਨਮੀ ਸੀ ਸਾਡੀ ਲੜਾਈ ਦਾ ਹਿੱਸਾ। ਇਸੇ ਕਰਕੇ ਭਾਰਤ ਦੇ ਸੰਵਿਧਾਨ ਦਾ ਪਹਿਲਾ ਸੈਂਟੈਂਸ ਲਿਖਿਆ, ਭਾਰਤ ਦੈਟ ਇਜ਼ ਇੰਡੀਆ ਇਜ਼ ਏ ਯੂਨੀਅਨ ਆਫ ਸਟੇਟਸ। ਭਾਰਤ ਹੈ ਜਿਹੜਾ ਇਹ ਸੂਬਿਆਂ ਦਾ ਇਕੱਠ ਹੈ, ਸੂਬਿਆਂ ਦਾ ਸੰਘ ਹੈ। ਭਾਰਤ ਸੰਘ ਦੇ ਵਿੱਚ ਸੂਬੇ ਨਹੀਂ ਸ਼ਾਮਲ, ਫਰਕ ਸਮਝੋ ਤੁਸੀਂ। ਭਾਰਤ ਸੰਘ ਦੇ ਵਿੱਚ ਸੂਬੇ ਸ਼ਾਮਲ ਨਹੀਂ ਹੈ, ਸੂਬਿਆਂ ਨੇ ਇਕੱਠੇ ਹੋ ਕੇ ਭਾਰਤ ਸੰਘ ਬਣਾਇਆ। ਇਹਦਾ ਮਤਲਬ ਸੂਬੇ ਵੱਡੇ ਹੋ ਗਏ ਨਾ, ਸੂਬੇ ਇਕਾਈਆਂ ਹੋ ਗਈਆਂ, ਉਹਦੇ ਹਿੱਸਾ ਨਹੀਂ ਹੈਗੇ, ਇਕਾਈਆਂ ਨੇ। ਸੋ ਇਸ ਨੂੰ ਆਪਣੇ ਆਪ 'ਚ ਇਹਨਾਂ ਨੇ ਬਿਲਕੁਲ ਤਹਿਸ਼ ਨਹਿਸ਼ ਕਰਿਆ। ਜਿੰਨੀਆਂ ਵੀ ਸਰਕਾਰਾਂ ਆਈਆਂ ਨੇ ਕੇਂਦਰ ਦੀਆਂ, ਉਹਦੇ 'ਚ ਪੰਜਾਬ ਨੂੰ ਖਾਸ ਕਰਕੇ ਟਾਰਗੇਟ ਬਣਾਇਆ ਗਿਆ ਹੈ। 2 ਗੱਲਾਂ ਕਰਕੇ ਚੁੱਭਦਾ ਵੀ ਪੰਜਾਬ ਨੂੰ ਤਾਂ ਹੀ ਹੈ। ਤੁਸੀਂ ਕਹੋਗੇ ਕਾਨੂੰਨ ਤਾਂ ਫਿਰ ਸਾਰੇ ਲਾਗੂ ਹੁੰਦਾ, ਪੰਜਾਬ ਨੂੰ ਕਿਵੇਂ ਟਾਰਗੇਟ ਬਣਾਤਾ, ਕੋਈ ਕਹਿ ਸਕਦਾ ਹੈ। ਸਵਾਲ ਇਹ ਹੈ ਵੀ ਕਾਨੂੰਨ ਬਣਾਇਆ ਤਾਂ ਪੰਜਾਬ ਨੂੰ ਟਾਰਗੇਟ ਕਰਕੇ ਜਾਂਦਾ ਹੈ, ਦੂਜਿਆਂ ਨੂੰ ਤਾਂ ਵਿਚਾਰਿਆਂ ਨੂੰ ਕਈਆਂ ਨੂੰ ਪਤਾ ਹੀ ਨਹੀਂ। MSP ਇੱਥੇ ਤਾਂ ਫਿਰ ਮਿਲਦੀ ਸੀ, ਹੁਣ ਕਿਸਾਨ ਅੰਦੋਲਨ 'ਚ ਪਤਾ ਲੱਗਿਆ ਬਾਕੀਆਂ ਨੂੰ ਵਿੱਚ MSP ਐਵੇਂ ਵੀ ਮਿਲ ਸਕਦੀ ਹੈ। ਸੋ ਉਹਨਾਂ ਨੂੰ ਵਿਚਾਰਿਆਂ ਨੂੰ ਨਹੀਂ ਪਤਾ ਹੁੰਦਾ, ਕਿਉਂਕਿ ਉਹਨਾਂ ਨੂੰ ਬੈਕਵਰਡ ਰੱਖਿਆ ਹੋਇਆ ਬਹੁਤ ਨੂੰ। ਪੰਜਾਬ ਫਿਰ ਐਡਵਾਂਸ ਸੀ, ਐਡਵਾਂਸ ਥਾਟ ਪ੍ਰੋਸੈਸ ਹੋਣ ਕਰਕੇ ਪੰਜਾਬ ਦੇ ਵਿੱਚ ਪੰਜਾਬ ਨੂੰ ਛੇਤੀ ਗੱਲ ਪਤਾ ਲੱਗਦੀ ਸੀ। ਸਰ ਮੈਂ ਹੁਣ ਤੁਸੀਂ ਅਨੰਦਪੁਰ ਸਾਹਿਬ ਮਤੇ ਦੀ ਗੱਲ ਕੀਤੀ, ਕਾਫੀ ਵੱਡੀ ਵਿਆਖਿਆ ਕਰਕੇ ਤੁਸੀਂ ਸਮਝਾਇਆ। ਸਵਾਲ ਇਹ ਆਉਂਦਾ ਕਿ 1978 ਵਿੱਚ ਜੇ ਵਿਆਖਿਆ ਹੋਈ ਸੀ ਲੁਧਿਆਣੇ ਦੇ ਵਿੱਚ, ਉਸ ਤੋਂ ਬਾਅਦ ਗੱਠਜੋੜ ਹੋ ਜਾਂਦਾ ਹੈ BJP ਦਾ ਅਤੇ ਅਕਾਲੀ ਦਲ ਦਾ, ਪਰ ਅਨੰਦਪੁਰ ਸਾਹਿਬ ਮਤੇ ਦੀ ਗੱਲ ਹੀ ਨਹੀਂ ਚੁੱਕੀ ਜਾਂਦੀ, ਸ਼ਾਇਦ ਭੁੱਲ ਜਾਂਦੇ ਨੇ। ਹੋ ਸਕਦਾ ਦੁਬਾਰਾ ਇਸ ਚੋਣਾਂ ਵਿੱਚ ਫਿਰ ਆ ਜਾਵੇ, ਕਿਉਂਕਿ ਹੁਣ ਤਾਂ ਗੱਠਜੋੜ ਦੀ ਸਰਕਾਰ ਨਹੀਂ ਰਹੀ, ਕਾਲੀ ਫਿਰ ਪਹੁੰਚਾ ਸਕਦੇ ਨੇ। ਤੁਸੀਂ ਜਿਵੇਂ ਕਹਿ ਦਿਓ ਕਿ ਚੰਦੂ ਮਾਜਰਾ ਨੇ ਵੀ ਕਮੇਟੀ ਇੱਕ ਬਣਾਈ, ਉਸ ਤੋਂ ਬਾਅਦ ਫਿਰ ਜਿਹੜੀ ਤਲਾਸ਼ ਦੀ ਮੈਂ ਜ਼ਿਕਰ ਕੀਤਾ ਸੀ, ਫਿਰ ਪੰਜਾਬ ਕਿੱਦਾਂ ਜਾਣਾ, ਪਾਣੀ ਇਹਨਾਂ ਨੇ ਖੋਲੇ, ਖੇਤੀ 'ਤੇ ਇਹ ਆ ਗਏ। ਹੁਣ ਤੁਸੀਂ ਕਹਿੰਦੇ ਡਰਾਈਵਿੰਗ ਲਾਇਸੈਂਸ ਤੱਕ ਵੀ ਇਹ ਹੁਣ ਕੇਂਦਰ ਸਰਕਾਰ ਤੈਅ ਕਰੂਗਾ ਵੀ ਕਿਹਦਾ ਬਣਨਾ ਕਿਹਦਾ ਨਹੀਂ ਬਣਨਾ। ਜੇ ਸਾਰਾ ਕੁਝ ਸੂਬੇ ਦਾ ਲੈ ਹੀ ਗਏ, ਫਿਰ ਜਦੋਂ ਬਗਾਵਤ ਹੁੰਦੀ ਹੈ ਫਿਰ ਉਹ ਕਹਿੰਦੇ ਨੇ ਕਿ ਪੰਜਾਬੀ ਬਾਗੀ ਹੋ ਗਏ। ਦੇਖੋ ਇਹ ਤਾਂ ਇਹਨਾਂ ਨੇ ਬਾਗੀ ਹੋਣ ਦੀ ਗੱਲ ਤਾਂ ਪੰਜਾਬ ਦੇ ਉੱਤੇ ਨਾ ਹਰੇਕ ਨੇ ਲਾਈ ਹੈ। ਜਦ ਤੁਹਾਨੂੰ ਮੈਂ ਇੱਕ ਉਦਾਹਰਨ ਦਿੰਦਾ, ਹੁਣ ਦੀ ਗੱਲ ਛੱਡੋ, ਇਹ ਤਾਂ ਬਹੁਤ ਹੀ ਜ਼ਿਆਦਾ ਸਖਤੀ ਕਰਦੇ ਨੇ। 1946 ਵਾਲਾ ਜਿਹੜਾ ਮੈਂ ਰੈਜ਼ੋਲੂਸ਼ਨ ਪੰਡਿਤ ਜਵਾਹਰ ਲਾਲ ਨਹਿਰੂ ਜੀ ਵਾਲਾ ਗੱਲ ਕਰਦਾ, ਉਦੋਂ ਬਾਅਦ ਜਦ ਸਿੱਖਾਂ ਨੇ ਫੈਸਲਾ ਕਰ ਲਿਆ ਵੀ ਚਲੋ ਅਸੀਂ ਵੱਖਰਾ ਦੇਸ਼ ਨਹੀਂ ਲੈਂਦੇ, ਪਾਕਿਸਤਾਨ ਤਾਂ ਬਣ ਹੀ ਗਿਆ, ਹਿੰਦੁਸਤਾਨ ਵੀ ਬਣ ਗਿਆ, ਤਾਂ ਮਾਸਟਰ ਤਾਰਾ ਸਿੰਘ ਨੇ ਇਹਨਾਂ ਨੂੰ ਗੱਲ ਕਰੀ ਪੰਡਿਤ ਨਹਿਰੂ ਨੂੰ ਵੀ ਆਪਾਂ ਉਹ ਫਿਰ
ਕਹਿੰਦੇ ਉਹ ਤਾਂ ਮਾਸਟਰ ਜੀ ਪਹਿਲਾਂ ਪੁਰਾਣੀ ਗੱਲ ਸੀ, ਉਹ ਤਾਂ ਭੁੱਲ ਜਾਓ ਹੁਣ। ਇਹ ਜਿਵੇਂ ਅਮਿਤ ਸ਼ਾਹ ਨੇ ਕਹਿਤਾ ਨਾ 15 ਲੱਖ, ਉਹ ਤਾਂ ਜੁਮਲਾ ਥਾ। ਪੰਡਿਤ ਨਹਿਰੂ ਨੇ ਵੀ ਜੁਮਲੇ ਬਣਾਇਆ ਸੀ ਇਹ ਜੀ ਚੀਜ਼ ਨੂੰ। ਸੋ ਕੇਂਦਰ ਨੇ ਕਦੇ ਵੀ ਪੰਜਾਬ ਦੇ ਜਿਹੜੇ ਰਾਈਟ ਸੀਗੇ ਉਹਨਾਂ ਨੂੰ ਦਿੱਤਾ ਨਹੀਂ। ਇੱਕ ਜ਼ਰੂਰ ਸੀ, ਪੰਜਾਬੀਆਂ ਨੇ ਕਿੱਥੇ ਗਲਤੀ ਕਰੀ ਹੈ। ਪੰਜਾਬੀਆਂ ਨੇ ਪੰਜਾਬੀ ਦੀ ਬਜਾਏ ਪੰਜਾਬੀਆਂ ਨੂੰ ਕਿਉਂਕਿ ਲੀਡ ਕਰ ਰਹੇ ਸੀ ਅਕਾਲੀ ਦਲ। ਅਕਾਲੀ ਦਲ ਦਾ ਏਮ ਇਹ ਸੀ ਵੀ ਸਿੱਖ ਮੈਜੋਰਟੀ ਸਟੇਟ ਬਣਾ ਲਈਏ ਅਤੇ ਅਸੀਂ ਸਿੱਖਾਂ ਦਾ ਰਾਜ ਹੋ ਜਾਏ। ਉਹ ਬਣੀ ਇਹਨਾਂ ਤੋਂ ਫਿਰ ਨਹੀਂ ਬਣੀ, ਫਿਰ ਵੀ ਨਹੀਂ। ਅੱਜ ਹੁਣ ਭੁੱਲ ਗਏ, ਬਾਕੀਆਂ ਨੂੰ ਭੁੱਲ ਗਏ। ਹਾਂ, ਅੱਜ ਵੀ ਜਲੰਧਰ, ਕਪੂਰਥਲਾ ਅਤੇ ਨਵਾਂ ਸ਼ਹਿਰ, ਉੱਥੇ ਹਿੰਦੂਆਂ ਦੀ ਪਾਪੂਲੇਸ਼ਨ ਥੋੜ੍ਹੀ ਜਿਹੀ ਵੱਧ ਹੈ। ਅਤੇ ਜਿੱਥੇ ਹੈਗੇ ਨੇ ਇਹ ਪਠਾਨਕੋਟ, ਹੁਸ਼ਿਆਰਪੁਰ, ਮੁਕੇਰੀਆਂ ਦਾ ਏਰੀਆ ਸਾਰਾ, ਇਹ ਸਾਰੇ ਏਰੀਏ 'ਚ ਹਿੰਦੂਆਂ ਦੀ ਵੱਧੀ ਜ਼ਿਆਦਾ ਹੈ। ਅਤੇ ਇੱਕ ਤਰਨਤਾਰਨ ਜ਼ਿਲ੍ਹਾ ਹੈ ਜਿੱਥੇ 90% ਸਿੱਖ ਨੇ, ਬਾਕੀ 10% ਹਿੰਦੂ ਨੇ। ਬਾਕੀ ਸਾਰੇ ਜ਼ਿਲ੍ਹਿਆਂ 'ਚ ਪਟਿਆਲਾ, ਸੰਗਰੂਰ 'ਚ 50, 55, 58 'ਤੇ ਹੈ। ਮਾਲਵੇ ਦੇ ਵਿੱਚ ਜ਼ਰੂਰ ਹੈ 60, 65, 70 ਤੱਕ। ਸੋ ਇਸ ਕਰਕੇ ਇਹਨਾਂ ਦਾ ਜਿਹੜਾ ਇਹ ਕਨਫਿਊਜ਼ਨ ਸੀ, ਉਹਦੇ 'ਚ ਇਹਨਾਂ ਨੇ ਬਹੁਤ ਕੁਛ ਗਵਾਇਆ। ਜਦ ਕਿ ਇਹ ਬਣਨਾ ਵੱਡਾ ਪੰਜਾਬ ਚਾਹੀਦਾ ਸੀ, ਕਿਉਂਕਿ ਜਿਹੜਾ ਹਰਿਆਣਾ ਉਹਦਾ ਸੱਭਿਆਚਾਰ ਕਾਫੀ ਹਿੱਸਾ ਸਾਡੇ ਨਾਲ ਮਿਲਦਾ ਜੁਲਦਾ ਹੈ। ਉਹਦੀ ਬੋਲੀ ਭਾਵੇਂ ਸਾਡੇ ਨਾਲ ਨਹੀਂ ਮਿਲਦੀ, ਹਰਿਆਣੇ ਸਾਡੇ ਵਾਲੀ ਸਮਝਦੇ ਨੇ, ਅਸੀਂ ਉਹਨਾਂ ਦੀ ਸਮਝਦੇ ਹਾਂ। ਖਿੱਤਾ ਸਾਡੀਆਂ ਫਸਲਾਂ ਵੀ ਤਕਰੀਬਨ ਉਹ ਜਿਹੀਆਂ ਨੇ। ਇਸੇ ਤਰ੍ਹਾਂ ਹੀ ਪਾਕਿਸਤਾਨ ਦੇ ਵਿੱਚ ਪੰਜਾਬੀ, ਉਹ ਤਾਂ ਬੋਲਦੇ ਵੀ ਪੰਜਾਬੀ ਸਾਡੇ ਨਾਲ ਵਧੀਆ ਵੀ ਬੋਲਦੇ ਨੇ, ਅਤੇ ਸਾਡਾ ਵਪਾਰ ਉਹਦੇ ਨਾਲ ਹੁੰਦਾ, ਪਾਕਿਸਤਾਨ ਨਾਲ ਖੁੱਲ੍ਹਦਾ ਰਸਤਾ, ਸਾਡਾ ਅਰਥਚਾਰਾ ਵਧੀਆ ਹੁੰਦਾ। ਹਰਿਆਣੇ ਵਾਲੇ ਵੀ ਜਾਂਦੇ, ਪੰਜਾਬ ਵਾਲੇ। ਹੁਣ ਅਸੀਂ ਕਰਾਚੀ ਰਾਹੀਂ ਵਪਾਰ ਕਰਦੇ ਹਾਂ। ਜੇ ਤਾਂ ਗੱਲ ਹੋਵੇ ਵੀ ਪਾਕਿਸਤਾਨ ਨਾਲ ਸਾਡੇ ਦੁਸ਼ਮਣੀ ਹੈ, ਫਿਰ ਤਾਂ ਕਰਾਚੀ ਰਾਹੀਂ ਵੀ ਵਪਾਰ ਨਹੀਂ ਨਾ ਹੋਣਾ ਚਾਹੀਦਾ। ਜੇ ਵਪਾਰ ਕਰਾਚੀ ਰਾਹੀਂ ਹੋ ਸਕਦਾ ਹੈ ਤਾਂ ਵਾਹਗਾ ਬਾਰਡਰ ਰਾਹੀਂ ਕਿਉਂ ਨਹੀਂ ਹੁੰਦਾ, ਸੁਲੇਮਾਨ ਕੀ ਰਾਹੀਂ ਕਿਉਂ ਨਹੀਂ ਹੁੰਦਾ? ਇਹ ਮੇਰਾ ਵੱਡਾ ਸਵਾਲ। ਹੁਸੈਨੀ ਵਾਲਾ ਦੇ ਰਾਹੀਂ ਕਿਉਂ ਨਹੀਂ ਹੁੰਦਾ? ਜੇ ਕਰਾਚੀ ਰਾਹੀਂ ਹੋ ਸਕਦਾ ਹੈ, ਪਾਕਿਸਤਾਨ ਤਾਂ ਉੱਡੀ ਦੁਸ਼ਮਣ ਹੈ, ਚੰਗਾ ਹੈ, ਮਾੜਾ ਹੈ, ਛੋਟਾ ਹੈ, ਬਹੁਤਾ ਹੈ। ਜੇ ਕਰਾਚੀ ਤੋਂ ਰਾਹੀਂ ਸਾਡਾ ਸਮਾਨ ਉਰੋਂ ਜਾ ਸਕਦਾ ਹੈ, ਅਤੇ ਫਿਰ ਇੱਥੋਂ ਕਿਉਂ ਨਹੀਂ ਸਿੱਧਾ ਜਾ ਸਕਦਾ? 35 ਮੀਲ ਦੇ ਉੱਤੇ ਹੈਗਾ ਲਾਹੌਰ। ਅਸੀਂ ਅੰਮ੍ਰਿਤਸਰ ਤੋਂ ਸਿੱਧਾ ਕਿਉਂ ਨਹੀਂ ਭੇਜ ਸਕਦੇ? ਅਸੀਂ ਫਿਰੋਜ਼ਪੁਰ ਤੋਂ ਕਿਉਂ ਨਹੀਂ ਭੇਜ ਸਕਦੇ? ਸਾਡੀ ਫਾਜ਼ਿਲਕਾ ਤੋਂ ਸਿੱਧੀ ਲਾਈਨ ਜਾਂਦੀ ਹੈ ਲਾਹੌਰ ਤੱਕ, ਕਿਉਂ ਨਹੀਂ ਜਾ ਸਕਦੀ? ਉਹਨੂੰ ਕਿਉਂ ਨਹੀਂ ਦੁਬਾਰਾ ਚਲਾਇਆ ਜਾਂਦਾ ਵੀ ਠੀਕ ਗੱਡੀ ਚਲਾ ਜਾਓ? ਸੋ ਇਹ ਜਿਹੜੇ ਸਾਡੇ ਸਵਾਲ ਨੇ, ਇਹ ਸਵਾਲ ਸਾਡੇ ਸਾਹਮਣੇ ਖੜ੍ਹੇ ਨੇ। ਇਹ ਸਵਾਲ ਜਿਹੜੇ ਨੇ ਇਹ ਖੁਦ ਮੁਖਤਿਆਰੀ ਦੇ ਨਾਲ ਜੁੜੇ ਹੋਏ ਨੇ, ਇਹ ਵੱਧ ਅਧਿਕਾਰਾਂ ਨਾਲ ਵੀ ਜੁੜੇ ਹੋਏ ਨੇ, ਇਹ ਸਟੇਟ ਆਟੋਨਮੀ ਨਾਲ ਵੀ ਜੁੜੇ ਹੋਏ ਨੇ। ਇਹ ਸਾਰੇ ਸਵਾਲਾਂ ਦਾ ਜਿਹੜਾ ਮਸਲਾ ਹੈ, ਦੁਖਾਂਤ ਇਹ ਹੈ, ਕਹਿੰਦਾ ਪੈਸਾ ਖੋਟਾ ਆਪਦਾ, ਬਾਣੀਆਂ ਨੂੰ ਕੀ ਦੋਸ਼। ਸਾਡੇ ਆਪਣੇ ਜਿਹੜੇ ਲੀਡਰ ਆਏ, ਉਹਨਾਂ ਦੀ ਸੋਚ ਬੜੀ ਤੰਗ ਰਹੀ। ਉਹ ਵਿਸ਼ਾਲ ਨਜ਼ਰੀਆ ਨਹੀਂ ਉਹਨਾਂ ਨੇ ਰੱਖਿਆ, ਪੰਜਾਬ ਦਾ ਨਜ਼ਰੀਆ ਨਹੀਂ ਰੱਖਿਆ। ਉਹਨਾਂ ਨੇ ਆਪਦੇ ਪਰਿਵਾਰ ਦਾ, ਆਪਦੀ ਪਾਰਟੀ ਦਾ, ਆਪਦੇ ਵਪਾਰ ਦਾ ਰੱਖਿਆ। ਇਸ ਕਰਕੇ ਉਹ ਜਦ ਤੱਕ ਪਾਵਰ 'ਚ ਨਹੀਂ ਹੁੰਦੇ ਨੇ, ਉਦੋਂ ਭੁੱਲ ਜਾਂਦੇ ਨੇ ਵੀ ਪੰਜਾਬ ਦੇ ਕੋਈ ਹੱਕ ਵੀ ਨੇ। ਜਿੱਦੇ ਪਾਵਰ ਤੋਂ ਬਾਹਰ ਹੁੰਦੇ ਨੇ, ਉੱਦੇ ਪੰਜਾਬ ਦੇ ਹੱਕ ਜ਼ਿਆਦਾ ਆ ਜਾਂਦੇ ਨੇ। ਇਹਦਾ ਮਤਲਬ ਇਹ ਕੋਈ ਇਮਾਨਦਾਰ ਵਾਲੀ ਪੋਜੀਸ਼ਨ ਨਹੀਂ ਹੈ। ਅੱਛਾ, ਮੈਂ ਹੁਣ ਤੁਹਾਨੂੰ ਇੱਕ ਸਵਾਲ ਕੀਤਾ ਸੀ, ਪੰਜਾਬੀਆਂ ਦੀ ਖੁਆਇਸ਼ ਪੂਰੀ ਨਹੀਂ ਹੁੰਦੀ ਲੀਡਰ ਪੱਖੋਂ, ਕਿ ਲੀਡਰਾਂ ਨੇ ਖੁਦ ਮੁਖਤਿਆਰੀ ਦੇ ਨਾਂ ਦੇ ਉੱਤੇ, ਚਾਹੇ ਅਨੰਦਪੁਰ ਸਾਹਿਬ ਮਤੇ ਦੀ ਵੀ ਗੱਲ ਕਰ ਲਓ, ਇਹਨਾਂ ਚੀਜ਼ਾਂ ਦੇ ਉੱਤੇ ਆਪਣੀ ਪਾਵਰ ਇੰਜੋਏ ਕੀਤੀ ਹੈ। ਜਦੋਂ ਪਾਵਰ ਵਿੱਚ ਹੁੰਦੇ ਨੇ, ਜਿਵੇਂ ਹੁਣ ਤੁਸੀਂ ਗੱਲ ਕਹਿ ਵੀ ਦਿਓ, ਉਦੋਂ ਪੰਜਾਬ ਦੇ ਹੱਕ ਯਾਦ ਨਹੀਂ ਰਹਿੰਦੇ, ਪੰਜਾਬ ਦੇ ਹੱਕ ਕਿਹੜੇ ਨੇ, ਜਦ ਕਿ ਸੈਂਟਰ ਸਰਕਾਰ ਦੇ ਦਬਾਅ ਪਾ ਕੇ ਹੱਕ ਦੀ ਗੱਲ ਕਰ ਵੀ ਸਕਦੇ ਨੇ। ਹੁਣ ਤਾਂ ਸਭ ਕੁਝ ਪੰਜਾਬ ਕੋਲ ਚਲਾ ਗਿਆ, ਸੂਬਿਆਂ ਕੋਲ ਸਭ ਕੁਝ ਜਾ ਰਿਹਾ। ਪੰਜਾਬ ਦੀ ਗੱਲ ਕਰ ਲਈਏ, ਬਾਕੀ ਸੂਬਿਆਂ ਦੀ ਵੀ ਗੱਲ ਕਰ ਲਈਏ, ਸਾਰੇ ਸੂਬੇ ਗਵਾ ਦੇ ਨੇ। ਜੇ ਤੁਸੀਂ ਕਹਿੰਦੇ ਹੋ ਸੰਵਿਧਾਨ ਦੇ ਵਿੱਚ ਲਿਖਿਆ ਵੀ ਸਾਰਿਆਂ ਦਾ ਸੰਘ ਜਿਹੜਾ ਹੈ ਭਾਰਤ ਹੈ, ਜਿਹੜੀ ਇਕੱਠੇ ਕਰ ਲਈ ਆਪਾਂ ਰਾਜਾਂ ਦਾ ਸੰਘ ਇੱਕ ਭਾਰਤ ਹੈ, ਫਿਰ ਸਭ ਕੁਝ ਤਾਂ ਚਲਾ ਹੀ ਗਿਆ। ਹੁਣ ਪੱਲੇ ਕੀ ਰਹਿ ਗਿਆ? ਜੇ ਹੁਣ ਰੌਲਾ ਪਾਉਣਗੇ, ਹੁਣ ਕੀ ਰੌਲਾ ਪਾਉਣ ਦਾ ਫਾਇਦਾ? ਉਦੋਂ ਕਰਵਾ ਲੈਂਦੇ ਆਪਦਾ ਜਾ ਕੇ ਉੱਥੇ। ਬਿਲਕੁਲ ਠੀਕ ਹੈ ਤੁਹਾਡੀ ਗੱਲ। ਮੈਂ ਕਹਿੰਦਾ ਗੱਲ ਕੋਈ ਕਹਿੰਦਾ ਹੀ ਨਹੀਂ। ਜਿੱਦੇ ਤੁਸੀਂ ਤਾਕਤ 'ਚੋਂ ਉੱਦੇ ਤੁਸੀਂ ਅਗਲੇ ਦੇ ਥੱਲੇ ਲੱਗੇ, ਉਹ ਤੁਹਾਨੂੰ ਹੋਰ ਥੱਲੇ ਲਾਉਣਗੇ। ਅਕਾਲੀਆਂ ਦਾ ਸਭ ਤੋਂ ਵੱਡਾ ਗੁਨਾਹ ਇਹ ਹੈ ਕਿ ਇਹ ਬੀਜੇਪੀ ਨੂੰ ਇਹਨਾਂ ਨੇ ਆਪਦੇ ਦੰਦ ਨਹੀਂ ਦਿਖਾਏ। ਰਹਿੰਦੇ ਬੀਜੇਪੀ ਨਾਲ, ਪਰ ਉਹਨੂੰ ਇਹ ਤਾਂ ਦੱਸਦੇ ਵੀ ਨਹੀਂ ਅਸੀਂ ਭਾਈ ਸਾਡੀ ਵੀ ਕੋਈ ਤਾਕਤ ਹੈ। ਇਹ ਜਮਾਂ ਹੀ ਥੱਲੇ ਲੱਗੇ, ਜਮਾਂ ਹੀ ਥੱਲੇ ਲੱਗੇ। ਅਗਲੇ ਹੋਰ ਚੇਪੀ ਗਏ ਇਹਨਾਂ ਨੂੰ। ਹੁਣ ਛੱਡਣਾ ਪੈ ਗਿਆ। ਪਹਿਲਾਂ ਕਾਨੂੰਨਾਂ ਦੇ ਉੱਤੇ ਹੱਕ 'ਚ ਬੋਲਦੇ ਰਹੇ, ਫਿਰ ਛੱਡਣਾ ਵੀ ਪੈ ਗਿਆ। ਹੁਣ ਇਹ ਅਨੰਦਪੁਰ ਦੇ ਮਤੇ ਦੀ ਗੱਲ ਕਰ ਰਹੇ ਨੇ। ਵੈਸੇ ਤਾਂ ਇਹਨਾਂ 'ਚ ਹਿੰਮਤ ਹੀ ਨਹੀਂ ਕਰਨ ਦੀ। ਹੁਣ ਇਹ ਐਵੇਂ ਡਿਪਟੀਆਂ ਪੁੱਪੜੀਆਂ ਜੋ ਮਰਜ਼ੀ ਕਰਨ, ਕਿਉਂਕਿ ਜੇ ਇਹਨਾਂ ਨੇ ਕਰਨੀ ਹੁੰਦੀ ਤਾਂ ਜਿੱਦੇ ਇਹਨਾਂ ਨੇ ਉਹਨੂੰ ਛੱਡਤਾ ਸੀ ਯੂਪੀਏ ਨੂੰ, ਪਹਿਲਾ ਕੰਮ ਇਹ ਆਪਦੇ ਥੱਲਿਓਂ ਸ਼ੁਰੂ ਕਰ ਦਿੰਦੇ, ਆਪਦੀਆਂ ਮੀਟਿੰਗਾਂ ਪਿੰਡਾਂ 'ਚੋਂ, ਜਾਂ ਸੂਬੇ 'ਚ ਕਨਵੈਨਸ਼ਨ ਕਰ ਲੈਂਦੇ ਆਪਦੇ ਅਕਾਲੀ ਦਲ ਦੀ। ਇਹਨਾਂ ਦਾ ਆਧਾਰ ਹੈਗਾ, ਇਹਨਾਂ ਕੋਲ ਬੰਦੇ ਵੀ ਹੈਗੇ ਨੇ, ਇਹਨਾਂ ਕੋਲ ਜਥੇਬੰਦੀ ਵੀ ਹੈਗੀ ਹੈ, ਪਰ ਇੰਟੈਂਸ਼ਨ ਨਹੀਂ, ਇਰਾਦਾ ਨਹੀਂ ਹੈ। ਸਵਾਲ ਕਰਨਗੇ ਨਾ 20 ਸਾਲ ਬਾਅਦ ਕੋਈ ਯਾਦ ਆ ਗਿਆ, ਲੋਕਾਂ ਨੇ ਫਿਰ ਸਵਾਲ, ਉਹ ਲੋਕਾਂ ਨੂੰ ਸਵਾਲਾਂ ਦਾ ਜਵਾਬ ਦੇਣਗੇ, ਦੇ ਸਕਦੇ ਨੇ ਜਵਾਬ, ਇਹੀ ਜੀ ਕੋਈ ਗੱਲ ਨਹੀਂ ਹੈ। ਪਰ ਇਹਨਾਂ ਦਾ ਇੰਟੈਂਸ਼ਨ ਨਹੀਂ ਹੈ, ਇਰਾਦਾ ਨਹੀਂ ਹੈ। ਜਦ ਤੱਕ ਤੁਹਾਡਾ ਇਰਾਦਾ ਨਹੀਂ, ਤੁਸੀਂ ਲੋਕਾਂ ਨੂੰ ਸੁੱਕੀ ਬੜੇ ਪਕਾਉਣਾ ਚਾਹੁੰਦੇ ਹੋ, ਉਹ ਨਹੀਂ ਚੱਲਣਾ। ਇਹਨਾਂ ਕੋਲੇ ਮੁੱਦਾ ਹੀ ਇੱਕ ਸੀ, ਬਲਕਿ ਅਕਾਲੀਆਂ ਕੋਲੇ ਦੁਬਾਰਾ ਆਪਣੇ ਆਪ ਨੂੰ ਖੜੇ ਕਰਨ ਦਾ ਹੋਰ ਵੱਡਾ ਮੁੱਦਾ ਬਣ ਹੀ ਨਹੀਂ ਸਕਦਾ। ਲੋਕ ਬਾਕੀ ਸਾਰੇ ਸਵਾਲ ਕਰ ਦੇਣਗੇ। ਬਰਗਾੜੀ ਮੋਰਚੇ 'ਤੇ ਇਹਨਾਂ ਦਾ ਕੋਈ, ਬਰਗਾੜੀ ਵਾਲੇ ਮਾਮਲੇ 'ਤੇ, ਬੇਅਦਬੀ ਮਾਮਲੇ 'ਤੇ ਇਹਨਾਂ ਕੋਲ ਕੋਈ ਜਵਾਬ ਨਹੀਂ। ਉਹ ਜਵਾਬ ਹੁਣ ਕਾਂਗਰਸ ਕੋਲ ਵੀ ਨਹੀਂ ਹੈ, ਆਪ ਵਾਲਿਆਂ ਦਾ ਕੋਈ ਉਹਦੇ 'ਚ ਉਹ ਹੀ ਨਹੀਂ ਹੈਗਾ। ਇਸੇ ਤਰ੍ਹਾਂ ਹੀ
ਬਾਕੀ ਇਸ਼ੂਜ਼ ਦੇ ਉੱਤੇ ਜੇ ਅਸੀਂ ਕਹੀਏ ਰੂਲਾਂ ਦੇ ਉੱਤੇ ਆ ਜਿਹੜੇ ਪਾਵਰ ਲੈ ਲਈ ਇਹਦੇ ਉੱਤੇ ਸਾਰੇ ਇੱਕੋ ਜਿਹੇ ਨੇ। ਸਵਾਲ ਇਹ ਹੈ ਹੁਣ ਇਹ ਪਾਵਰ ਮੰਗਣ ਦੀ ਗੱਲ ਕਰ ਸਕਦੇ ਸੀ, ਉਹਦੇ ਵਾਸਤੇ ਤਾਕਤ ਹੈਗੀ ਇਹਨਾਂ ਕੋਲੇ, ਇਹਨਾਂ ਨੇ ਉਹ ਵਰਤੀ ਨਹੀਂ। ਇਹ ਡਰੇ ਨੇ ਜਾਂ ਇਹਨਾਂ ਦੀਆਂ ਕੈਲਕੂਲੇਸ਼ਨਾਂ ਵੱਖਰੀਆਂ ਨੇ ਤਾਂ ਇਹ ਜਾਣਨ, ਇਹ ਤਾਂ ਕਾਲੀਆਂ ਨੂੰ ਪਤਾ ਹੈ ਨਾ। ਪਰ ਮੈਂ ਇਹ ਕਹਾਂਗਾ ਵੀ ਇਹਨਾਂ ਕੋਲ ਇੱਕ ਤਰੀਕਾ ਸੀ ਗੱਲ 'ਚ ਪੱਡੂ ਪਾ ਕੇ ਵੀ ਠੀਕ ਹੈ ਯਾਰ ਅਸੀਂ ਉਹ ਅਨੰਦਪੁਰ ਸਾਹਿਬ ਦਾ ਮਤਾ ਨਹੀਂ ਫੋਲੋ ਕਰ ਸਕੇ, ਜਦ ਕਿ ਸਾਨੂੰ ਉਦੋਂ ਵੀ ਕਰਨਾ ਚਾਹੀਦਾ ਸੀ। ਸਾਨੂੰ ਇਹ ਲੱਗਿਆ ਵੀ ਕੇਂਦਰ ਸਰਕਾਰ ਵੈਸੀ ਮੰਨ ਲਊਗੀ। ਹੁਣ ਸਾਨੂੰ ਆਖਰਕਾਰ ਪਤਾ ਲੱਗਿਆ ਵੀ ਕੇਂਦਰ ਸਾਡੀ ਗੱਲ ਸਾਨੂੰ ਖਰਾਬ ਹੀ ਕਰਦਾ। ਜਦ ਕੇਂਦਰ ਖਰਾਬ ਕਰਦੇ ਦਾ ਨਾਅਰਾ ਪੰਜਾਬ 'ਚ ਦਿੱਤਾ ਜਾਵੇ ਤਾਂ ਪੰਜਾਬੀ ਫਿਰ ਇਕੱਠੇ ਹੁੰਦੇ ਨੇ। ਇਹ ਤੁਹਾਨੂੰ ਮੈਂ ਦੱਸਦਾ, ਸਵਾਏ ਕੁਛ RSS ਦੇ ਬੰਦਿਆਂ ਦੇ ਸਾਰੇ ਪੰਜਾਬੀ 'ਚ ਹਿੰਦੂ ਵੀ ਨੇ, ਉਹ ਵੀ, ਕਿਉਂਕਿ ਹਿੰਦੂਆਂ ਦਾ ਵੀ ਤਾਂ ਵਪਾਰ ਹੋਣਾ। ਜੇ ਅੰਮ੍ਰਿਤਸਰ ਤੋਂ ਵਪਾਰ ਹੋਏਗਾ ਬਾਘਾ ਬਾਰਡਰ ਰਾਹੀਂ ਤੇ ਵਪਾਰੀ ਸਿੱਖ ਵੀ ਹੈ ਤੇ ਵਪਾਰੀ ਹਿੰਦੂ ਵੀ ਹੈ, ਵਪਾਰੀ ਤਾਂ ਨਹੀਂ ਨਾ ਵੰਡੇ ਹੋਏ। ਇੱਦਾਂ ਹੀ ਜੇ ਆੜਤ ਚੰਗੀ ਹੁੰਦੀ ਹੈ ਤੇ ਕਣਕ ਜਾਂਦੀ ਹੈ ਤੇ ਫਿਰ ਸਾਰੀਆਂ ਮੰਡੀਆਂ 'ਚ ਹਿੰਦੂ ਸਿੱਖ ਦੋਨੇ ਵਪਾਰੀ ਹੈਗੇ ਨੇ, ਤੁਹਾਨੂੰ ਪਤਾ ਹੀ ਹੈ। ਮੇਰਾ ਵੀ ਸਵਾਲ ਹੈ ਜਦੋਂ ਪੰਜਾਬ ਉੱਠਦਾ ਹੈ ਜੀ, ਚਲੋ ਤੁਹਾਡੀ ਇਸੇ ਗੱਲ ਨੂੰ ਲੈ ਲੈਂਦੇ ਆ, ਤੁਸੀਂ ਜਿਵੇਂ ਕਹਿ ਰਹੇ ਹੋ ਵੀ ਵਪਾਰ ਹੁੰਦਾ ਉਹ 'ਚ ਹਿੰਦੂ ਵੀ ਨੇ, ਉਹ 'ਚ ਸਿੱਖ ਵੀ ਨੇ, ਫਿਰ ਖਾਲਿਸਤਾਨ ਦਾ ਨਾਮ ਲੈ ਕੇ ਫਿਰ ਪੰਜਾਬ ਨੂੰ ਡਰਾਇਆ ਕਿਉਂ ਜਾਂਦਾ ਇੱਥੇ? ਜਾਂ ਖਾਲਿਸਤਾਨ ਦੇ ਨਾਂ ਦੇ ਉੱਤੇ ਜਦੋਂ ਪੰਜਾਬ ਖੜਾ ਹੁੰਦਾ ਉਸ ਸਮੇਂ ਨਾਮ ਲੈ ਆਉਂਦੇ ਨੇ ਤੇ ਉਸ ਤੋਂ ਬਾਅਦ ਬਦਨਾਮ ਕੀਤਾ ਜਾਂਦਾ ਪੰਜਾਬ ਨੂੰ। ਕਿਸਾਨੀ ਮੋਰਚੇ ਦਾ ਆਪਣੇ ਕੋਲ ਹੀ ਹੈ। ਨਾ ਉਹ ਤਾਂ ਕੇਂਦਰ ਲਿਆਉਂਦਾ। ਖਾਲਿਸਤਾਨ ਦਾ ਨਾਂ ਖਾਲਿਸਤਾਨ ਪੰਜਾਬ ਨੇ ਕਦੀ ਵੀ ਨਹੀਂ ਮੰਗਿਆ। ਈਵਨ ਪਹਿਲਾਂ ਨਹੀਂ ਮੰਗਿਆ ਸੀ। ਈਵਨ 84 ਦੇ ਵਿੱਚ ਤੁਸੀਂ ਕਿਤਾਬਾਂ ਪੜ੍ਹ ਕੇ ਦੇਖ ਲਿਓ, ਉਹਦੇ ਵਿੱਚ ਵੀ ਏਜੰਸੀਆਂ ਦਾ ਕੰਮ ਸੀ ਵੀ ਇਹਨੂੰ ਖਾਲਿਸਤਾਨ ਦਾ ਰੂਪ ਦਿੱਤਾ ਜਾਵੇ। ਉਦੋਂ ਵੀ ਉਹ ਧਰਮ ਯੁੱਧ ਮੋਰਚਾ ਸੀ, ਉਦੋਂ ਵੀ ਉਹ ਪਾਣੀ ਦਾ ਮੋਰਚਾ ਸੀ, ਉਦੋਂ ਵੀ ਉਹ ਅਧਿਕਾਰਾਂ ਦਾ ਮੋਰਚਾ ਸੀ। ਜਿਹੜਾ 1981 ਦੇ ਵਿੱਚ ਮੋਰਚਾ ਲੱਗਿਆ ਸੀ, ਪਹਿਲਾਂ ਉਹਦਾ ਨਾਂ ਸੀ ਕਪੂਰੀ ਮੋਰਚਾ, ਕਿਉਂਕਿ ਲੱਗਿਆ ਉਹ ਕਪੂਰੀ 'ਚ ਸੀ ਜਦ ਇੰਦਰਾ ਗਾਂਧੀ ਅਕਤੂਬਰ ਦੇ ਵਿੱਚ ਉੱਥੇ ਢੱਕ ਲਾਉਣ ਆਏ ਸੀਗੇ। ਅਤੇ ਉਸ ਤੋਂ ਬਾਅਦ ਅਕਤੂਬਰ 81 ਤੋਂ ਬਾਅਦ ਉਹ ਮੋਰਚਾ ਬਣ ਗਿਆ ਸੀ ਧਰਮ ਯੁੱਧ ਮੋਰਚਾ ਕਹਿਤਾ ਸੀ, ਜਦ ਇਹਨੂੰ ਉੱਥੇ ਲੈ ਗਏ ਸੀ ਮੰਜੀ ਸਾਹਿਬ ਗੁਰਦੁਆਰਾ 'ਚ। ਅਤੇ ਧਰਮ ਯੁੱਧ ਮੋਰਚਾ ਸੀ, ਉਹ ਪੰਜਾਬ ਦੇ ਹੱਕਾਂ ਦੀ ਮੰਗ ਸੀਗੀ, ਇਹ 'ਚ ਕੋਈ ਦੋ ਰਾਹ ਹੀ ਨਹੀਂ ਹੈ। ਖੁਦ ਮੁਖਤਿਆਰੀ ਦੀ ਫੈਡਰਲ ਦੀ ਗੱਲ ਨਹੀਂ, ਖੁਦ ਮੁਖਤਿਆਰੀ ਦੀ ਗੱਲ ਨਹੀਂ ਸੀ। ਉਹ ਅਨੰਦਪੁਰ ਦੇ ਮਤੇ ਦੀ ਗੱਲ ਸੀ। ਖੁਦ ਮੁਖਤਿਆਰੀ ਮੈਂ ਤੁਹਾਨੂੰ ਦੱਸਿਆ ਨਾ ਫਰਕ ਹੈ। ਖੁਦ ਮੁਖਤਿਆਰੀ ਤਾਂ ਚੀਜ਼ ਹੀ ਹੋਰ ਹੈ, ਉਹ ਤਾਂ ਮੰਗੀ ਨਹੀਂ ਕਦੇ ਇਹਨਾਂ ਨੇ, ਕਹਿੰਦੇ ਹੀ ਨੇ। ਮੈਨੂੰ ਲੱਗਦਾ ਇਹਨਾਂ ਨੇ ਬਹੁਤੀ ਉਹਦੀ ਐਕਸਪਲੇਨੇਸ਼ਨ ਵੀ ਨਹੀਂ ਪਤਾ। ਖੁਦ ਮੁਖਤਿਆਰੀ ਦਾ ਮਤਲਬ ਇਹ ਹੈ ਵੀ ਸੰਵਿਧਾਨ ਵੀ ਸਾਡਾ ਹੋਊਗਾ, ਅਸੀਂ ਤੁਹਾਡਾ ਹਿੱਸਾ ਹੈਗੇ ਹਾਂ ਪਰ ਸੰਵਿਧਾਨ ਸਾਡਾ ਹੋਊਗਾ, ਫੌਜਾਂ ਤੁਹਾਡੇ ਕੋਲ ਰਹਿਣਗੀਆਂ। ਗੱਲ ਸਮਝੀਏ ਨਾ। ਖੁਦ ਮੁਖਤਿਆਰੀ ਅਤੇ ਵੱਧ ਅਧਿਕਾਰਾਂ 'ਚ ਫਰਕ ਹੈ ਵੀ ਹੁਣ ਜਿਵੇਂ ਕਰੰਸੀ ਹੈ, ਕਰੰਸੀ ਜੰਮੂ 'ਚ ਤਾਂ ਕਰੰਸੀ ਭਾਰਤੀ ਹੋਈ ਚੱਲਦੀ ਸੀ ਨਾ, ਰੇਲਾਂ ਵੀ ਭਾਰਤੀ ਚੱਲਦੀਆਂ ਸੀ, ਫੌਜਾਂ ਵੀ ਭਾਰਤੀ ਦੀਆਂ ਹੀ ਸੀ, ਠੀਕ ਹੈ। ਅਤੇ ਉਹਦੇ ਵਿੱਚ ਫੋਰਨ ਰਿਲੇਸ਼ਨ ਵੀ ਭਾਰਤੀ ਕਰਦਾ ਸੀ, ਕੋਈ ਜੰਮੂ ਨਹੀਂ ਕਿਸੇ ਨਾਲ ਜਾ ਕੇ ਜੰਮੂ ਕਸ਼ਮੀਰ। ਪਰ ਜੰਮੂ ਕਸ਼ਮੀਰ ਦਾ ਸੰਵਿਧਾਨ ਆਪਦਾ ਸੀ। ਸਾਡੀ ਖੁਦ ਮੁਖਤਿਆਰੀ ਦਾ ਮਤਲਬ ਇਹ ਸੀ, ਸਾਡੇ ਜਿਹੜੇ ਵੱਧ ਅਧਿਕਾਰਾਂ ਦਾ ਮਤਲਬ ਇਹ ਸੀ ਵੀ ਸਾਡਾ ਸੰਵਿਧਾਨ ਨਹੀਂ ਹੈ, ਸੰਵਿਧਾਨ ਭਾਰਤ ਦਾ ਹੀ ਹੋਏਗਾ, ਅਸੀਂ ਉਹਦੇ ਵੀ ਦਿਨ ਮੰਗਦੇ ਸੀ। ਇਹ ਫਰਕ ਹੈ ਦੋਹਾਂ 'ਚ, ਇਹਨੂੰ ਸਮਝਣ ਦੀ ਲੋੜ ਹੈ। ਖੁਦ ਮੁਖਤਿਆਰੀ ਜਦ ਅਸੀਂ ਕਹਿੰਦੇ ਉਦੋਂ ਹੈ ਵੀ ਸੰਵਿਧਾਨ ਵੀ ਸਾਡਾ ਹੋਏਗਾ ਪਰ ਅਸੀਂ ਤੁਹਾਡਾ ਹਿੱਸਾ ਹੋਵਾਂਗੇ। ਅਨੰਦਪੁਰ ਸਾਹਿਬ ਮਤਲਬ 4 ਗੱਲਾਂ ਆ ਜਾਂਦੀਆਂ। ਹਾਂ, ਗੱਲਾਂ 4 ਨੇ ਪਰ ਸੰਵਿਧਾਨ ਨਹੀਂ ਹੋਏਗਾ ਸਾਡਾ, ਸੰਵਿਧਾਨ ਭਾਰਤ ਦਾ ਹੋਏਗਾ, ਆਹ ਫਰਕ ਹੈ। ਸੋ ਇਸ ਕਰਕੇ ਇਹ ਗੱਲ ਠੀਕ ਹੈ। ਖਾਲਿਸਤਾਨ ਦਾ ਮੁੱਦਾ ਕੌਣ ਉਠਾਉਂਦਾ? ਕੇਂਦਰ ਉਠਾਉਂਦਾ, ਉਹਦੀਆਂ ਏਜੰਸੀਆਂ ਉਠਾਉਂਦੀਆਂ ਨੇ। ਹੁਣ ਵੀ ਆ ਕਿਸਾਨ ਅੰਦੋਲਨ ਦਾ ਵਿੱਚ ਦੱਸੋ ਕਿਹੜਾ ਖਾਲਿਸਤਾਨ ਸੀ? ਇਹਨਾਂ ਨੇ ਆਪਦੇ ਬੰਦੇ ਬਾਲੇ, ਉਹਨਾਂ ਨੇ ਖਾਲਿਸਤਾਨ ਦੇ ਨਾਅਰੇ ਲਾਏ, ਉਹਨਾਂ ਨੇ ਕਿਹਾ ਕਲਾ ਵਰਤ ਗਈ, ਫਲਾਣਾ ਹੋ ਗਿਆ, ਇਹ ਹੋ ਗਿਆ। ਫਿਰ ਉਹ ਕਹਿੰਦੇ ਸੀ ਜੀ ਪੁਲਿਸ ਕੋਲ ਗਏ ਹੋਏ ਸੀ, ਅਸੀਂ ਤਾਂ ਪੁਲਿਸ ਦੀ ਮਦਦ ਕਰਨ ਗਏ ਸੀ। ਇੱਕ ਤਾਂ ਇਹ ਕਹਿੰਦਾ, ਦੂਜਾ ਲੁਕਿਆ ਹੀ ਫਿਰਦਾ, ਦੂਜੇ ਨੂੰ ਅਜੇ ਤੱਕ ਫੜਨ ਦੀ ਝਗੜਾ ਚੱਲੀ ਜਾ ਰਿਹਾ। ਤੁਸੀਂ ਮੈਨੂੰ ਦੱਸੋ ਕਿਹੜੀ ਯੂਥ, ਉਹ ਜਿੰਨਾ ਚਿਰ ਯੂਥ ਗਾਇਬ ਰਹੀ ਹੈ 26 ਜਨਵਰੀ ਤੋਂ ਬਾਅਦ ਇਹ ਗਾਇਬ ਹੀ ਰਹੇ ਨੇ, ਅਤੇ ਫਿਰ ਉਹ ਮੋਰਚਾ ਨਹੀਂ ਚੱਲਿਆ। ਇਹ ਤਾਂ ਕਹਿੰਦੇ ਇਹਨਾਂ ਨੇ ਲੱਤਾਂ ਜਾਣ ਨਹੀਂ, ਅਸੀਂ ਇਹਨਾਂ ਨੂੰ ਖੜੇ ਕਰਕੇ ਰੱਖਿਆ। ਇਹ ਆਪ ਤਾਂ ਭੱਜ ਗਏ ਸੀ, ਫਿਰ ਆਪ ਤਾਂ ਹੁਣ ਲੁਕੇ ਫਿਰਦੇ ਸੀ ਨਾ, ਅਤੇ ਫਿਰ ਉਹ ਜਾਣ ਕਿਹਨੇ ਪਾਈ ਉਹਨਾਂ ਲੱਤਾਂ 'ਚ? ਸੋ ਇਹ ਕੀ ਹੈ, ਕੇਂਦਰ ਦੀਆਂ ਏਜੰਸੀਆਂ ਦਾ ਇੱਕ ਡਿਫਾਈਨਡ ਤਰੀਕਾ ਹੈ। ਉਹ ਕਦੇ ਕਾਮਰੇਡ ਕਹਿ ਕੇ, ਕਿਉਂਕਿ RSS ਹੈ ਜਿਹੜਾ ਬੇਸਿਕਲੀ ਉਹ ਕਮਿਊਨਿਸਟਾਂ ਦੇ ਵੀ ਉਲਟ ਹੈ, ਉਹ ਸਿੱਖਾਂ ਦੇ ਵੀ ਉਲਟ ਹੈ। ਇਸ ਕਰਕੇ ਉਹ ਕਦੇ ਇਹਨੂੰ ਖਾਲਿਸਤਾਨ ਦਾ ਨਾਅਰਾ ਦੇਗਾ, ਕਦੇ ਅੱਤਵਾਦੀਆਂ ਦਾ ਨਾਅਰਾ ਦੇਗਾ, ਕਦੇ ਇਹਨਾਂ ਨੂੰ ਕਹੇਗਾ ਅਰਬਨ ਨਕਸਲਾਈਟ। ਇਹ ਜਮਹੂਰੀ ਅਧਿਕਾਰਾਂ ਦੇ ਉੱਤੇ ਹਮਲਾ ਕਰਦਾ ਕੇਂਦਰ। ਇੱਕ ਦੂਜੀ ਗੱਲ, ਸਿੱਖਾਂ ਨੂੰ ਅਤੇ ਪੰਜਾਬੀਆਂ ਨੂੰ ਕੇਂਦਰ ਡਰਦਾ ਇਹਨਾਂ ਤੋਂ, ਉਸ ਡਰ 'ਚੋਂ ਜ਼ਿਆਦਾ ਰੌਲਾ ਪਾਉਂਦਾ। ਇਹ ਉਸ ਡਰ 'ਚੋਂ ਪੰਜਾਬੀਆਂ ਨੂੰ ਦਬਾ ਕੇ ਰੱਖਣਾ ਚਾਹੁੰਦਾ, ਕਿਉਂਕਿ ਪੰਜਾਬੀ ਇੰਨੇ ਗੈਰਤਮੰਦ ਹੈਗੇ ਨੇ ਕਿ ਅੱਖ ਚੱਖ ਪਾ ਕੇ ਗੱਲ ਕਰ ਸਕਦੇ ਨੇ, ਕੁਰਬਾਨੀ ਕਰ ਸਕਦੇ ਨੇ। ਮੈਂ ਇਹ ਨਹੀਂ ਕਹਿੰਦਾ ਬਾਕੀ ਨਹੀਂ ਕਰ ਸਕਦੇ, ਪਰ ਪੰਜਾਬੀ ਜ਼ਿਆਦਾ ਬੋਲਦੇ ਨੇ ਇਸ ਮਾਮਲੇ 'ਚ। ਇਸ ਕਰਕੇ ਪੰਜਾਬੀਆਂ ਨੂੰ ਖਾਲਿਸਤਾਨ ਦਾ, ਇੱਥੋਂ ਦੇ ਹਿੰਦੂ ਨੂੰ ਹੁਣ ਕਿਉਂ ਖਾਲਿਸਤਾਨ ਦਾ ਨਾਅਰਾ ਦਿੱਤਾ ਜਾ ਰਿਹਾ? ਬਾਰ-ਬਾਰ ਬਰਗਾੜੀ ਮੋਰਚੇ ਦੀ ਗੱਲ ਹੋਰ ਸਾਰੇ ਕਿਉਂ ਉਠਾਈ ਜਾ ਰਹੀ ਹੈ? ਇਸ ਵਾਸਤੇ ਉਠਾਈ ਜਾ ਰਹੀ ਹੈ ਕਿ ਇੱਥੇ ਜਿਹੜਾ ਹਿੰਦੂ ਵੋਟ ਹੈ ਉਹ BJP ਲੈ ਜੇ। ਇਹ ਡਰਾ ਕੇ ਵੀ ਆਹ ਦੇਖ ਲਓ ਖਾਲਿਸਤਾਨ ਬਣ ਜਾਣਾ, ਤੁਹਾਨੂੰ ਮਾਰ ਦੇਣਾ ਇਹਨਾਂ ਨੇ। ਉਹ ਹਿੰਦੂਆਂ ਦੀ ਵੋਟ ਲੈ ਲਈ। ਦੂਜੇ ਪਾਸੇ ਦਲਿਤਾਂ ਨੂੰ ਕਹਤਾ ਵੀ ਤੁਹਾਡਾ ਅਸੀਂ ਬਣਾ ਦਾਂਗੇ ਮੁੱਖ ਮੰਤਰੀ, ਉਹ ਦਲਿਤਾਂ ਦੀ ਵੋਟ ਲੈਣੀ ਹੈ, ਅਰਦਾਸਾਂ ਕਰਾਉਣੀਆਂ, ਹੋਰ ਸਾਰਾ ਉਹਦੇ 'ਚ ਸ਼ਾਮਲ ਹੈ। ਕਹਿੰਦੇ ਨੇ ਜੇ ਉਹ ਰਾਮ ਰਹੀਮ ਜੀ ਇੰਨੇ ਉਹ ਨੇ ਜਿੱਦਾਂ ਵੀ ਜੋ ਵੀ ਹੈ, ਸਜ਼ਾ ਵੀ ਹੋਈ ਹੈ,
ਤੇ ਫਿਰ ਉਹਦੀਆਂ ਅਰਦਾਸਾਂ ਕਿਉਂ ਹੋ ਰਹੀਆਂ ਨੇ ਇਹਨਾਂ ਦੀ ਛਤਰ ਛਾਇਆ 'ਚ? ਫਿਰ ਬੀਜੇਪੀ ਦੇ ਲੀਡਰ ਉਹਦੀ ਸਪੋਰਟ ਕਿਉਂ ਕਰ ਰਹੇ ਨੇ ਅਰਦਾਸ ਦੀ? ਸਿੱਧਾ ਹੀ ਆ ਵੀ ਬੀਜੇਪੀ ਦੇ ਪਲਾਂਟਡ ਨੇ। ਸੰਪਲਾ ਜੇ ਜਾ ਕੇ ਕਰਦੇ ਨੇ, ਸੰਪਲਾ ਜੀ ਦਾ ਜਾਣਾ, ਉਹ ਲੜਕਾ ਜਿਹੜਾ ਹੈ ਉਹਦੇ ਘਰ ਵਾਲੀ ਦਾ ਆਉਣਾ, ਸੰਪਲਾ ਜੀ ਨੂੰ ਮਿਲਣਾ, ਅਤੇ ਇਹਨਾਂ ਦੇ ਵਕੀਲਾਂ ਦਾ ਉੱਥੇ ਖੜ੍ਹੇ ਹੋ ਕੇ ਅਪੋਜ਼ ਕਰਨਾ, ਸਾਰਾ ਕੁਛ ਕਰਨਾ ਉਸ ਮੁਕੱਦਮੇ ਨੂੰ, ਅਤੇ ਫਿਰ ਇਹ ਤੋਂ ਪਤਾ ਲੱਗਦਾ ਵੀ RSS ਦਾ ਪਲਾਂਟਡ ਹੈ। ਜਿਹੜਾ RSS ਹੈ ਉਹ ਮੈਂ ਕਿਉਂ ਕਹਿਣਾ, RSS ਇਜ਼ ਅਗੇਂਸਟ ਪੰਜਾਬੀ। RSS ਪੰਜਾਬ ਦੇ ਉਲਟ ਹੈ। ਪੰਜਾਬ ਨੂੰ ਖਤਮ ਕਰਨਾ ਚਾਹੁੰਦਾ ਹੈ RSS, ਪੰਜਾਬੀ ਨੂੰ ਖਤਮ ਕਰਨਾ ਚਾਹੁੰਦਾ ਹੈ, ਪੰਜਾਬੀ ਸੱਭਿਆਚਾਰ ਨੂੰ ਖਤਮ ਕਰਨਾ ਚਾਹੁੰਦਾ ਹੈ। ਇਹ ਮੈਂ ਜ਼ਿੰਮੇਵਾਰੀ ਨਾਲ ਕਹਿਣਾ। ਇਹਨਾਂ ਦੇ 100 ਸਕੂਲ ਚੱਲਦੇ ਨੇ। ਇਹ ਜਿਹੜੀਆਂ ਕਾਂਗਰਸ ਦੀਆਂ ਸਰਕਾਰਾਂ ਆਈਆਂ, ਕਾਲੀ BJP, ਇਹ ਕੀ ਕਰਦੀਆਂ ਸੀ? ਇਹਨਾਂ ਦੇ ਸਕੂਲਾਂ ਦੇ ਵਿੱਚ ਜਿੰਨਾ ਸਾਰੀ ਮਰਿਆਦਾ ਇਹ ਲਾਉਂਦੇ ਨੇ ਉਹ ਸਾਰੀ RSS ਦੀ ਲੱਗਦੀ ਹੈ। ਸਕੂਲ ਮਨਜ਼ੂਰ ਕਰੇ ਕੇਂਦਰ, ਪੰਜਾਬ ਸਰਕਾਰ, ਅਤੇ ਉਹ ਉੱਤੇ ਕਹਿੰਦੇ ਪ੍ਰਧਾਨਚਾਰੀਆ। ਤੁਸੀਂ ਸੁਣਿਆ ਕਦੇ ਹੈਡਮਾਸਟਰ ਨੂੰ ਪ੍ਰਧਾਨਚਾਰੀਆ ਕਹਿੰਦੇ ਆਪਦੀ ਜ਼ਿੰਦਗੀ 'ਚ? ਮੈਨੂੰ ਵੀ ਤਾਂ ਪਤਾ ਲੱਗਿਆ ਸੀ ਭਿੱਖੇ ਚਲੇ ਗਏ, ਭਿੱਖੇ ਇਹਨਾਂ ਦਾ ਇੱਕ ਸਕੂਲ ਚੱਲਦਾ, ਇਹ ਜੀ ਹਮਾਰੇ ਪ੍ਰਧਾਨਾਚਾਰੀਆ ਹੈ, ਇਹ ਹਮਾਰੇ ਆਚਾਰੀਆ ਹੈ। ਮੈਂ ਹੈਰਾਨ ਵੀ ਇੱਥੇ ਆ ਬੱਚੇ ਉੱਥੇ ਪਿੰਡਾਂ ਦੇ ਪੜ੍ਹਦੇ ਨੇ। ਸੋ ਇਹ ਪਿੰਡਾਂ ਦੇ ਬੱਚਿਆਂ ਜ਼ਹਿਰ ਘੋਲਦੇ ਨੇ, ਇਹ ਪੰਜਾਬੀ ਦੇ ਅਗੇਂਸਟ ਬੋਲਦੇ ਨੇ, ਇਹ ਪੰਜਾਬੀ ਸੱਭਿਆਚਾਰ ਨੂੰ ਖਰਾਬ ਕਰਦੇ ਨੇ, ਕਿਉਂਕਿ ਪੰਜਾਬੀ ਸੱਭਿਆਚਾਰ ਦੇ ਉਲਟ ਨੇ ਬੇਸਿਕਲੀ। ਪੰਜਾਬੀ ਸੱਭਿਆਚਾਰ 'ਚ ਕਿਉਂ? ਤੁਸੀਂ ਕਹੋਗੇ ਕੀ ਹੈ ਫਿਰ ਪੰਜਾਬੀ ਸੱਭਿਆਚਾਰ? ਇਹ ਕਿਉਂ ਉਲਟ ਨੇ? ਪੰਜਾਬੀ ਸੱਭਿਆਚਾਰ ਇਹ ਹੈ ਕਿ ਸਾਰੇ ਇਨਸਾਨ ਬਰਾਬਰ ਨੇ, ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ। ਜਾਤ ਕਾ ਗਰਬ ਨਾ ਕਰਿਓ ਕੋਈ, ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ। ਬ੍ਰਾਹਮਣ ਉਹ ਹੈ ਜਿਹੜਾ ਬ੍ਰਹਮ ਨੂੰ ਸਮਝੇਗਾ, ਨਹੀਂ ਹੈ ਹਮਕਤ ਤੁਮਕਤ ਬ੍ਰਾਹਮਣ ਹਮਕਤ ਸੂਦ, ਹਮਕਤ ਲੋਹੂ ਤੁਮਕਤ ਦੂਧ, ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤਾਂ ਆਣ ਬਾਟ ਕਾਹੇ ਨਹੀਂ ਆਇਆ। ਕਹਿੰਦਾ ਤੂੰ ਕਦੇ ਵਾਸਤੇ ਬ੍ਰਾਹਮਣ ਆਪਦੇ ਆਪ ਨੂੰ ਕਹਿੰਦਾ, ਮੈਂ ਕਿਵੇਂ ਸੂਦਰ ਹਾਂ? ਇਹ ਸਵਾਲ ਨੇ। ਇਹ ਪੰਜਾਬ ਦੇ ਸੱਭਿਆਚਾਰ ਦਾ ਹਿੱਸਾ ਹੈ। ਇਹ ਪੰਜਾਬ ਦੇ ਸੱਭਿਆਚਾਰ ਦਾ ਹਿੱਸਾ ਹੈ ਕਿ ਬੇਗਮਪੁਰਾ ਸ਼ਹਿਰ ਕੋ ਨਾਓ, ਨਾ ਤੈ ਦੂਖ ਅੰਦੋੜ ਠੌਰ ਨਾ ਠਾਓ। ਇਹੋ ਜਿਹਾ ਸ਼ਹਿਰ ਅਸੀਂ ਬਣਾਉਣਾ, ਨਾ ਤੈ ਤਸਵੀਸ ਖਰਾ ਜਮਾਲ, ਖੌਫ ਨਾ ਖਤਰ ਨਾ ਤਰਸ ਜਵਾਲ। ਅਸੀਂ ਇਹੋ ਜਿਹਾ ਸ਼ਹਿਰ ਚਾਹੁੰਦੇ ਹਾਂ ਜਿੱਥੇ ਕੋਈ ਕਿਸੇ ਨੂੰ ਡਰ ਨਹੀਂ ਹੈ, ਕੋਈ ਕਿਸੇ ਦਾ ਭੈ ਨਹੀਂ ਹੈ, ਕੋਈ ਕਿਸੇ ਦੇ ਤਰਸ ਦੇ ਉੱਤੇ ਨਹੀਂ ਜੀਵਨ ਜੀ ਰਿਹਾ ਹੈ। ਭੈ ਕਹੂ ਕੋ ਦੇਤ ਨਹੀਂ, ਨੈ ਭੈ ਮਾਨਤਾਨ। ਨਾ ਕਿਸੇ ਨੂੰ ਭੈ ਦੇਣਾ, ਨਾ ਕਿਸੇ ਦਾ ਭੈ ਮੰਨਣਾ। ਸੋ ਇਹ ਪੰਜਾਬੀ ਸੱਭਿਆਚਾਰ ਹੈ। ਇਹ ਪੰਜਾਬੀ ਸੱਭਿਆਚਾਰ ਹੈ ਰੋਟੀ ਬੇਟੀ ਦੀ ਸਾਂਝ ਹੈ। ਇਹ ਪੰਜਾਬੀ ਸੱਭਿਆਚਾਰ ਹੈ ਕੋਈ ਊਚ ਨੀਚ ਨਹੀਂ, ਸਭ ਬਰਾਬਰ ਨੇ। ਅਬਲਾ ਲੋ ਇੱਕ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਾ ਕੌਣ ਭਲੇ ਕੋ ਬੰਦੇ। ਇਹ ਪੰਜਾਬੀ ਸੱਭਿਆਚਾਰ ਹੈ। ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੇ ਬਾਹਰਾ ਜੀ, ਉਹ ਸਾਰੇ ਸਾਂਝੀ ਵਾਲ ਨੇ। ਇਹ ਪੰਜਾਬੀ ਸੱਭਿਆਚਾਰ ਹੈ। ਕਾਲ ਖਾਏ ਕੁਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਮਿਹਨਤ ਕਰਕੇ ਖਾਣਾ ਹੈ, ਲੁੱਟ ਕੇ ਨਹੀਂ ਖਾਣਾ। ਲੁੱਟ ਤੇ ਉਲਟ ਹੈ। ਸੋ ਇਸ ਕਰਕੇ ਇਹ ਜਿਹੜਾ RSS ਦੀ ਆਈਡੀਓਲੋਜੀ ਹੈ, ਇਹ ਟੋਟਲ ਸਾਡੇ ਸੱਭਿਆਚਾਰ ਦੇ ਉਲਟ ਹੈ, ਪੰਜਾਬੀ ਸੱਭਿਆਚਾਰ ਦੇ ਉਲਟ ਹੈ। ਕਿਉਂਕਿ ਇਹ ਕਹਿੰਦੇ ਨੇ ਇੱਥੇ ਜਾਤ ਪਾਤ ਹੈ। ਇਹ ਤਾਂ ਬ੍ਰਹਮਾ ਜੀ ਦੇ ਉਹ ਤੋਂ ਸਿਰ 'ਚੋਂ ਨਿਕਲੇ ਨੇ ਜੀ, ਇਹ ਪੇਟ 'ਚੋਂ ਨਿਕਲੇ ਨੇ ਜੀ, ਇਹ ਉਹਦੀਆਂ ਜੰਘਾਂ 'ਚੋਂ ਨਿਕਲੇ ਨੇ ਜੀ, ਉਹਦੀਆਂ ਬਾਹਾਂ 'ਚੋਂ ਨਿਕਲੇ ਨੇ ਜੀ। ਸੋ ਸ਼ੂਦਰਾਂ ਨੂੰ ਕਹਿ ਕੇ ਵੀ ਉਹਦੀਆਂ ਜੰਘਾਂ 'ਚੋਂ ਨਿਕਲੇ ਨੇ, ਅਤੇ ਇਸ ਕਰਕੇ ਤੁਸੀਂ ਭਾਈ ਆਪਣਾ ਝਾਫਾ ਜਿਹਾ ਬੰਨ੍ਹ ਕੇ ਤੁਰਿਆ ਕਰੋ। ਤੁਸੀਂ ਤਾਂ ਹੈ ਹੀ ਨੀਚ, ਤੁਹਾਨੂੰ ਤਾਂ ਪੜ੍ਹਨ ਦਾ ਵੀ ਅਧਿਕਾਰ ਨਹੀਂ, ਤੁਹਾਨੂੰ ਤਾਂ ਸਜ਼ਾ ਵੀ ਜ਼ਿਆਦਾ ਮਿਲਣੀ ਚਾਹੀਦੀ ਹੈ। ਔਰਤਾਂ ਨੂੰ ਇਸੇ ਤਰ੍ਹਾਂ ਨਹੀਂ, ਉਹਨੂੰ ਕਹਿੰਦੇ ਨੇ ਤਾਂ ਗੀਚੀ ਪਿੱਛੇ ਮੱਤ ਹੁੰਦੀ ਹੈ। ਔਰ ਕਿੰਨੇ ਜਿਹੜੇ ਪੁਰਾਣੇ ਇਹਨਾਂ ਦੇ ਲਿਖੇ ਹੋਏ ਨੇ ਉਹ ਪੜ੍ਹ ਕੇ ਦੇਖ ਲਓ। ਉਹ ਜਿਵੇਂ ਕਹਿੰਦੇ ਭੋਜਨ ਭਜਨ ਔਰ ਨਾਰੀ ਤਿੰਨੋਂ ਪਰਦੇ ਕੇ ਅਧਿਕਾਰੀ। ਕਿਉਂ ਬਈ ਔਰਤ ਕਿਉਂ ਪਰਦੇ ਦੀ ਅਧਿਕਾਰੀ ਹੈ ਬਈ? ਸੋ ਇਸ ਕਰਕੇ ਇਹਨਾਂ ਦਾ ਜਿਹੜਾ ਕੋਡ ਹੈ ਜਿਹਦੇ ਨਾਲ ਹੀ ਇਹ ਰਾਜ ਕਰਨਾ ਚਾਹੁੰਦੇ, ਉਹ ਮਨੂ ਸਿਮਰਤੀ ਹੈ। ਮਨੂ ਸਿਮਰਤੀ ਪੰਜਾਬੀ ਸੱਭਿਆਚਾਰ ਦੇ ਉਲਟ ਹੈ। ਪੰਜਾਬੀ ਸੱਭਿਆਚਾਰ ਖੁੱਲ੍ਹਾ ਹੈ। ਪੰਜਾਬੀ ਸੱਭਿਆਚਾਰ ਕੁਦਰਤ ਨਾਲ ਇੱਕ ਹੋ ਕੇ ਚੱਲਦਾ। ਪੰਜਾਬੀ ਸੱਭਿਆਚਾਰ ਕਹਿੰਦਾ ਕੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਪੌਣ ਨੂੰ ਪਾਣੀ ਨੂੰ ਸਾਰੇ ਕਾਸੇ ਨੂੰ ਉਹ ਠੀਕ ਮੰਨਦਾ, ਬਰਾਬਰ ਇਨਸਾਨ ਨੂੰ ਮੰਨਦਾ, ਮਿਹਨਤ ਦੀ ਗੱਲ ਕਰਦਾ, ਇਨਸਾਫ ਦੀ ਗੱਲ ਕਰਦਾ, ਰਾਜੇ ਸੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਦੀ ਗੱਲ ਕਰਦਾ ਹੈ, ਅਤੇ ਉਸ ਦੇ ਉੱਤੇ ਗਿਆਨ ਪ੍ਰਾਪਤ ਕਰਨ ਦੀ ਗੱਲ ਕਰਦਾ। ਉਹ ਕਹਿੰਦਾ ਤੁਸੀਂ ਤਾਂ ਪ੍ਰਜਾ ਨੂੰ ਅੰਨ੍ਹੇ ਕਰਦੇ ਹੋ। ਹਾਂਜੀ, ਸੋ ਇਸ ਕਰਕੇ ਉਹ ਕਹਿੰਦਾ ਵਹਿਮ ਭਰਮ ਦੀ, ਕਹਿੰਦਾ ਕੋਈ ਮੁਗਲ ਨਾ ਹੋਆ ਨਾ ਕਿਸੇ ਨੇ ਪਰਚਾ ਲਾਇਆ। ਕਹਿੰਦਾ ਇੰਨੇ ਮੰਦਰ ਢਾਤੇ, ਇੰਨੇ ਮਸਜਿਦਾਂ ਢਾਤੀਆਂ, ਕੋਈ ਮੁਗਲ ਅੰਨਾ ਤਾਂ ਹੋਇਆ ਨਹੀਂ। ਉਹ ਇਹਨਾਂ ਵਹਿਮਾਂ 'ਚੋਂ ਬਾਹਰ ਕੱਢਦਾ। ਉਹ ਕਹਿੰਦਾ ਹਰ ਕਾ ਸੰਤ ਮਰੇ ਹੜੰਬੇ ਸਗਲੀ ਸੈਂਤਰਾਈ। ਕਹਿੰਦਾ ਕੋਈ ਫਰਕ ਨਹੀਂ ਪੈਂਦਾ। ਕਹਿੰਦਾ ਦੌਕੀ 68 ਤੀਰਥ ਨਾ ਹੀ ਕੌੜਾ ਪੰਤ ਹੁੰਦਾ ਜੀ। ਕਹਿੰਦਾ ਤੀਰਥਾਂ 'ਤੇ ਨਹਾ ਕੇ ਕੋਈ ਨਹੀਂ ਤੁਸੀਂ ਚੰਗੇ ਹੋ ਜਾਂਦੇ ਹੈ। ਮੁੜ ਕਹਿੰਦਾ ਇੱਕ ਵਾਰੀ ਨਹਾ ਕੇ ਕਹਿੰਦੇ ਪਾਪ ਉਤਰ ਗਏ, ਫਿਰ ਮੁੜ ਕੇ ਫਿਰ ਕਮਾਉਣ ਲੱਗ ਜਾਂਦੇ ਹੋ। ਸੋ ਜਿਹੜੀ ਇਹ ਸਾਰਾ ਉਹ ਜਿਹੜਾ ਸੱਭਿਆਚਾਰ ਹੈ ਬ੍ਰਾਹਮਣਵਾਦ ਦਾ, ਬ੍ਰਾਹਮਣਿਜ਼ਮ ਦਾ ਜਿਹੜਾ ਬ੍ਰਾਹਮਣਵਾਦ ਦਾ ਜਿਹੜਾ ਸੱਭਿਆਚਾਰ ਹੈ, ਉਹਦੇ ਉਲਟ ਹੈ ਪੰਜਾਬੀ ਸੱਭਿਆਚਾਰ। ਉਹਦੇ ਉਲਟ ਬੁੱਢੇ ਸ਼ਾਹ ਨੇ ਵੀ ਕਿਹਾ, ਉਹਦੇ ਉਲਟ ਬਾਬਾ ਫਰੀਦ ਨੇ ਵੀ ਕਿਹਾ, ਉਹਦੇ ਉਲਟ ਕਬੀਰ ਨੇ ਵੀ ਕਿਹਾ, ਉਹਦੇ ਉਲਟ ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ, ਉਹਦੇ ਉਲਟ ਸਾਰੇ ਗੁਰੂਆਂ ਨੇ ਕਿਹਾ। ਸੋ ਜਦ ਉਹ ਸਾਡਾ ਸੱਭਿਆਚਾਰ ਹੀ ਉਹਦੇ ਉਲਟਾ ਹੈ ਇੰਨੀਆਂ ਸਦੀਆਂ ਤੋਂ ਲਗਾਤਾਰ, ਅਤੇ ਇਹਨਾਂ ਨੂੰ ਇਹ ਬਰਦਾਸ਼ਤ ਨਹੀਂ ਹੁੰਦਾ। ਇਸ ਕਰਕੇ ਸਾਡੀ ਬੋਲੀ ਵੱਖਰੀ ਹੈ, ਅਸੀਂ ਪੰਜਾਬੀ ਬੋਲਦੇ ਹਾਂ, ਗੁਰਮੁਖੀ ਲਿਪੀ ਹੈ, ਇਹ ਸੰਸਕ੍ਰਿਤ ਦੀ ਗੱਲ ਕਰਦੇ ਨੇ। ਸੋ ਇਸ ਕਰਕੇ ਸਾਡਾ ਇਹਨਾਂ ਨਾਲ ਮੇਲ ਹੈ ਹੀ ਨਹੀਂ ਹੈ।
ਇਸ ਮਾਮਲੇ 'ਚ। ਇਹ ਵਹਿਮਾਂ ਭਰਮ 'ਚ ਹੋਣਾ ਤੁਸੀਂ ਕਰੋਨਾ 'ਚ ਨਹੀਂ ਦੇਖਿਆ। ਕਰੋਨਾ 'ਚ ਤੁਹਾਨੂੰ ਪੰਜਾਬ 'ਚ ਕਿੰਨੇ ਕੁ ਲੋਕ ਮਿਲੇ ਨੇ ਜਿਹੜੇ ਗੋਹਾ ਮਰਦੇ ਹੋਣ? ਮਿਲਦੇ ਨੇ ਕਿਤੇ? ਆਹ ਗੁਜਰਾਤ ਦੇ ਵਿੱਚ ਗੋਹਾ ਮਰ ਰਹੇ ਸੀ। ਹਾਲਾਂਕਿ ਪੰਜਾਬ 'ਚ ਪ੍ਰਚਾਰ ਬਥੇਰਾ ਕਰਿਆ ਇਹਨਾਂ ਨੇ, ਪਰ ਗੋਹਾ ਨਹੀਂ ਮਰਿਆ ਲੋਕਾਂ ਨੇ ਸਰੀਰ 'ਤੇ ਵੀ ਕਰੋਨਾ ਠੀਕ ਹੋ ਜੂ, ਕੋਈ ਇੱਕ ਅੱਧਾ ਹੋਊਗਾ। ਸੋ ਪੰਜਾਬ ਜਿਹੜਾ ਹੈ ਉਹ ਵਿਗਿਆਨਕ ਤਰੀਕੇ ਨਾਲ ਸੋਚਣ ਦਾ ਆਦੀ ਹੈ, ਨਵੀਆਂ ਗੱਲਾਂ ਨੂੰ ਛੇਤੀ ਫੜਦਾ ਹੈ, ਉਹਦੇ 'ਚ ਚੱਲ ਕੇ ਰਾਜੀ ਹੈ, ਛੇਤੀ ਉਹਦੇ 'ਚ ਆਪਦੇ ਆਪ ਨੂੰ ਬਦਲਾਅ ਵੀ ਕਰਦਾ, ਜਿੱਦੀ ਨਹੀਂ ਹੈ ਪਰ ਅਣਖ ਵਾਲਾ ਹੈ। ਅਣਖ ਦੇ ਉੱਤੇ ਆਪਦੇ ਸੱਭਿਆਚਾਰ ਨੂੰ, ਆਪਦੇ ਵਿਰਸੇ ਨੂੰ, ਆਪਦੇ ਇਤਿਹਾਸ ਨੂੰ ਦੇਖ ਕੇ ਅੱਗੇ ਵੱਧਦਾ, ਕੁਰਬਾਨੀ ਦਾ ਇਹਦੇ 'ਚ ਵਾਧਾ ਹੈ। ਸਾਰੇ ਦੇਸ਼ ਨੂੰ ਪੰਜਾਬ ਨੇ ਅੰਨ ਦਿੱਤਾ। ਜਿੱਦੇ ਦੇਸ਼ ਭੁੱਖਾ ਮਰਦਾ ਸੀ, ਜਿੱਦੇ ਠੂਠਾ ਲੈ ਕੇ ਦੂਜੇ ਮੁਲਕਾਂ 'ਚ ਜਾਂਦਾ ਸੀ ਵੀ ਜਨਾਬ ਸਾਨੂੰ ਅੰਨ ਦੇ ਦਿਓ, ਉਹਦੇ ਪੰਜਾਬ ਨੇ ਅੰਨ ਪੈਦਾ ਕਰਕੇ ਦਿੱਤਾ। ਆਪਦੀ ਮਿੱਟੀ ਖਰਾਬ ਕਰ ਲਈ, ਆਪਦਾ ਪਾਣੀ ਖਰਾਬ ਕਰ ਲਿਆ, ਆਪਦੀ ਹਵਾ ਖਰਾਬ ਕਰ ਲਈ, ਆਪਦੀ ਜਵਾਨੀ ਖਰਾਬ ਕਰ ਲਈ ਵੀ ਦੇਸ਼ ਬਚ ਜੇ। ਇਹ ਕਹਿੰਦੇ ਇਹ ਦੇਸ਼ ਭਗਤੀ ਨਹੀਂ। ਜਿਹੜੇ ਦੇਸ਼ ਦੇ ਗਦਾਰ ਨੇ ਉਹ ਕਹਿ ਰਹੇ ਨੇ ਵੀ ਇਹ ਦੇਸ਼ ਭਗਤ ਨਹੀਂ ਹੈਗੇ। ਉਹਨਾਂ ਨੂੰ ਜਿਨ੍ਹਾਂ ਨੇ ਸਿਰ ਦਿੱਤੇ ਨੇ, ਆਜ਼ਾਦੀ 'ਚ ਅਸੀਂ ਸਭ ਤੋਂ ਜ਼ਿਆਦਾ ਸਿਰ ਦਿੱਤੇ, ਫੌਜ ਦੇ ਵਿੱਚ ਸਾਡੇ ਸਭ ਤੋਂ ਜ਼ਿਆਦਾ ਸਿਰ ਜਾ ਰਹੇ ਨੇ, ਅੰਨ ਪੈਦਾ ਕਰਨ 'ਚ ਅਸੀਂ ਸਭ ਤੋਂ ਅੱਗੇ, ਡਾਕਟਰ, ਇੰਜੀਨੀਅਰ, ਵਿਗਿਆਨੀ ਅਸੀਂ ਸਭ ਤੋਂ ਜ਼ਿਆਦਾ ਪੈਦਾ ਕਰੇ। ਸਾਨੂੰ ਕਹਿੰਦੇ ਨੇ ਤੁਸੀਂ ਗਦਾਰ ਹੋ। ਇਹ ਬਰਦਾਸ਼ਤ ਕਰਾਂਗੇ? ਅਸੀਂ ਨਹੀਂ ਕਰਾਂਗੇ। ਇਹ ਲੜਾਈ ਹੈ। ਇਹ ਜਿਹੜਾ ਤੁਸੀਂ ਕਹਿੰਦੇ ਪੰਜਾਬ ਨੂੰ, ਠੀਕ ਹੈ ਲੀਡਰ ਧੋਖਾ ਦਿੰਦੇ ਰਹਿੰਦੇ ਨੇ, ਜਿੱਤਾਂ ਹਾਰਾਂ ਹੁੰਦੀਆਂ ਰਹਿੰਦੀਆਂ ਨੇ। ਜੇ ਹਾਰ ਦਾ ਮਤਲਬ ਇਹ ਹੁੰਦਾ ਵੀ ਕਿੰਗ ਆਫ ਰੂਸ ਐਂਡ ਸਪਾਈਡਰ ਕਹਾਣੀ ਪੜ੍ਹੀ ਹੈ ਤੁਸੀਂ? 14 ਵਾਰੀ ਹਾਰੇ, 13 ਵਾਰੀ ਹਾਰੇ, ਅਸੀਂ 14ਵੀਂ ਵਾਰੀ ਜਿੱਤਿਆ ਸੀ। ਉਹ ਸੋ ਜਿੱਤਾਂਗੇ, ਇਹ ਨਹੀਂ ਹੋ ਸਕਦਾ ਵੀ ਨਹੀਂ ਜਿੱਤੇ। ਜਿੱਤਾਂਗੇ, ਪੰਜਾਬੀ ਅੱਗੇ ਆਉਣਗੇ, ਪੰਜਾਬੀ ਸੱਭਿਆਚਾਰ, ਪੰਜਾਬੀ ਕਲਚਰ ਪੂਰੇ ਦੇਸ਼ ਨੂੰ ਲੀਡ ਕਰੇਗਾ। ਮੈਂ ਤੁਹਾਨੂੰ ਅੱਜ ਵੀ ਦੱਸਦਾ। ਅੱਛਾ, ਜਿਸ ਨੂੰ ਸਾਰੀ ਗੱਲ ਰੱਖੀਏ, ਇੱਕ ਹੋਰ ਵੀ ਸਵਾਲ ਆਉਂਦਾ ਹੈ। ਲੀਡਰ, ਆਪਣੇ ਪੰਜਾਬ ਦੇ ਲੀਡਰ ਜਿਹੜੇ ਖੁਦ, ਚਾਹੇ ਉਹ RSS ਦੇ ਨਹੀਂ ਹੈਗੇ, ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਦੇ ਲੀਡਰਾਂ ਦੀ ਗੱਲ ਕਰਦੇ ਹਾਂ, ਜਦੋਂ ਉਹੀ ਪੰਜਾਬੀ ਨੂੰ ਧੋਖਾ ਦੇ ਨੇ, ਖੁਦ ਮੁਖਤਿਆਰੀ ਕਹਿ ਕੇ ਪਿੱਛੇ ਭੱਜ ਜਾਂਦੇ ਨੇ, ਅਨੰਦਪੁਰ ਸਾਹਿਬ ਦਾ ਮਤਾ ਯਾਦ ਨਹੀਂ ਹੁੰਦਾ, ਫਿਰ ਉਹਨਾਂ ਦਾ ਕੀ ਕਰਨਾ ਚਾਹੀਦਾ? ਜੇ ਬਾਰ-ਬਾਰ ਹੁਣ ਵੀ ਬੜੇ ਉੱਠ ਕੇ ਆਏ ਨੇ ਲੀਡਰ, ਹੁਣ ਵੀ ਬੜੇ ਲੀਡਰ ਕਹਿ ਦੇ ਨੇ, ਖੁਦ ਮੁਖਤਿਆਰੀ ਦੀ ਗੱਲ ਕਰਕੇ ਭੱਜ ਵੀ ਜਾਂਦੇ ਨੇ, ਨਿਕਲ ਗਏ ਨੇ, ਭੱਜ ਗਏ ਨੇ। ਹੁਣ ਪੰਜਾਬੀਆਂ ਨੂੰ ਫਿਰ ਪਿੱਛੇ ਛੱਡ ਗਏ ਨੇ, ਜਿਨ੍ਹਾਂ ਨੇ ਕਾਸ ਵੱਜੀ ਸੀ ਵੀ ਤੁਹਾਨੂੰ ਅਸੀਂ ਖੁਦ ਮੁਖਤਿਆਰੀ ਲੈ ਕੇ ਦੇਵਾਂਗੇ, ਉਹਦਾ ਛੱਡੋਂ ਦਾ ਉਹੀ ਤਾਂ ਦੂਜੇ ਬੁੱਕਲ 'ਚ ਜਾ ਕੇ ਬਹਿ ਗਏ ਨੇ ਵੀ ਠੀਕ ਹੈ ਸਾਨੂੰ ਖੁਦ ਮੁਖਤਿਆਰੀ ਦਾ ਮਤਲਬ ਨਹੀਂ, ਅਸੀਂ ਤਾਂ ਛੱਡਿਆ, ਅਸੀਂ ਤਾਂ ਪਾਵਰ ਇੰਜੋਏ ਕਰਨੀ ਹੈ। ਫਿਰ ਆਮ ਲੋਕ ਕੀ ਕਰਨ, ਆਮ ਪੰਜਾਬੀ ਕੀ ਕਰਦੇ ਉੱਥੇ? ਠੀਕ ਹੈ ਤੁਹਾਡੀ ਗੱਲ। ਲੀਡਰ ਭੱਜਦੇ ਜਾਂਦੇ ਨੇ, ਕੋਈ ਗੱਲ ਨਹੀਂ, ਲੀਡਰ ਭੱਜਣਗੇ, ਹੋਰ ਲੀਡਰ ਉੱਠਣਗੇ, ਮੂਵਮੈਂਟ ਬਣੇਗੀ। ਮੂਵਮੈਂਟ ਦੇ ਵਿੱਚੋਂ ਲੀਡਰ ਨਿਕਲਦੇ ਨੇ। ਲੀਡਰ ਜਿਹੜੇ ਖੁੰਬਾਂ ਵਾਂਗੂ ਉੱਗ ਕੇ ਆਉਂਦੇ ਨੇ, ਜਿਹੜੇ ਪਰਿਵਾਰਾਂ 'ਚੋਂ ਆਉਂਦੇ ਨੇ, ਜਿਹੜੇ ਮਾਂ ਦੇ ਪੇਟ 'ਚੋਂ ਜੰਮ ਕੇ ਲੀਡਰ ਆਏ ਨੇ, ਉਹ ਹੁਣ ਲੀਡਰ ਰਹਿਣੇ ਨਹੀਂ। ਇਹ ਥੋੜ੍ਹੀ ਸਮਾਂ ਇਹਨਾਂ ਦਾ, ਇਹ ਹੁਣ ਸਮਾਂ ਬਿਹਾਰ ਦਾ ਜ਼ਿਆਦਾ ਹੈ। ਤੁਸੀਂ ਦੇਖਿਓ ਸਹੀ, ਕਿਉਂਕਿ ਇਹਨਾਂ ਨੇ ਸਾਰਾ ਹੀਜ ਪਿਆਜ ਦੇਖ ਲਿਆ। ਜਿਹੜੀ ਮਰਜ਼ੀ ਪਾਰਟੀ ਜਾ ਰਹਿੰਦੇ ਨੇ, ਇਹ ਜਿਹੜੀ ਮਰਜ਼ੀ ਗੱਲ ਕਰ ਦਿੰਦੇ ਨੇ, ਜਿਹਨੂੰ ਮਰਜ਼ੀ ਅੱਜ ਉਹਨੂੰ ਗਾਲ ਕੱਢਦੇ ਨੇ, ਦੂਜੇ ਦਿਨ ਉਸ ਨੂੰ ਦੇਵਤਾ ਕਹਿਣ ਲੱਗ ਜਾਂਦੇ ਨੇ। ਇਹ ਲੋਕਾਂ ਨੇ ਦੇਖ ਲਿਆ ਵੀ ਇਹਨਾਂ ਦਾ ਕੋਈ ਦੀਨ ਇਮਾਨ ਇਸ ਤਰ੍ਹਾਂ ਹੈ ਨਹੀਂ। ਇਹਨਾਂ ਦਾ ਨਾ ਕਿਸੇ ਪਾਰਟੀ ਨਾਲ ਕੋਈ ਕਮਿਟਮੈਂਟ ਹੈ, ਇਹਨਾਂ ਦੀ ਸਿਰਫ ਪਾਵਰ ਨਾਲ ਕਮਿਟਮੈਂਟ ਹੈ ਵੀ ਅਸੀਂ ਪਾਵਰ 'ਚ ਰਹੀਏ, ਅਸੀਂ ਆਪਦੇ ਪਰਿਵਾਰ ਨੂੰ ਤਾਕਤ 'ਚ ਰੱਖੀਏ, ਅਸੀਂ ਪੈਸਾ ਬਣਾਈਏ। ਸੋ ਜੇ ਇਹ ਜੀ ਇੱਛਾ ਰਹੇਗੀ ਤਾਂ, ਕਿਉਂਕਿ ਲੋਕਾਂ ਨੂੰ ਔਰਗੇਨਾਈਜ਼ਿੰਗ ਕਰਨਾ ਚਾਹੁੰਦੇ। ਕੋਈ ਪਾਰਟੀ ਅੱਜ ਤੱਕ ਮੈਂ ਨਹੀਂ ਹੁਣ ਤੱਕ ਦੇਖੀ ਜਿਹੜੀ ਹੋਣਾ ਪਿਛਲੇ 30 ਸਾਲਾਂ 'ਚ, ਵੀ ਜਿਹੜੀ ਕਹੇ ਲੋਕ ਇਕੱਠੇ ਹੋ ਕੇ ਤਾਕਤ ਆਪਦੀ ਇੰਜੋਏ ਕਰਨਾ। ਹੁਣ ਕੀ ਹੈ, ਹੁਣ ਲੋਕਾਂ ਨੇ ਸ਼ੁਰੂ ਕਰਿਆ ਹੋਇਆ ਪੰਜਾਬ 'ਚ, ਇਹੀ ਜੀ ਗੱਲ ਨਹੀਂ ਹੈ। ਪੰਜਾਬ ਦੇ ਵਿੱਚ ਜਿਹੜੀਆਂ ਹੈਗੀਆਂ ਨੇ ਆਪਣੀਆਂ ਗ੍ਰਾਮ ਸਭਾਵਾਂ ਹੋ ਰਹੀਆਂ ਨੇ, ਗ੍ਰਾਮ ਸਭਾਵਾਂ ਆਪਦੇ ਫੈਸਲੇ ਵੀ ਕਰ ਰਹੀਆਂ ਨੇ। ਉਹ DC ਨੂੰ ਅੱਖ ਚੱਕ ਪਾ ਕੇ ਗੱਲ ਕਰਦੀਆਂ ਨੇ, ਜਿਹੜਾ ਇਹਨਾਂ ਦੇ MLA ਦੀ ਹਿੰਮਤ ਨਹੀਂ ਹੁੰਦੀ। ਕਈ ਵਾਰੀ ਲੜ ਤਾਂ ਸਕਦਾ DC ਨਾਲ ਜਾ ਕੇ ਉਹ ਆਪਦੀ ਤਾਕਤ ਦੇ ਜ਼ੋਰ, ਪਰ ਉਹਦੇ ਨਾਲ ਗੱਲ ਨਹੀਂ ਕਰਦਾ ਅੱਖ ਚੱਕ ਪਾ ਕੇ, ਕਾਨੂੰਨ ਦੇ ਹਿਸਾਬ ਨਾਲ, ਕਿਉਂਕਿ ਕਾਨੂੰਨ ਤਾਂ ਦਿਖਦੇ ਨਹੀਂ ਇਹ ਬਹੁਤਾ। ਸੋ ਇਸੇ ਤਰ੍ਹਾਂ ਹੀ ਅੱਜ ਹੀ ਮੈਨੂੰ ਸਵੇਰੇ ਫੋਨ ਆ ਰਿਹਾ ਸੀ ਕਿਤੋਂ ਕਿ ਜੀ ਅਸੀਂ ਸਾਰੀਆਂ NGO ਇਕੱਠੀਆਂ ਹੋਣਾ ਚਾਹੁੰਦੇ। ਮੈਂ ਕਿਹਾ ਭਾਈ ਹੋ ਜਾਓ, ਅਸੀਂ ਤਾਂ ਬੁੜੇ ਹਾਂ, ਅਸੀਂ ਤਾਂ ਤੁਹਾਨੂੰ ਸ਼ਾਬਾਸ਼ ਦੇਣ ਵਾਲੇ ਹਾਂ। ਜੇ ਤੁਸੀਂ ਆਖੋ ਅਸੀਂ ਲੀਡ ਕਰੀਏ, ਭੁਲੇਖਾ ਛੱਡ ਦਿਓ। ਮੈਂ ਤਾਂ ਵਿਸ਼ਵਾਸ ਹੀ ਨਹੀਂ ਕਰਦਾ ਵੀ 73 74 ਸਾਲ ਦੀ ਉਮਰ ਦਾ ਬੰਦਾ ਲੀਡ ਕਰੇ ਤੁਹਾਨੂੰ। ਤੁਸੀਂ ਲੀਡ ਕਰੋ, ਅਸੀਂ ਤੁਹਾਡੇ ਨਾਲ ਹੋਵਾਂਗੇ। ਹਾਂ, ਅਗਰ ਅਸੀਂ ਕੋਈ ਮੂਵਮੈਂਟ, ਜਿਵੇਂ ਕਿਸਾਨੀ ਨੇ ਮੂਵਮੈਂਟ ਆਪਣੀ ਸ਼ੁਰੂ ਕਰੀ ਹੋਈ ਹੈ, ਉਹਦੇ 'ਚ ਕੋਈ ਜਵਾਨ ਜਾਂਦਾ ਉਹ ਹੈਲਪ ਕਰੇ। ਜਿਹੜਾ ਬੰਦਾ ਬਾਹਰੋਂ ਜਾਂਦਾ ਉਹਨੇ ਸਹਾਇਤਾ ਕਰਨੀ ਹੁੰਦੀ ਹੈ, ਨਾ ਕਿ ਉਹਦੀ ਜਗ੍ਹਾ ਮੱਲਣੀ ਹੁੰਦੀ ਹੈ। ਸਾਡੇ ਜਿਹੜੇ ਏਜੰਸੀਆਂ ਨੇ ਉਹ ਕਿਉਂਕਿ ਆਪਦਾ ਖਰਾਬ ਕਰਾਉਣਾ ਚਾਹੁੰਦੀਆਂ ਨੇ। ਜਿੱਥੇ ਵੀ ਕੋਈ ਕੰਮ ਠੀਕ ਚੱਲਦਾ ਉੱਥੇ ਕਿਸੇ ਬੰਦੇ ਨੂੰ ਆਪਦੇ ਏਜੰਟਾਂ ਨੂੰ ਭੇਜਦੀਆਂ ਨੇ, ਅਤੇ ਉਹਨਾਂ ਦੇ ਰਾਹੀਂ ਉਹ ਇਹੋ ਜਿਹੇ ਨਾਅਰੇ ਲਵਾਉਂਦੀਆਂ ਨੇ, ਇਹੋ ਜਿਹੇ ਐਕਸ਼ਨ ਕਰਾਉਂਦੀਆਂ ਨੇ, ਇਹੋ ਜਿਹੀ ਰਾਏ ਦਵਾਉਂਦੀਆਂ ਨੇ, ਇਹੋ ਜਿਹਾ ਜਥੇਬੰਦਕ ਢਾਂਚਾ ਬਣਾਉਣ ਦੀ ਕੋਸ਼ਿਸ਼ ਕਰਦੀਆਂ ਨੇ, ਜਿਹਦੇ ਨਾਲ ਉਹ ਅੰਦੋਲਨ ਬਿਖਰ ਜੇ। ਪਰ ਮੈਂ ਕਹਾਂਗਾ, ਮੈਨੂੰ ਉਮੀਦ ਜਿਹੜੀ ਹੈ ਕਿ ਪੰਜਾਬ 'ਚੋਂ ਕਿਸਾਨੀ ਮੂਵਮੈਂਟ ਜਿਹੜੀ ਸ਼ੁਰੂ ਹੋਈ, ਇਹ ਪੂਰੇ ਦੇਸ਼ ਦੇ ਵਿੱਚ ਫੈਲ ਰਹੀ ਹੈ। ਅਤੇ ਇਹਨਾਂ ਨੇ ਬੰਗਾਲ ਦੇ ਵਿੱਚ ਆਪਣੀ ਤਾਕਤ ਵੀ ਦਿਖਾਤੀ ਹੈ। ਕਿ ਇਹਨਾਂ ਨੇ ਨਾਅਰਾ ਵੀ ਇਹਨਾਂ ਦਾ ਇਹ ਹੈ, ਡਰਦੇ ਨਹੀਂ ਮੋਦੀ ਦੀ ਘੁਰਕੀ ਤੋਂ, ਖਿੱਚ ਲਿਆਵਾਂਗੇ ਕੁਰਸੀ ਤੋਂ। ਮੈਂ ਕਹਿੰਦਾ ਧੂ ਲਿਆਵਾਂਗੇ ਕੁਰਸੀ ਤੋਂ, ਜ਼ਿਆਦਾ ਵਧੀਆ ਰਹੇਗਾ। ਇਹ ਹੁਣ ਇਸ ਪਾਸੇ ਨੂੰ ਤੁਰੀ ਹੋਈ ਹੈ। ਜਿੰਨਾ ਸਰਕਾਰ ਇਹਦੇ ਨਾਲ ਸਮਝੌਤਾ ਨਹੀਂ ਕਰੇਗੀ, ਉਨਾ ਹੀ ਸਰਕਾਰ ਨੂੰ ਜਿਹੜੀ ਨੂੰ ਟੋਟਲੀ ਇਹ ਨਹੀਂ ਹੈ BJP ਨੂੰ, ਜਿਹੜੀ ਵੀ ਸਰਕਾਰ ਕੇਂਦਰ ਦੀ ਆਏਗੀ, ਇਹ ਅੰਦੋਲਨ ਉਨਾ ਹੀ ਤਕੜਾ ਹੋ ਕੇ ਇਹਦੇ ਵਿੱਚ ਬਦਲਾਅ ਦੀ ਨਿਸ਼ਾਨੀ ਆਏਗੀ। ਉਹ ਬਦਲਾਅ ਹੋਏਗਾ ਕਿ ਲੋਕ ਆਪ, ਤੁਸੀਂ ਹੁਣ ਦੇਖੋ ਕਿਸਾਨੀ ਤੋਂ, ਮੈਂ ਤੁਹਾਨੂੰ ਇੱਕ ਸਵਾਲ ਛੋਟਾ ਜਿਹਾ ਬਸ ਬਾਕੀ ਛੱਡੂੰਗਾ। 100 ਤੋਂ ਵੱਧ ਜਗ੍ਹਾ 'ਤੇ ਟੋਲ ਪਲਾਜ਼ੇ ਘਿਰੇ ਹੋਏ ਨੇ।
ਰਾਜੇਵਾਲ ਸਾਹਿਬ ਤਾਂ ਨਹੀਂ ਉਰੇ ਆਉਂਦੇ ਨਾ ਘਿਰਨ, ਉਗਰਾਹਾਂ ਸਾਹਿਬ ਤਾਂ ਨਹੀਂ ਆ ਰਹੇ ਘਿਰਨ। ਕੋਈ ਲੀਡਰਸ਼ਿਪ ਹੈਗੀ ਹੈ ਨਾ। ਜਦ ਕਾਲ ਦਿੱਤੀ ਕਾਲੇ ਝੰਡਿਆਂ ਦੀ ਥਾਂ ਥਾਂ ਲੱਗੇ ਨਾ ਪੰਜਾਬ 'ਚ, ਪਿੰਡਾਂ 'ਚ ਹੋਏ ਨਾ ਪਿੱਟ ਸਿਆਪੇ, ਕੋਈ ਤਾਂ ਲੀਡਰਸ਼ਿਪ ਹੈਗੀ ਹੈ। ਪਿੰਡਾਂ ਦੇ ਵਿੱਚ ਔਰਤਾਂ ਦੀ ਲੀਡਰਸ਼ਿਪ, ਪਿੰਡਾਂ 'ਚ ਨੌਜਵਾਨਾਂ ਦੀ ਲੀਡਰਸ਼ਿਪ, ਪਿੰਡਾਂ ਦੇ ਵਿੱਚ ਦਲਿਤਾਂ ਦੀ ਲੀਡਰਸ਼ਿਪ ਇਕੱਠੀ ਹੋ ਰਹੀ ਹੈ। ਸ਼ਹਿਰਾਂ ਦੇ ਵਿੱਚ ਵਪਾਰੀ ਵਰਗ ਇਹਨਾਂ ਦੇ ਨਾਲ ਆ ਰਿਹਾ, ਕਿਉਂਕਿ ਲੋਕ ਦੁਖੀ ਨੇ। ਇੰਨੇ ਲੋਕਾਂ ਦਾ ਰੁਜ਼ਗਾਰ ਚਲਾ ਗਿਆ, ਭੁੱਖੇ ਮਰ ਰਹੇ ਨੇ। ਅੱਜ ਹੀ ਖਬਰ ਹੈ ਇੱਥੇ ਇਸ ਰੀਜਨ ਦੀ ਕਿ ਜਿਨ੍ਹਾਂ ਦਾ ਰੁਜ਼ਗਾਰ ਚਲਾ ਗਿਆ ਉਹ ਲੁੱਟਾਂ ਖੋਹਾਂ ਕਰਨ ਲੱਗੇ ਨੇ। ਹੁਣ ਅਸੀਂ ਆਪਦੇ ਬੱਚਿਆਂ ਨੂੰ ਲੁੱਟਾਂ ਖੋਹਾਂ ਕਰਨ ਵਾਲੇ ਬਣਾਉਣਾ ਜਾਂ ਉਹਨਾਂ ਨੂੰ ਚੰਗੇ ਇਨਸਾਨ ਬਣਾਉਣਾ। ਉਹ ਇੱਕ ਕਿਸਾਨੀ ਮੂਵਮੈਂਟ ਹੈ ਜਿਹੜੀ ਉਹ ਇਹਨਾਂ ਨੂੰ ਰੁਜ਼ਗਾਰ ਦੀ ਗੱਲ ਕਰਦੀ ਹੈ ਵੀ ਹਰੇਕ ਨੂੰ ਰੁਜ਼ਗਾਰ ਮਿਲੇਗਾ, ਕੁਦਰਤ ਦੀ ਪੱਕੀ ਖੇਤੀ ਹੋਏਗੀ। ਸੋ ਮੈਨੂੰ ਇਹ ਲੱਗਦਾ ਹੈ ਵੀ ਕਿਸਾਨੀ ਮੂਵਮੈਂਟ ਇੱਕ ਉਹ ਮੂਵਮੈਂਟ ਹੈ ਜਿਹੜੀ ਲੋਕਾਂ ਨੂੰ ਤਾਕਤ ਦੇਣ ਦੇ ਵਿਸ਼ਵਾਸ ਕਰਦੀ ਹੈ, ਲੋਕਾਂ ਨੂੰ ਜਥੇਬੰਦ ਕਰਨ ਦੇ। ਇਹਦੀ ਵਜ੍ਹਾ ਕਿ ਫਾਰਮੈਟ ਕਈ ਉਹਨਾਂ ਨੂੰ ਕਹਿੰਦੇ ਤੁਸੀਂ ਪਾਰਟੀ ਕਿਉਂ ਨਹੀਂ ਬਣਾਉਂਦੇ। ਮੈਂ ਕਹਿੰਦਾ ਉਹ ਪਾਰਟੀ ਨੂੰ ਵੱਡਾ ਕੰਮ ਕਰ ਰਹੇ ਨੇ। ਇੱਦਾਂ ਹੀ ਜਿਹੜੀਆਂ ਗ੍ਰਾਮ ਸਭਾਵਾਂ ਹੋਣਗੀਆਂ, ਜਦ ਗ੍ਰਾਮ ਸਭਾਵਾਂ ਦੂਜੇ ਪਾਸੇ ਵਾਰਡ ਸਭਾਵਾਂ ਸ਼ਹਿਰਾਂ 'ਚ ਹੋਣ ਲੱਗ ਗਈਆਂ, ਆਪਦੇ ਫੈਸਲੇ ਲੋਕ ਆਪ ਕਰਨ ਲੱਗ ਗਏ, ਫਿਰ ਜਿਹੜੀ ਅਫਸਰਸ਼ਾਹੀ ਦੀ ਲੁੱਟ ਹੈ, ਜਿਹੜਾ ਇੱਕ ਦੂਜੇ ਦੇ ਪ੍ਰਤੀ ਵੈਰ ਭਾਵ ਹੈ, ਜਿਹੜੀ ਬੇਰੁਜ਼ਗਾਰੀ ਹੈ, ਜਿਹੜੀ ਠੱਗੀ ਚੋਰੀ ਹੈ, ਜਿਹੜਾ ਲੋਕਾਂ ਦੇ ਕੰਮ ਨਹੀਂ ਹੁੰਦੇ, ਇਹ ਇਹਨਾਂ ਨੂੰ ਠੱਲ ਪੈ ਗਈ। ਅੱਛਾ, ਮੇਰਾ ਇੱਕ ਆਖਰੀ ਸਵਾਲ ਹੈ, ਲੀਡਰ ਕੋਈ ਵੀ ਹੈ, ਮੇਰਾ ਆਖਰੀ ਸਵਾਲ ਹੈ, ਸਿਆਸੀ ਪਾਰਟੀ ਕੋਈ ਵੀ ਹੈ, ਇੱਕ ਐਗਜ਼ਾਮਪਲ ਹੈ, ਜਦੋਂ ਵੀ ਕੋਈ ਆਮ ਆਦਮੀ ਪਾਰਟੀ 'ਚੋਂ ਕਾਂਗਰਸ ਵਿੱਚ ਜਾਂਦਾ ਹੈ, ਹੁਣ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦਾ ਕਹਿ ਕੇ ਵੋਟਾਂ ਪਾਈਆਂ, ਲੀਡਰ ਬਣਾਇਆ ਵੀ ਅਸੀਂ ਬਾਕੀਆਂ ਨੂੰ ਵੋਟਾਂ ਨਹੀਂ ਪਾਉਣੀਆਂ, ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਜਿਤਾਉਣਾ, ਜਦੋਂ ਉਹੀ ਆਮ ਆਦਮੀ ਪਾਰਟੀ ਦਾ ਵਿਅਕਤੀ ਛੱਡ ਕੇ ਕਾਂਗਰਸ 'ਚ ਜਾਂਦਾ, ਫਿਰ ਉਹਨਾਂ ਦੀ ਵੋਟਾਂ ਕਿੱਥੇ ਗਈਆਂ ਜਿਹਨਾਂ ਆਮ ਆਦਮੀ ਪਾਰਟੀ ਨੂੰ ਪਾਈਆਂ ਸੀ? ਇਹ ਸਵਾਲ ਉੱਠਣੇ ਚਾਹੀਦੇ ਨੇ। ਬਿਲਕੁਲ ਉੱਠਦੇ ਨੇ, ਪਰ ਹੁਣ ਕਿਉਂਕਿ ਬੜਾ ਐਂਡ ਆ ਗਿਆ, ਛੱਡ ਤੋਂ ਪਹਿਲਾਂ ਹੀ ਗਏ ਸੀਗੇ, ਛੱਡਣ ਨੂੰ ਤਾਂ 2 ਸਾਲ ਹੋ ਗਏ, ਅਤੇ ਛੱਡਣ ਦਾ ਜਿਹੜਾ ਸੀ ਉਦੋਂ ਸਵਾਲ ਇਹ ਰੇਜ਼ ਹੋਣਾ ਚਾਹੀਦਾ ਸੀ। ਹੁਣ ਤਾਂ ਉਹਨਾਂ ਨੇ ਆਪ ਹੀ ਰਿਜ਼ਾਈਨ ਕਰਤਾ, ਹੁਣ ਤਾਂ ਕਹਿੰਦੇ ਨੇ ਮਨਜ਼ੂਰ ਕਰੋ ਇਹਨੂੰ, ਬਲਕਿ ਹੁਣ ਤਾਂ ਇਸ ਗੱਲ ਦੇ ਤੁਰੇ ਹੋਏ ਨੇ ਕਿ ਰੈਜ਼ਿਗਨੇਸ਼ਨ 3 ਬੰਦੇ ਕਿ ਹੁਣ ਇਹਨੂੰ ਮਨਜ਼ੂਰ ਕਰੋ। ਪਰ ਵੋਟਾਂ ਹਿਸਾਬ ਹੀ ਤਾਂ ਲੈ ਲੈਣਾ ਜਿਹੜੀਆਂ ਉਹਨਾਂ ਨੂੰ ਪਾਈਆਂ। ਇਹ ਯਾਰ ਇਹ 3 ਸਾਲ ਪਹਿਲਾਂ ਹੀ ਛੱਡ ਗਏ ਸੀ, ਉਹਦਾ ਹਿਸਾਬ ਲੈਣਾ ਚਾਹੀਦਾ ਸੀ। ਹੁਣ ਲੋਕ ਲੈ ਲੈਣਗੇ, ਹੁਣ ਚੋਣਾਂ ਆ ਰਹੀਆਂ ਨੇ ਨਾ, 8 ਮਹੀਨੇ ਰਹਿ ਗਏ, 8 ਮਹੀਨਿਆਂ ਬਾਅਦ ਹਿਸਾਬ ਲੈ ਲੈਣਗੇ। ਤੁਹਾਡੇ ਖਿਆਲ 'ਚ ਲੋਕ ਚੁੱਪ ਰਹਿਣਗੇ? ਲੋਕ ਆਪੇ ਹਿਸਾਬ ਲੈ ਲੈਂਦੇ ਹੁੰਦੇ ਨੇ। ਕਈ ਵਾਰੀ ਜ਼ਰੂਰੀ ਨਹੀਂ ਹੁੰਦਾ, ਕਈ ਕਹਿੰਦੇ ਨੇ ਜੀ ਉਹ ਐਂ ਦਲ ਬਦਲੀ ਵੀ ਜਿੱਤ ਜਾਂਦੇ ਨੇ। ਇੱਥੇ ਇੱਕ ਤਲਵੰਡੀ ਸਾਬੋ ਦਾ MLA ਸੀ, ਉਹ ਪਹਿਲਾਂ ਅਕਾਲੀਆਂ ਦਾ MLA ਸੀ, ਕਾਂਗਰਸ ਦਾ ਸੀ, ਫਿਰ ਜਦ ਅਕਾਲੀਆਂ ਦਾ ਸਰਕਾਰ ਆ ਗਈ ਉਹਨੇ ਕਾਂਗਰਸ ਦੀ ਸੀਟ ਤੋਂ ਰਿਜ਼ਾਈਨ ਕਰਿਆ, ਉੱਥੇ ਦੁਬਾਰਾ ਚੋਣ ਉਸੇ 2 ਦਿਨਾਂ 15-20 ਦਿਨਾਂ ਚੋਣ ਹੋ ਗਈ, ਦੁਬਾਰਾ ਜਿੱਤ ਗਿਆ ਉਹ, ਕਿਉਂਕਿ ਉਹਨੇ ਫਿਰ ਅਕਾਲੀਆਂ 'ਚ ਰਲ ਗਿਆ। ਸੋ ਇਸ ਤਰ੍ਹਾਂ ਦੇ ਵੀ ਵਰਤਾਰੇ ਚੱਲ ਰਹੇ ਨੇ। ਪਰ ਪੰਜਾਬ 'ਚ ਤੁਸੀਂ ਇਹਨੂੰ ਮੰਨੋ, ਇੱਕ ਮਤਲਬ ਨਾ ਸੋਚੋ ਵੀ ਇੱਕ ਪਾਸੇ ਪਿਆ ਮਾਸ ਦਾ ਡੋਸਲਾ ਹੈ, ਇਹ ਹਿਲਦਾ ਜਿਉਂਦਾ ਜਾਗਦਾ ਹੈ। ਇਹਦੇ ਵਿੱਚ ਚੰਗੇ ਵੀ ਨੇ, ਮਾੜੇ ਵੀ ਨੇ ਕੰਮ। ਇਹਦੇ ਵਿੱਚ ਜ਼ਰੂਰੀ ਨਹੀਂ ਵੀ ਹਰੇਕ ਜਿਹੜਾ ਗਲਤ ਕਰਦਾ ਉਹਨੂੰ ਸਜ਼ਾ ਦਿੱਤੀ ਜਾ ਸਕਦੀ ਹੋਵੇ ਜਾਂ ਉਹਨੂੰ ਕੋਈ ਲੈਸਨ ਸਿਖਾਇਆ ਜਾ ਸਕਦਾ ਹੋਵੇ। ਜ਼ਰੂਰੀ ਨਹੀਂ ਵੀ ਜਿਹੜਾ ਹਰੇਕ ਠੀਕ ਕੰਮ ਕਰਦਾ ਉਹ ਸਫਲ ਹੋ ਜੇ। ਪਰ ਮੈਜੋਰਟੀ ਦੇ ਵਿੱਚ ਜਿਹੜਾ ਵੱਡਾ ਵਤੀਰਾ ਹੈ, ਜਿਹੜਾ ਸਾਰਾ ਸਾਹਮਣੇ ਪ੍ਰਤੱਖ ਵਤੀਰਾ ਹੋਏਗਾ, ਉਹ ਇਹੀ ਹੋਏਗਾ ਵੀ ਜਿੰਨੇ ਮਾੜੇ ਲੋਕ ਹੋਣਗੇ, ਖੁਦਗਰਜ਼ ਹੋਣਗੇ, ਉਹ ਲੋਕਾਂ 'ਚੋਂ ਨਿਖੜਨਗੇ, ਅਤੇ ਜਿਹੜੇ ਲੋਕ ਲੋਕਾਂ ਦੀ ਗੱਲ ਕਰਨਗੇ, ਲੋਕਾਂ ਨੂੰ ਬਰਾਬਰਤਾ ਦਾ ਸੰਦੇਸ਼ ਦੇਣਗੇ, ਲੋਕਾਂ ਨੂੰ ਰੁਜ਼ਗਾਰ ਦੀ ਗੱਲ ਕਰਨਗੇ, ਇੱਥੋਂ ਦੇ ਅਰਥਚਾਰੇ ਨੂੰ ਡਿਵੈਲਪ ਕਰਨ ਦੀ ਗੱਲ ਕਰਨਗੇ, ਇੱਥੋਂ ਦੇ ਸੱਭਿਆਚਾਰ ਦੀ, ਇੱਥੋਂ ਦੀ ਬੋਲੀ ਦੀ ਗੱਲ ਕਰਨਗੇ, ਇੱਥੋਂ ਦੇ ਫਲਸਫੇ ਦੀ ਗੱਲ ਕਰਨਗੇ, ਉਹ ਅੱਗੇ ਵਧਣਗੇ। ਤੁਸੀਂ ਸਾਰੀ ਗੱਲ ਬਸ ਸੁਣੀਏ। ਸਾਡੇ ਨਾਲ ਮੌਜੂਦ ਸਨ ਡਾਕਟਰ ਪੈਰੀ ਲਾਲ ਗਰਗ। ਇੰਟਰਵਿਊ ਕਰਨ ਦਾ ਮਕਸਦ ਇਹੀ ਸੀ, ਜਦੋਂ ਖੁਦਮੁਖਤਿਆਰੀ ਦੀ ਗੱਲ ਆ ਜਾਂਦੀ ਹੈ, ਹਰ ਇੱਕ ਲੀਡਰ ਪੰਜਾਬ ਦੇ ਵਿੱਚ ਆ ਕੇ ਜਾਂ ਬਾਹਰੋਂ ਪੰਜਾਬ ਦੇ ਵਿੱਚ ਆ ਕੇ ਇੱਕ ਆਸ ਜਗਾਉਂਦੇ ਨੇ ਪੰਜਾਬੀਆਂ ਦੇ ਵਿੱਚ ਕਿ ਤੁਹਾਨੂੰ ਅਸੀਂ ਵਧੀਆ ਲੀਡਰਸ਼ਿਪ ਦਾਂਗੇ, ਤੁਹਾਡੀ ਅਸੀਂ ਹੱਕਾਂ ਦੀ ਗੱਲ ਕਰਾਂਗੇ। ਉਹ ਦੂਸਰੇ ਪਾਸੇ ਕੇਂਦਰ ਨੇ ਇੱਕ ਇੱਕ ਕਰਕੇ ਪੰਜਾਬ ਦੇ, ਉਹ ਭਾਰਤ ਦੇ ਅਲੱਗ-ਅਲੱਗ ਸੂਬਿਆਂ ਦੇ ਅਧਿਕਾਰ ਖੋਹ ਲਏ ਨੇ। ਹੁਣ ਪੰਜਾਬ ਕੋਲ ਕੁਝ ਵੀ ਨਹੀਂ ਹੈਗਾ। ਜੇ ਆਪਾਂ ਕੁਦਰਤੀ ਸਰੋਮੀ ਦੀ ਗੱਲ ਕਰੀਏ, ਹੁਣ ਕੁਛ ਇਹੋ ਜਿਹੀ ਚੀਜ਼ਾਂ ਵੀ ਨੇ ਜੋ ਸਾਡੀਆਂ ਜ਼ਰੂਰਤ ਵਾਸਤੇ ਹੈਗੀਆਂ ਨੇ। ਜੇ ਡਰਾਈਵਿੰਗ ਲਾਇਸੈਂਸ ਹੈ ਉਹ ਵੀ ਹੁਣ ਸੈਂਟਰ ਸਰਕਾਰ ਹੀ ਤੈਅ ਕਰੂਗੀ, ਪਾਣੀ ਵੀ ਕੇਂਦਰ ਸਰਕਾਰ ਹੀ ਤੈਅ ਕਰੂਗੀ, ਖੇਤੀ ਵੀ ਉਹ ਵੀ ਕੇਂਦਰ ਸਰਕਾਰ ਤੈਅ ਕਰੂਗੀ। ਹੁਣ ਕੁਛ ਨਹੀਂ ਬਚਿਆ ਸੂਬਿਆਂ ਦੇ ਵਿੱਚ। ਉਸ ਦੇ ਬਾਵਜੂਦ ਵੀ ਲੀਡਰ ਜਿਹੜੇ ਨੇ ਝੂਠੇ ਲਾਦੇ ਲਾਉਂਦੇ ਨੇ ਖੁਦਮੁਖਤਿਆਰੀ ਦੇ, ਫਿਰ ਪਲਟੀ ਮਾਰ ਕੇ ਕਿਤੇ ਹੋਰ ਚਲੇ ਜਾਂਦੇ ਨੇ। ਹਿਸਾਬ ਤੁਸੀਂ ਲੈਣਾ, ਵਾਦੀ ਤੁਹਾਡੀ ਹਿਸਾਬ ਲੈਣ ਦੀ ਹੈ ਕਿ ਸਭ ਕੁਝ ਗਵਾਉਣਾ, ਨਸਲਾਂ ਦੇ ਫਸਲਾਂ ਗਵਾਉਣੀਆਂ ਨੇ ਕਿ ਕਿਤੇ ਹਿਸਾਬ ਵੀ ਲੈਣਾ। ਵੋਟ ਕਰਨਾ ਤੁਹਾਡਾ ਅਧਿਕਾਰ ਹੈ, ਵੋਟ ਜਿਸ ਨੂੰ ਮਰਜ਼ੀ ਕਰੋ, ਪਰ ਵੋਟ ਜ਼ਰੂਰ ਕਰੋ। ਉਹ ਤੁਹਾਡਾ ਖੁਦ ਅਧਿਕਾਰ ਹੈ, ਕਿਸੇ ਦੇ ਕਹਿਣ 'ਤੇ ਨਾ ਪਾਓ, ਖੁਦ ਪਾਓ, ਪਰ ਹਿਸਾਬ ਲੈ ਲਿਆ ਜੀ। ਜਦੋਂ ਵੀ ਅਨੰਦਪੁਰ ਸਾਹਿਬ ਮਤੇ ਦੀ ਗੱਲ ਆਉਂਦੀ ਹੈ, ਅਕਾਲੀ ਪੈਰ ਹਮੇਸ਼ਾ ਹੀ ਪਿੱਛੇ ਪੁੱਟਦੇ ਨੇ। ਚੁੱਕਿਆ ਸੀ 1978 ਵਿੱਚ ਵੀ ਮੁੱਦਾ ਚੁੱਕਿਆ ਸੀ ਅਕਾਲੀਆਂ ਨੇ, ਕਿ ਉਸ ਤੋਂ ਬਾਅਦ ਵਿਆਖਿਆ ਵੀ ਕੀਤੀ ਅਨੰਦਪੁਰ ਸਾਹਿਬ ਮਤੇ ਦੀ। 1972 ਵਿੱਚ ਮਤਾ ਆਇਆ ਸੀ, ਉਸ ਤੋਂ ਬਾਅਦ ਗੱਠਜੋੜ ਹੋ ਗਿਆ ਬੀਜੇਪੀ ਦੇ ਨਾਲ। ਉਸ ਤੋਂ ਬਾਅਦ ਜਦ ਤੱਕ ਬੀਜੇਪੀ ਨਾਲ ਗੱਠਜੋੜ ਰਿਹਾ, ਕਦੀ ਵੀ ਅਨੰਦਪੁਰ ਸਾਹਿਬ ਮਤੇ ਦੀ ਗੱਲ ਨਹੀਂ ਕੀਤੀ। ਬੀਜੇਪੀ ਤੋਂ ਲੱਗ ਨੇ, ਦੁਬਾਰਾ ਫਿਰ ਤੁਹਾਡੇ ਕੰਨਾਂ ਦੇ ਵਿੱਚ ਅਨੰਦਪੁਰ ਸਾਹਿਬ ਮਤੇ ਦੀ ਗੱਲ ਪਹੁੰਚੇਗੀ, ਅਕਾਲੀ ਫਿਰ ਜੋਸ਼ ਹੈ ਨਾ ਉਠਾਉਣਗੇ। ਫਿਰ ਸਵਾਲ ਕਰ ਸਕਦੇ ਹੋ 20 ਸਾਲ ਬਾਅਦ ਕਿਉਂ ਯਾਦ ਆਇਆ।
ਸਵਾਲ ਤੁਹਾਨੂੰ ਕਰਨੇ ਚਾਹੀਦੇ ਨੇ। ਲੀਡਰ ਤੁਹਾਡਾ, ਵੋਟ ਦੇ ਕੇ ਤੁਸੀਂ ਪਾਇਆ, ਪਰ ਅਧਿਕਾਰ ਜ਼ਰੂਰ ਯਾਦ ਰੱਖਿਆ ਜੀ ਵੀ ਪੰਜਾਬ ਨਾਲ ਹੁੰਦਾ ਕੀ ਪਿਆ। ਜੇ ਪੰਜਾਬ ਇਸ ਵਾਰੀ ਮਰ ਗਿਆ ਬਹੁਤ ਔਖਾ ਉੱਠੂਗਾ। ਕਿਸਾਨੀ ਮੋਰਚਾ ਲੱਗਿਆ ਹੈ। ਗੱਲ ਇਸ ਸਮੇਂ ਖੇਤੀ ਦੀ ਵੀ ਹੈ ਤੇ ਗੱਲ ਇਸ ਸਮੇਂ ਪੰਜਾਬ ਦੀ ਵੀ ਹੈ।